जन्म के दुख गवाए, चना में हर जस गाए। वाहिगुरु जी का खालसा, वाहिगुरु जी का खालसा, वाहिगुरु जी की फतेह। ਇੱਕ ਜੀ ਤੁਸੀਂ ਇੱਕ ਸ਼ਬਦ ਹੋਰ ਵੀ ਲੈ ਸਕਦੇ ਹੋ ਜੇ ਤੁਸੀਂ ਲੈਣਾ ਚਾਹੁੰਦੇ ਹੋ ਤੇ। ਜਦੋਂ ਤੱਕ ਏਕਸ ਜੀ ਆ ਰਹੇ ਨੇ ਤੇ ਸਾਰਿਆਂ ਨੂੰ ਇੱਕ ਵਾਰੀ ਫਿਰ ਅਸੀਂ ਰਿਕੁਐਸਟ ਸਾਂਝੀਆਂ ਕਰ ਲੈਂਦੇ ਹਾਂ ਕਿ ਪਲੀਜ਼ ਆਪਣੇ ਮਾਈਕਸ ਨੂੰ ਤੁਸੀਂ ਮਿਊਟ ਰੱਖਣਾ ਤੇ ਜੇ ਵੀ ਕਿਸੇ ਦਾ ਕੋਈ ਕੁਐਸਚਨ ਹੋਏ ਤਾਂ ਉਹ ਚੈਟ ਵਿੱਚ ਟਾਈਪ ਕਰ ਸਕਦਾ ਹੈ ਜਾਂ ਫਿਰ ਹੈਂਡ ਰੇਜ਼ ਕਰਕੇ ਸਾਡੇ ਨਾਲ ਆਪਣਾ ਕੁਐਸਚਨ। ਤੇ ਅੱਜ ਦਾ ਟੌਪਿਕ ਕੱਲ ਦੇ ਟੌਪਿਕ ਦੀ ਕੰਟੀਨਿਊਏਸ਼ਨ ਦੇ ਵਿੱਚ ਹੀ ਹੈ which is duality जी एक जी। अरदास करी अपने जीवा तेरी वाणी, जीवा तेरी वाणी, मेरे साहिब मेरे साहिब मिसरे सो मर जाए,
उसको दे रहे हैं। पता है कि उल्टा सीधा वाहिगुरु जी का खालसा वाहिगुरु जी की फतेह। इसकी चलती है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਜੀ ਹੁਣ ਮੈਂ ਐਮਪੀ ਵੀਰ ਜੀ ਨੂੰ ਰਿਕੁਐਸਟ ਕਰਾਂਗਾ ਕਿ ਪਲੀਜ਼ ਉਹ ਕੱਲ ਦਾ ਕੁਝ ਰੀਕੈਪ ਸਾਡੇ ਨਾਲ ਸਾਂਝ ਕਰਨ ਤੇ ਦੈਨ ਹੀ ਕੈਨ ਪਾਸ ਔਨ ਦਾ ਮਾਈਕ ਟੂ ਭੁਪਿੰਦਰ ਵੀਰ ਜੀ। ਸਾਰੇ ਸੰਗਤ ਜੋ ਪਾਰਟਿਸਿਪੇਟ ਕਰ ਰਹੀ ਹੈ ਉਹਨਾਂ ਨੂੰ ਜੀ ਆਇਆਂ ਨੂੰ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿੰਨੇ ਵੀ ਟੌਪਿਕ ਅਸੀਂ ਡਿਸਕਸ ਕਰਦੇ ਹਾਂ, ਜੋ ਵੀਰ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਨੇ ਜਿਹਦੇ ਤੇ ਤੁਸੀਂ ਵੀ ਉਹਦੇ ਤੇ ਰਿਸਪੌਂਡ ਕਰਦੇ ਹੋ, ਸਭ ਵਿੱਚ ਮੋਟਿਵ ਇਹ ਕਿ ਵੀ ਜੋ ਗੁਰਬਾਣੀ ਸਾਨੂੰ ਮੈਸੇਜ ਦਿੰਦੀ ਹੈ ਜੀਵਨ ਦੇ ਹਰ ਪੜਾਅ ਵਾਸਤੇ, ਉਹਨੂੰ ਸਮਝਣ ਵਾਸਤੇ, ਸਮਝ ਕੇ ਫਿਰ ਆਪਣੇ ਅੰਦਰ ਐਨਾਲਾਈਜ਼ ਉਹਨੂੰ ਕਰ ਸਕੀਏ ਔਰ ਫਿਰ ਉਹਦੇ ਤੇ ਅਸੀਂ ਜੋ ਸਹੀ ਮਾਰਗ ਹੈ ਉਹਨੂੰ ਅਪਣਾ ਕੇ ਜੀਵਨ ਜਾਂਚ ਮਤਲਬ ਆਪਣਾ ਸੁਭਾਅ ਜਿਹੜਾ ਵੇ ਉਸ ਮੁਤਾਬਿਕ ਅਸੀਂ ਡਿਵੈਲਪ ਕਰ ਸਕੀਏ। ਸਾਰੀ ਕੋਸ਼ਿਸ਼ ਉਹਦੇ ਵਾਸਤੇ ਕੀਤੀ ਜਾਂਦੀ ਹੈ। ਤੇ ਟੌਪਿਕ ਕੋਈ ਵੀ ਚੁਣੀਏ, ਹੁਣ ਜਿਵੇਂ ਕ੍ਰੂਐਲਿਟੀ ਚੱਲ ਰਿਹਾ ਹੈ, ਕੱਲ ਅਸੀਂ ਗੱਲ ਕੀਤੀ ਸੀ ਕਿ ਬਈ ਕ੍ਰੂਐਲਿਟੀ ਦਾ ਨਾਮ ਲੈਂਦੇ ਹੀ ਸਾਡੇ ਦਿਮਾਗ ਦੇ ਅੰਦਰ ਜੋ ਨਾਮ ਉੱਭਰ ਕੇ ਆ ਜਾਂਦੇ ਨੇ ਇੱਕਦਮ, ਤੇ ਅਸੀਂ ਸਮਝਦੇ ਹਾਂ ਕਿ ਬਈ ਇਹ ਲੋਕਾਂ ਨੇ ਬੜਾ ਜ਼ੁਲਮ ਕੀਤਾ, ਬਹੁਤ ਕ੍ਰੂਐਲਿਟੀ ਕੀਤੀ। ਪਰ ਤੁਸੀਂ ਸੋਚੋ ਬਈ ਇਹਦੀ ਜੜ ਕਿੱਥੇ ਹੈਗੀ ਹੈ ਜੇ ਇਹਦਾ ਧਿਆਨ ਦੇਈਏ। ਕਿਉਂਕਿ ਅਕਸਰ ਜਿਵੇਂ ਕੱਲ ਅਸੀਂ ਗੱਲ ਕੀਤੀ ਸੀ ਕਿ ਇਤਿਹਾਸ ਨੂੰ ਪੜ੍ਹਨ ਤੋਂ ਬਾਅਦ ਅਸੀਂ ਇਹ ਸੋਚਦੇ ਹਾਂ ਕਿ ਵੀ ਇਹ ਲੋਕ ਇੰਝ ਹੋਏ, ਲੇਕਿਨ ਮੈਂ ਤੇ ਔਰੰਗਜ਼ੇਬ ਨਹੀਂ ਹਾਂ, ਨਾ ਹੀ ਮੈਂ ਜਹਾਂਗੀਰ ਹਾਂ, ਤੇ ਫਿਰ ਮੇਰਾ ਕਨੈਕਸ਼ਨ ਕ੍ਰੂਐਲਿਟੀ ਨਾਲ ਕਿਵੇਂ ਬਣੇਗਾ? ਮੇਰੇ ਜ਼ਹਿਨ ਤੇ ਕਦੀ ਨਹੀਂ ਆਏਗਾ ਕਿ ਮੈਂ ਕ੍ਰੂਅਲ ਹਾਂ। ਹੋ ਸਕਦਾ ਮੈਂ ਨਾ ਵੀ ਹੋਵਾਂ, ਲੇਕਿਨ ਮੇਰੇ ਜ਼ਹਿਨ 'ਚ ਕਦੀ ਆਏਗਾ ਨਹੀਂ ਕਿ ਮੈਂ ਕ੍ਰੂਅਲ ਹਾਂ। ਦੇਖੋ ਇਹਨਾਂ ਰਾਜੇ ਮਹਾਰਾਜਿਆਂ ਦਾ ਜਿਨ੍ਹਾਂ ਨੇ ਥੋੜ੍ਹੀ ਬਹੁਤ ਹਿਸਟਰੀ ਪੜ੍ਹੀ ਹੈ, ਉਹਦੇ ਵਿੱਚ ਇੱਕ ਗੱਲ ਜੋ ਫੈਕਟਰ ਬੜਾ ਕਾਮਨਲੀ ਮਿਲੇਗਾ, ਭਾਵੇਂ ਉਹ ਕਿਸੇ ਕਿਸਮ ਦੇ ਵੀ ਰੂਲਰਸ ਹੋਣ, ਕਿ ਇਹਨਾਂ ਦੇ ਜੋ ਸਲਾਹਕਾਰ ਹੁੰਦੇ ਸਨ ਉਹ ਹਮੇਸ਼ਾ ਧਾਰਮਿਕ ਵੇਸ਼ਭੂਸ਼ਾ ਵਾਲੇ ਹੁੰਦੇ ਸਨ। ਵੇਸ਼ਭੂਸ਼ਾ ਵਾਲੇ ਮੈਂ ਇਸ ਕਰਕੇ ਕਹਿ ਰਿਹਾ ਕਿ ਵੀ ਐਕਚੁਅਲ ਇਸ ਤੇ ਧਾਰਮਿਕ ਅਸੀਂ ਸਾਰੇ ਹੀ, ਜਿਹਨੂੰ ਧਰਮ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਨੇ, ਹੈ ਨਾ, ਤੇ ਲੇਕਿਨ ਵੇਸ਼ਭੂਸ਼ਾ ਦਿਖਾਵੇ ਮਾਤਰ। ਦਰਅਸਲ ਉਹ ਰੌ ਰੀਤੀ ਚਲਾਉਣ ਵਾਲੇ, ਜਿਵੇਂ ਕੋਡ ਆਫ ਕੰਡਕਟ ਚਲਾਉਣ ਵਾਲੇ, ਸ਼ਰੀਅਤ ਚਲਾਉਣ ਵਾਲੇ, ਉਹ ਉਹਨਾਂ ਦੇ ਆਲੇ ਦੁਆਲੇ ਹੁੰਦੇ ਸਨ। ਸੋ ਉਹਨਾਂ ਨੇ ਆਪਣਾ ਇੱਕ ਮਿਸ਼ਨ ਬਣਾਇਆ ਹੋਇਆ ਹੈ। ਹੁਣ ਜੇ ਔਰੰਗਜ਼ੇਬ ਦਾ ਹੀ ਅਸੀਂ ਥੋੜ੍ਹਾ ਜਿਹਾ ਯਾਦ ਕਰੀਏ, ਜਿੰਨੀ ਕਿ ਅਸੀਂ ਹਿਸਟਰੀ ਪੜ੍ਹੀ ਹੈ, ਉਹਦੇ ਵਿੱਚੋਂ ਸਾਨੂੰ ਇਹ ਸਮਝ ਆਏਗੀ ਕਿ ਉਹ ਦੀਨ ਦਾ, ਜੋ ਇਸਲਾਮ ਦਾ ਦੀਨ ਕਹਿੰਦੇ ਨੇ, ਧਰਮ ਕਹਿੰਦੇ ਨੇ, ਉਹਨੂੰ ਦੁਨੀਆ ਤੇ ਲਾਗੂ ਕਰਨਾ ਚਾਹੁੰਦਾ ਸੀ। ਐਂਡ ਦਿਸ ਵਾਜ਼ ਹਿਜ਼ ਨੋਬਲ ਮਿਸ਼ਨ। ਉਹ ਆਪਣੇ ਵੱਲੋਂ ਬਹੁਤ ਧਾਰਮਿਕ ਕੰਮ ਕਰ ਰਿਹਾ ਸੀ, ਬਹੁਤ ਵੱਡੀ ਪੱਧਰ ਤੇ ਕਰ ਰਿਹਾ ਸੀ। ਸੋ ਦੋਨੋਂ ਜਿਹੜੇ ਧਾਰਮਿਕ ਲੋਕ ਨੇ ਉਹ ਉਹਦੇ ਥਰੂ ਆਪਣਾ ਸੋ ਕਾਲਡ ਧਰਮ ਲਾਗੂ ਕਰਵਾਉਣਾ ਚਾਹੁੰਦੇ ਨੇ, ਬਦਲੇ ਵਿੱਚ ਉਹਨੂੰ ਬਹੁਤ ਵੱਡੀ ਤਾਕਤ ਇੱਕ ਦੇ ਕੇ ਰੱਖੀ ਹੋਈ ਹੈ ਕਿ ਤੂੰ ਰਾਜਾ ਹੈਗਾ, ਤੂੰ ਰੂਲਰ ਹੈਗਾ। ਸੋ ਦੋਨੋਂ ਆਪਸ ਵਿੱਚ ਬੈਲੈਂਸ ਬਣਾ ਲੈਂਦੇ ਸਨ। ਹੁਣ ਬੰਦੇ ਜਿਹੜੇ ਥੱਲੇ ਹੈਗੇ ਨੇ, ਉਹਨਾਂ ਦੀ ਆਜ਼ਾਦੀ, ਉਹਨਾਂ ਦੀ ਸੋਚ, ਉਹਨਾਂ ਦਾ ਰਹਿਣ ਸਹਿਣ ਜਿਹੜਾ ਵੇ ਉਹ ਹਮੇਸ਼ਾ ਦੁਬਿਧਾ 'ਚ ਰਹਿੰਦਾ ਸੀ। ਔਰ ਜੇ ਕੋਈ ਉਹਨੂੰ ਨਹੀਂ ਮੰਨਣਾ ਚਾਹੁੰਦਾ ਸੀ ਤੇ ਫਿਰ ਇਹ ਉਹਦੇ ਤੇ ਕੁਛ ਵੀ ਜੋ ਕਰਦੇ ਸਨ, ਅਸੀਂ ਅੱਜ ਉਹਨੂੰ ਜ਼ੁਲਮ ਦਾ ਨਾਂ ਦਿੰਦੇ ਹਾਂ, ਇਹ ਆਪਣਾ ਧਰਮ ਦਾ ਕਾਰਜ ਸਮਝ ਕੇ ਕਰਦੇ ਸਨ।
ਸੋ ਇਸ ਕਰਕੇ ਜ਼ੁਲਮ ਕਰਨ ਵਾਲਿਆਂ ਨੂੰ ਕਦੀ ਇਹ ਫੀਲ ਹੀ ਨਹੀਂ ਹੁੰਦਾ ਸੀ ਕਿ ਮੈਂ ਇਨਸਾਨੀਅਤ ਦਾ ਕਾਂਡ ਕਰ ਰਿਹਾ, ਮੈਂ ਕਿਸੇ ਦੇ ਮਨ ਤੇ ਚੋਟ ਕਰ ਰਿਹਾ, ਮੈਂ ਕਿਸੇ ਦੇ ਜ਼ਹਿਨ ਨੂੰ ਜੋ ਇਨਸਾਨ ਦਾ ਇੱਕ ਬੇਸਿਕ ਉਹਦਾ ਫਾਰਮ ਆਫ ਲਾਈਫ ਹੈ, ਮੈਂ ਉਹਨੂੰ ਹੀ ਕ੍ਰਸ਼ ਕਰ ਰਿਹਾ। ਹੁਣ ਇਹ ਗੱਲ ਵੱਡੀ ਕਿੰਗਡਮ ਤੋਂ ਲੈ ਕੇ ਜੇ ਥੱਲੇ ਤੱਕ ਲੈ ਆਈਏ, ਜਿਵੇਂ ਕੱਲ ਵੀਰ ਜੀ ਨੇ ਡਿਸਕਸ ਕੀਤਾ ਕਿ ਘਰਾਂ ਵਿੱਚ ਅਸੀਂ ਜਦੋਂ ਆਪਸ ਵਿੱਚ ਗੱਲਬਾਤ ਕਰਦੇ ਹਾਂ, ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਕਿਸੇ ਆਪਣੇ ਫਰੈਂਡਸ ਵਿੱਚ ਗੱਲ ਕਰਦੇ ਹਾਂ, ਕਿਸੇ ਆਪਣੇ ਦੋਸਤ ਆਪਣੇ ਕਿਸੇ ਸੋਸ਼ਲ ਜਾਂ ਕਿਸੇ ਬਿਜ਼ਨਸ ਸਰਕਲ ਵਿੱਚ ਗੱਲ ਕਰਦੇ ਹਾਂ, ਤੇ ਅਸੀਂ ਜਦੋਂ ਉੱਥੇ ਕੋਈ ਆਪਣੀ ਬੋਲੀ ਵਿੱਚ, ਆਪਣੇ ਬਿਹੇਵੀਅਰ ਵਿੱਚ ਜਾਂ ਮਨ ਹੋਰ ਮੁਖ ਹੋਰ ਵਾਲੀ ਗੱਲ ਕਰਦੇ ਹਾਂ ਜਦੋਂ, ਤੇ ਉਹ ਕ੍ਰੂਐਲਿਟੀ ਹੀ ਹੈ। ਸ਼ੁਰੂਆਤ ਇੰਝ ਹੀ ਹੁੰਦੀ ਹੈ, ਫਿਰ ਛੋਟਾ ਛੋਟਾ ਗਰੁੱਪ ਬਣ ਜਾਂਦਾ ਹੈ, ਜਾਂ ਤੇ ਫੈਮਿਲੀ ਕਹਿ ਲਓ ਪਹਿਲੇ, ਫਿਰ ਫੈਮਿਲੀ ਸੋਚਦੀ ਹੈ ਕਿ ਮੈਂ ਇਸ ਹੁਣ ਵਿਚਾਰਧਾਰਾ ਨੂੰ ਪ੍ਰੋਟੈਕਟ ਕਰਨਾ ਹੀ ਕਰਨਾ ਹੈ, ਭਾਵੇਂ ਜੋ ਮਰਜ਼ੀ ਹੋਵੇ, ਚਾਹੇ ਮੈਨੂੰ ਆਪਣੀ ਰਿਸ਼ਤੇਦਾਰੀ ਵਿੱਚ ਹੋਰ ਘੋਲਣਾ ਪਵੇ, ਮੈਂ ਨਹੀਂ ਛੱਡਾਂਗਾ ਜਾਂ ਮੈਂ ਨਹੀਂ ਛੱਡਾਂਗੀ। ਫੈਮਿਲੀ ਤੋਂ ਚੱਲ ਕੇ ਫਿਰ ਗਰੁੱਪ ਬਣ ਗਿਆ, ਸੋਸ਼ਲ ਸਰਕਲ 'ਚ ਫਿਰ ਮੈਂ ਉਸ ਨਾਲ ਬਿਹੇਵ ਜਾਂ ਮਿਸਬਿਹੇਵ ਕਰਾਂਗਾ, ਮੈਨੂੰ ਮਿਸਬਿਹੇਵ ਨਜ਼ਰ ਨਹੀਂ ਆਏਗਾ, ਤਾਂ ਹੀ ਤਾਂ ਮੈਂ ਕਰ ਸਕਣਾ ਵਾਂ। ਜੇ ਮੈਂ ਜ਼ਰਾ ਜਿਹਾ ਵੀ ਮੈਨੂੰ ਸਮਝ ਪਵੇ ਕਿ ਮਿਸਬਿਹੇਵ ਹੈ, ਤਾਂ ਮੈਨੂੰ ਫਿਰ ਥੋੜਾ ਜਿਹਾ ਉਹਦੀ ਸੋਚਣਾ ਪਏਗਾ ਨਾ ਕਿ ਵੀ ਹਾਂ ਇਹ ਗੱਲ ਤੇ ਨਹੀਂ ਭਈ ਆਈ। ਲੇਕਿਨ ਮੈਨੂੰ ਲੱਗਦਾ ਹੈ ਕਿ ਮੈਂ ਇੱਕ ਨੋਬਲ ਮਿਸ਼ਨ ਤੇ ਹਾਂ, ਪਹਿਲੇ ਫੈਮਿਲੀ, ਫਿਰ ਗਰੁੱਪ, ਫਿਰ ਵੱਡੇ ਕਰਦੇ ਕਰਦੇ ਇਹ ਫਿਰਕੇ ਬਣ ਜਾਂਦੇ ਨੇ, ਕੋਈ ਸੈਕਟ ਬਣ ਜਾਂਦਾ ਹੈ, ਮਜ਼ਹਬ ਕ੍ਰੀਏਟ ਹੋ ਜਾਂਦੇ ਨੇ, ਔਰ ਅਲਟੀਮੇਟਲੀ ਫਿਰ ਜਦੋਂ ਬਹੁਤ ਵੱਡਾ ਗਰੁੱਪ ਬਣ ਜਾਂਦਾ ਤੇ ਉਹਨੂੰ ਲੋਕ ਧਰਮ, ਔਰ ਫਿਰ ਧਰਮ ਦੀ ਰਕਸ਼ਾ ਹੈ ਨਾ, ਕਿੰਨਾ ਵਰਡ ਕਾਮਨ ਹੈਗਾ ਕਿ ਅਸੀਂ ਧਰਮ ਦੀ ਰਕਸ਼ਾ ਕਰਦੇ। ਸੋ ਇਸ ਤਰੀਕੇ ਨਾਲ ਇਹ ਜਿਹੜਾ ਕ੍ਰੂਐਲਿਟੀ ਹੈ ਸਾਡੇ ਜ਼ਹਿਨ 'ਚੋਂ ਇਹ ਮਿਟ ਹੀ ਗਿਆ ਕਿ ਅਸੀਂ ਕ੍ਰੂਐਲਿਟੀ ਕਰ ਰਹੇ ਹਾਂ, ਛੋਟੇ ਲੈਵਲ ਤੋਂ ਲੈ ਕੇ ਵੱਡੇ ਤੱਕ, ਹਰ ਕੋਈ ਇਹਦੇ ਵਿੱਚ ਸ਼ਾਮਲ ਹੋ ਜਾਂਦਾ ਹੈ, ਔਰ ਹਰ ਇੱਕ ਨੇ ਇਸ ਬਾਰੇ 'ਚ ਸੋਚਣਾ ਵੀ ਹੈ ਕਿ ਕੀ ਅਸੀਂ ਆਪਣੇ ਇਸ ਜੀਵਨ ਦੇ ਸਫ਼ਰ ਵਿੱਚ ਕਿਸ ਕਿਸ ਸਮੇਂ ਤੇ ਇਸ ਤਰ੍ਹਾਂ ਦਾ ਮਿਸਬਿਹੇਵ ਕਰ ਜਾਂਦੇ। ਮੈਨੂੰ ਅੱਜ ਇੱਕ ਗੱਲ ਯਾਦ ਆ ਰਹੀ ਹੈ, ਕੱਲ ਜਿਵੇਂ ਤੇਜਿੰਦਰ ਵੀਰ ਜੀ ਨੇ ਸ਼ੇਅਰ ਕੀਤਾ ਸੀ ਕਿ ਬਈ ਪੋਜ਼ਿਟਿਵਿਟੀ, ਉਹਨਾਂ ਨੇ ਇੱਕ ਜਿਹੜੀ ਬੱਚੀ ਦੀ ਗੱਲ ਕੀਤੀ ਜੋਤੀ ਕੁਮਾਰੀ ਦੀ, ਜੋ 1200 ਕਿਲੋਮੀਟਰ ਸਾਈਕਲ ਚਲਾ ਕੇ ਆਪਣੇ ਇੰਜਰਡ ਫਾਦਰ ਨੂੰ ਮੇਰੇ ਖਿਆਲ ਬੰਬੇ ਤੋਂ ਲੈ ਕੇ ਤੇ ਬਿਹਾਰ ਤੱਕ ਲੈ ਕੇ ਗਈ। ਸੋ ਇਹ ਪੋਜ਼ਿਟਿਵਿਟੀ ਡਿਸਪਾਈਟ ਕਿ the system is cruel, ਸਿਸਟਮ ਉਹਦੇ ਵਾਸਤੇ ਅਨੁਕੂਲ ਨਹੀਂ ਹੈ, ਕੰਡਿਊਸਿਵ ਨਹੀਂ ਸੀ ਉਹਦੇ ਵਾਸਤੇ, ਉਹਦੇ ਬਾਵਜੂਦ ਉਹਨੇ ਆਪਣੇ ਜ਼ਹਿਨ ਵਿੱਚ ਇੱਕ ਜੋ ਇਮੋਸ਼ਨ ਹੈਗਾ ਵੇ, ਜਿਵੇਂ ਅਸੀਂ ਮਦਰਹੁੱਡ ਡਿਸਕਸ ਕਰ ਰਹੇ ਸੀ ਨਾ, ਉਹ ਵਾਲਾ ਇਮੋਸ਼ਨ ਉਹਨੇ ਚੁੱਕਿਆ, ਔਰ ਤੁਸੀਂ ਦੇਖੋ ਸਾਰੀ ਕੁਦਰਤ ਨੇ ਉਹਦਾ ਸਾਥ ਦਿੱਤਾ, ਕਿਉਂਕਿ ਉਹਨੇ ਕੁਦਰਤ ਦਾ ਇੱਕ ਨਿਯਮ ਜੋ ਹੈ, ਇੱਕ ਗੁਣ ਜੋ ਹੈ, ਉਹਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ। ਫਿਜ਼ੀਕਲੀ ਵੀ ਸ਼ੀ ਕੁਡ ਡੂ ਇਟ, ਔਰ ਮੈਂਟਲੀ ਅਸੀਂ ਦੇਖ ਹੀ ਰਹੇ ਹਾਂ ਕਿ ਉਹਨੇ ਜੋ ਫੈਸਲਾ ਲਿਆ ਉਹ ਆਸਾਨ ਨਹੀਂ ਸੀ। ਤੇ ਇਸੇ ਤਰੀਕੇ ਨਾਲ ਇੰਡੀਆ ਦੀ ਹਿਸਟਰੀ ਵਿੱਚ ਇੱਕ ਬਹੁਤ ਯੂਨੀਕ ਪਰਸਨੈਲਿਟੀ ਡਾਕਟਰ ਕੁਰੀਅਨ ਵਰਗੀਜ਼, ਮੇਰੇ ਖਿਆਲ ਬਹੁਤ ਸਾਰਿਆਂ ਨੇ ਉਹਨਾਂ ਦਾ ਨਾਮ ਸੁਣਿਆ ਹੋਣਾ। ਹੀ ਇਜ਼ ਕਾਲਡ ਮਿਲਕਮੈਨ ਆਫ ਇੰਡੀਆ। ਉਹਨਾਂ ਨੇ ਮਕੈਨੀਕਲ ਇੰਜੀਨੀਅਰਿੰਗ ਪੜ੍ਹੇ ਸਨ, ਲੇਕਿਨ ਹੀ ਆਪਟਡ ਫॉर ਦਿਸ ਥਿੰਗ ਪੋਲਟਰੀ, ਜੋ ਕਿਉਂਕਿ ਇੰਡੀਆ ਵਿੱਚ ਜਿਹੜੇ ਕਿਸਾਨ ਦੁੱਧ ਦੀ ਪੈਦਾਵਾਰ ਕਰਦੇ ਨੇ ਉਹਨਾਂ ਨਾਲ ਬਹੁਤ ਜ਼ਿਆਦਤੀ ਹੁੰਦੀ ਸੀ, ਔਰ ਉਹਨਾਂ ਦਾ ਦੁੱਧ ਵੀ ਵੇਸਟ ਹੁੰਦਾ ਸੀ, ਔਰ ਉਹਨਾਂ ਨੂੰ ਪੈਸੇ ਵੀ ਨਹੀਂ ਮਿਲਦੇ ਸਨ। ਸੋ ਹੀ ਆਫਟਰ ਡੂਇੰਗ ਹਿਜ਼ ਮਾਸਟਰਸ ਫਰਮ USA, ਬਹੁਤ ਅੱਛੀ ਨੌਕਰੀ ਉਹਨਾਂ ਨੂੰ ਮਿਲ ਰਹੀ ਸੀ, ਜਿਹੜੀ ਉਹਨਾਂ ਨੇ ਛੱਡ ਕੇ ਗੁਜਰਾਤ ਵਿੱਚ ਇੱਕ ਛੋਟੇ ਜਿਹੇ ਗਾਂਵ ਵਿੱਚ ਪਹੁੰਚ ਗਏ ਕਿ ਮੈਂ ਇੱਥੋਂ ਦੀ ਇਹਨਾਂ ਦੁੱਧ ਵਾਲਿਆਂ ਦੀ ਮਦਦ ਕਰਨੀ। ਖੈਰ ਬੜੀ ਲੰਬੀ ਸਟੋਰੀ ਉਹ, ਦੱਸਣ ਵਾਲੀ ਗੱਲ ਸਿਰਫ ਇਹ ਵੇ ਕਿ ਜਦੋਂ ਉੱਥੇ ਪਹੁੰਚੇ ਸਨ ਨਵੇਂ ਵਿਆਹੇ ਹੋਏ, ਤੇ ਉਹਨਾਂ ਦੇ ਬਾਰੇ 'ਚ ਬੜਾ ਮਸ਼ਹੂਰ ਹੈ, ਹੱਸੀ ਵਾਲੀ ਵੀ ਗੱਲ ਹੈ, ਔਰ ਉਹਨਾਂ ਦੀ ਬੜੀ ਦੁੱਖ ਭਰੀ ਦਰਦ ਭਰੀ ਵੀ ਦਾਸਤਾਨ ਹੈ ਕਿ ਉਹਨਾਂ ਨੇ ਆਪਣਾ ਹਨੀਮੂਨ ਜੋ ਹੈ
ਲੰਬਾ ਹਨੀਮੂਨ ਉਹ ਘੋੜੇ ਦੇ ਤਬੇਲੇ ਵਿੱਚ ਬਿਤਾਇਆ, ਕਿਉਂਕਿ ਉਹ ਪਿੰਡ ਵਾਲਿਆਂ ਨੇ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਬਿਕੋਜ਼ ਆਫ ਜੋ ਅਸੀਂ ਕਰੂਅਲ ਸਿਸਟਮ ਆਪਣੇ ਆਸ-ਪਾਸ ਬਣਾਇਆ ਕਿ ਹੀ ਵਾਜ਼ ਅ ਨਾਨ ਵੈਜੀਟੇਰੀਅਨ ਕ੍ਰਿਸਚਨ ਸਨ, ਤੇ ਪਿੰਡ ਵਾਲਿਆਂ ਨੇ ਕਿਹਾ ਕਿ ਵੀ ਇਸ ਬੰਦੇ ਨੂੰ ਅਸੀਂ ਐਕਸੈਪਟ ਨਹੀਂ ਕਰ ਰਹੇ, ਔਰ ਉਹਨਾਂ ਨੂੰ ਘੋੜੇ ਦੇ ਤਬੇਲੇ ਵਿੱਚ ਜਿੱਥੇ ਉਹਦਾ ਗੰਧ ਹੁੰਦਾ ਹੈ, ਸਭ ਕੁਝ ਹੁੰਦਾ ਹੈ, ਉੱਥੇ ਕਿੰਨੇ ਸਾਲ ਉਹਨਾਂ ਨੇ ਉੱਥੇ ਬਿਤਾਏ, ਲੇਕਿਨ ਆਪਣੀ ਲਗਨ ਧੁਨ ਉਹਨਾਂ ਨੇ ਛੱਡੀ ਨਹੀਂ, ਔਰ ਫਿਰ ਜੋ ਉਹਨਾਂ ਨੇ ਅਚੀਵ ਕੀਤਾ ਉਹ ਸਾਡੇ ਸਾਹਮਣੇ ਹੈ। ਅੱਜ ਇੰਡੀਆ ਵਿੱਚ ਦੇਖੋ ਫੋਰਨ ਜੋ ਸਿਸਟਮ ਸੀ ਉਹਦੇ ਵਿੱਚ ਕਾਊ ਮਿਲਕ ਦਾ ਪਾਊਡਰ ਤੇ ਬਣ ਜਾਂਦਾ ਸੀ ਔਰ ਪ੍ਰੀਜ਼ਰਵ ਹੋ ਜਾਂਦਾ ਸੀ, ਲੇਕਿਨ ਭੈਂਸ ਦੇ ਦੁੱਧ ਦਾ ਜਿਹੜਾ ਵੇ ਉਹਦਾ ਪਾਊਡਰ ਬਣਾਉਣਾ ਵਾਸ ਨਾਟ ਪੋਸੀਬਲ, ਔਰ ਫੋਰਨ ਵਾਲੇ ਕੋਈ ਉਹਦੇ 'ਚ ਹੈਲਪ ਵੀ ਨਹੀਂ ਕਰਦੇ ਸਨ ਕਿਉਂਕਿ ਉੱਥੇ ਕਾਊ ਜ਼ਿਆਦਾ ਹੁੰਦੀਆਂ। ਅਲਟੀਮੇਟਲੀ ਇਹਨਾਂ ਨੇ ਰਿਸਰਚ ਕਰਕੇ ਭੈਂਸ ਦੇ ਦੁੱਧ ਦਾ ਵੀ ਪਾਊਡਰ ਕ੍ਰੀਏਟ ਕਰ ਦਿੱਤਾ, ਬਣਾ ਦਿੱਤਾ, ਤੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਸਨ ਜੋ ਦੁੱਧ ਪੈਦਾਵਾਰ ਕਰਦੇ ਸਨ ਉਹਨਾਂ ਦੀ ਲਾਈਫ ਬਹੁਤ ਖੁਸ਼ਹਾਲ ਹੋ ਗਈ। ਉਸ ਤੋਂ ਬਾਅਦ ਅਮੂਲ ਦਾ ਬ੍ਰਾਂਡ, ਔਰ ਮੇਰੇ ਖਿਆਲ ਹਿੰਦੁਸਤਾਨ ਦੇ ਕਿਸੇ ਵੀ ਘਰ ਵਿੱਚ ਸ਼ਾਇਦ ਕਿਸੇ ਦੇ ਨਾ ਪਤਾ ਹੋਵੇ ਇਹ ਲੱਗਦਾ ਨਹੀਂ। ਸੋ ਇਹ ਸਾਰੇ ਮਾਹੌਲ ਦੇ ਬਾਅਦ ਜਿਹਨੂੰ ਅਸੀਂ ਕ੍ਰੂਐਲਿਟੀ ਕਹਿੰਦੇ ਹਾਂ ਸਿਸਟਮ ਦੀ, ਜੋ ਅਸੀਂ ਖੁਦ ਹੀ ਕ੍ਰੀਏਟ ਕੀਤਾ ਹੋਇਆ ਹੈ, ਉਹਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਕਿੰਨੇ ਜਨੂਨ ਵਾਲੇ ਲਗਨ ਵਾਲੇ ਜੋ ਇਨਸਾਨ ਨੇ ਉਹ ਵੀ ਉੱਥੋਂ ਹੀ ਵਿੱਚੋਂ ਹੀ ਪੈਦਾ ਹੁੰਦੇ ਨੇ, ਜਿਹੜੇ ਪੂਰੀ ਦੁਨੀਆ ਵਾਸਤੇ ਮਿਸਾਲ ਵੀ ਬਣ ਜਾਂਦੇ ਨੇ, ਪੂਰੀ ਦੁਨੀਆ ਵਾਸਤੇ ਸਹੂਲੀਅਤ ਵੀ ਪੈਦਾ ਕਰ ਦਿੰਦੇ ਨੇ। ਸੋ ਸਿਸਟਮ ਦੇ ਇਸ ਕ੍ਰੂਐਲਿਟੀ ਦੇ ਪਾਰਟ ਨੂੰ ਫੇਸ ਕਰਨ ਵਾਸਤੇ ਗੁਰੂ ਸਾਹਿਬ ਸਾਨੂੰ ਬਹੁਤ ਜ਼ਿਆਦਾ ਤਾਕਤ ਦਿੰਦੇ ਨੇ, ਭਾਵੇਂ ਉਹ ਘਰ ਦੇ ਵਿੱਚ ਹੋਵੇ ਭਾਵੇਂ ਸਮਾਜ ਵਿੱਚ ਹੋਵੇ। ਉਹਦੇ ਬਾਰੇ 'ਚ ਸਾਨੂੰ ਤਿਆਰ ਰਹਿਣਾ ਚਾਹੀਦਾ। ਕਦੀ ਇੰਝ ਨਹੀਂ ਹੋਏਗਾ ਕਿ ਵੀ ਇਹ ਕ੍ਰੂਐਲਿਟੀ ਜਿਹਨੂੰ ਅਸੀਂ ਡਿਸਕਸ ਕਰ ਰਹੇ ਹਾਂ ਬਿਲਕੁਲ ਸਾਫ਼ ਹੋ ਜਾਏਗੀ ਦੁਨੀਆ। ਹਾਂ, ਮੈਨੂੰ ਗੁਰੂ ਸਾਹਿਬ ਉਹ ਤਾਕਤ ਦਿੰਦੇ ਨੇ ਕਿ ਮੈਂ ਆਪਣੇ ਮਨ 'ਚੋਂ ਆਪਣੇ ਜ਼ਹਿਨ 'ਚੋਂ ਇਸ ਕ੍ਰੂਐਲਿਟੀ ਨੂੰ ਖਤਮ ਕਰ ਸਕਦਾ, ਔਰ ਜੇ ਕਿਤੇ ਆਸ-ਪਾਸ ਹੈ ਵੀ ਹੈ ਤੇ ਉਹਨੂੰ ਮੈਂ ਫੇਸ ਵੀ ਕਰ ਸਕਦਾ। ਤੁਹਾਡੇ ਸਭ ਦੇ ਬਹੁਤ ਸਾਰੇ ਕੁਐਸਚਨਸ ਵੀ ਆਉਂਦੇ ਨੇ, ਸਾਨੂੰ ਟਾਈਮ ਵੀ ਚਾਹੀਦਾ, ਤੇ ਮੈਂ ਅੱਜ ਤੁਹਾਡੇ ਨਾਲ 2-3 ਇਨਸੀਡੈਂਟ ਸ਼ੇਅਰ ਕਰਨੇ ਸਨ ਜਿਨ੍ਹਾਂ ਤੋਂ ਪ੍ਰੇਰਨਾ ਬੜੀ ਮਿਲਦੀ ਹੈ ਕਿ ਵੀ ਹਾਂ ਇਸ ਸਿਸਟਮ ਦੇ ਬਾਵਜੂਦ ਸਾਨੂੰ ਆਪਣੇ ਚਾਲ ਨੂੰ, ਆਪਣੇ ਕਦਮਾਂ ਨੂੰ ਜਿਹੜਾ ਹੈ ਉਹ ਵਧਾਉਂਦੇ ਰਹਿਣਾ, ਉਹਨਾਂ ਨੂੰ ਥਿੜਕਣ ਨਹੀਂ ਦੇਣਾ, ਉਹਨਾਂ ਨੂੰ ਰੋਕਣ ਨਹੀਂ ਦੇਣਾ। ਸੋ ਮੈਂ ਬੇਨਤੀ ਕਰਾਂਗਾ ਹੁਣ ਵੀਰ ਜੀ ਨੂੰ ਕਿ ਉਹ ਆਪਣਾ ਆਉਣ ਔਰ ਸਾਰਿਆਂ ਨਾਲ ਅੱਜ ਦੀ ਸ਼ੇਅਰਿੰਗ ਕਰਨ। ਜੋ ਸਵਾਲ ਜਵਾਬ ਨੇ ਉਹ ਵੀ ਤੁਸੀਂ ਆਪਣੇ ਰੈਡੀ ਰੱਖੋ, ਔਰ ਆਪਣੀ ਵੀ ਕੋਈ ਇਨਪੁਟਸ ਹੈਗੀਆਂ ਨੇ ਤੇ ਉਹ ਵੀ ਤੁਸੀਂ ਯੂ ਆਰ ਵੈਲਕਮ ਸਾਰੇ ਉਹਦੇ 'ਚ ਪਾਓ। ਤਾਂ ਹੀ ਇਹ ਕਲਾਸ ਦਾ ਮਕਸਦ ਇਹ ਹੈ ਕਿ ਬੇਸਿਕਲੀ ਆਪਣੇ ਅੰਦਰੋਂ ਜੋ ਆਪਣੇ ਜ਼ਹਿਨ ਨੂੰ ਜਿਹੜਾ ਹੈ ਉਹਨੂੰ ਜਗਾ ਸਕੀਏ, ਔਰ ਉਹਦੇ ਵਿੱਚੋਂ ਸਾਡਾ ਆਪਣਾ ਚਸ਼ਮਾ ਫੁੱਟੇ, ਆਪਣੇ ਅੰਦਰ ਅੰਮ੍ਰਿਤ ਦੀ ਧਾਰ ਚੱਲੇ, ਫਿਰ ਅਸੀਂ ਇਹ ਸਾਰੀ ਜੋ ਮੁਸ਼ਕਿਲਾਂ ਨੇ ਇਹਨਾਂ ਨੂੰ ਬੜੀ ਆਸਾਨੀ ਨਾਲ ਫੇਸ ਕਰਕੇ ਖੁਸ਼ਹਾਲ ਆਪਣੇ ਜੀਵਨ ਨੂੰ ਜੀ ਸਕੀਏ। ਥੈਂਕ ਯੂ ਵੈਰੀ ਮਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। Thank you, MP ji. And before Veer ji come, I would request Ujjar Veer ji that he wants to share something with us, and then Veer ji to start karan to let Veer ji start. We'll later on discuss. It's already late. Veer ji, ਤੁਸੀਂ please ਸ਼ੁਰੂ ਕਰੋ। ਸਾਰੀ ਸੰਗਤ ਦਾ ਧੰਨਵਾਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਮਪੀ ਵੀਰ ਜੀ ਤੁਸੀਂ ਸਟਾਰਟ ਬੜਾ ਸੋਹਣਾ ਕਰ ਦਿੱਤਾ ਸਾਡਾ ਟੌਪਿਕ। ਅਸੀਂ ਟੌਪਿਕ ਕੱਲ ਵਾਲਾ ਰਿਪੀਟ ਕਰ ਰਹੇ ਹਾਂ, ਔਰ ਬਹੁਤ ਸਾਰੇ ਸੱਜਣਾ ਦਾ ਮੈਨੂੰ ਟੈਕਸਟ ਆਇਆ ਹੈ, ਔਰ ਜੁਝਾਰ ਨੂੰ ਵੀ ਪਰਸਨਲੀ ਫੇਸਬੁੱਕ ਤੇ ਇਹਨਾਂ ਨੂੰ ਕਿਸ ਨੇ ਭੇਜਿਆ ਮੈਨੂੰ ਨਹੀਂ ਪਤਾ। ਬੜੇ ਸਾਰੇ ਲੋਕ ਕਹਿੰਦੇ ਨੇ ਕਿ ਜਿਨ੍ਹਾਂ ਨੇ ਕੱਲ ਜੁਆਇਨ ਨਹੀਂ ਕੀਤਾ ਸੀ, ਤੇ ਦਲਵਿੰਦਰ ਵੀਰ ਜੀ ਨੇ ਮੈਨੂੰ ਦੱਸਿਆ ਕਿ ਵੀ ਫੋਰਨ ਕੰਟਰੀਜ਼ ਤੋਂ ਜ਼ਿਆਦਾ ਸੱਜਣ ਹਨ। ਸੋ ਮੈਂ ਸਾਰਿਆਂ ਨੂੰ ਫਤਿਹ ਬੁਲਾਉਂਦਾ ਔਰ ਨਮਸਕਾਰ ਬੁਲਾਉਂਦਾ, ਅਸਲਾਮ ਅਲੈਕਮ ਬੁਲਾਉਂਦਾ। ਜਿਹੜਾ ਇਹ ਪ੍ਰੋਗਰਾਮ ਜਿਨ੍ਹਾਂ ਨੇ ਕੱਲ ਅਟੈਂਡ ਕੀਤਾ ਸੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਜੇ ਰਿਪੀਟ ਹੁੰਦਾ ਹੈ ਤਾਂ ਸਾਨੂੰ वो आप बोले ना बेटा क्या नहीं सोच के तो सोच
Sorry, Viji, please continue. ਜੇ ਮੈਂ ਰਿਪੀਟ ਕਰਦਾ ਹਾਂ ਤਾਂ ਸਾਰਿਆਂ ਨੂੰ ਦੁਬਾਰਾ ਤੋਂ ਦ੍ਰਿੜ ਹੋ ਜਾਏਗਾ, ਲੇਕਿਨ ਤੁਹਾਨੂੰ ਸਾਰਿਆਂ ਨੂੰ ਹੱਕ ਹੈ ਕਿ ਤੁਸੀਂ ਵਿਚਕਾਰ ਸ਼ੇਅਰ ਕਰ ਸਕਦੇ ਹੋ ਔਰ ਹੱਥ ਖੜਾ ਕਰਕੇ ਕੁਐਸਚਨ ਕਰ ਸਕਦੇ ਹੋ। ਅਮਨ ਜੀ, ਕਿਸੇ ਨੂੰ ਵੀ ਜਿਹੜਾ ਹੱਥ ਰੇਜ਼ ਕਰੇ, ਕਿਸੇ ਨੂੰ ਵੀ ਕੋਸ਼ਿਸ਼ ਕਰਨਾ ਕੋਈ ਮਿਸ ਨਾ ਹੋਏ, ਤੇ ਜਿਹੜਾ ਟੈਕਸਟ ਕੁਐਸਚਨ ਕਰੇਗਾ ਉਹ ਕੁਐਸਚਨ ਨੂੰ ਵੀ ਤੁਸੀਂ ਇਮੀਡੀਏਟਲੀ ਜਾਂ ਤੇ ਜੁਝਾਰ ਨੂੰ ਜਾਂ ਪੁਸ਼ਪਿੰਦਰ ਨੂੰ ਦੇ ਕੇ ਉਹਨਾਂ ਨੂੰ ਜਲਦੀ ਕੁਐਸਚਨ ਉਸੇ ਵੇਲੇ ਲੈ ਲੈਣਾ। All text questions will be taken by Jujar only. अच्छा, अगेन थैंक यू ਮਿੰਦਰਪਾਲ ਜੀ। ਜਿਹੜਾ ਅਸੀਂ ਕੱਲ ਟੌਪਿਕ ਪਿਕਅਪ ਕੀਤਾ ਸੀ, ਅਸੀਂ ਉਹਦਾ ਨਾਂ ਰੱਖਿਆ ਸੀ ਐਮ ਆਈ ਕਰੂਅਲ। ਅਸੀਂ ਅੱਜ ਦੇ ਇਸ ਜ਼ਮਾਨੇ ਵਿੱਚ ਇਹ ਸਮਝਣ ਦਾ ਯਤਨ ਕਰ ਰਿਹਾ, ਆਪਣਾ ਡਾਇਗਨੋਜ਼ ਕਰ ਰਿਹਾ ਕਿ ਕੀ ਮੈਂ ਕਰੂਅਲ ਹਾਂ ਕਿ ਨਹੀਂ। ਸੋ ਅਸੀਂ ਕੱਲ ਕੁਝ ਸਿੰਪਟਮਸ ਉਹਦੇ ਡਾਇਗਨੋਜ਼ ਕੀਤੇ ਸੀ ਕਿ ਬਈ ਜੇ ਐਸੀ ਪ੍ਰੈਕਟਿਸ ਮੈਂ ਕਰਦਾ ਹਾਂ ਤਾਂ ਮੈਂ ਆਪਣੇ ਬਾਰੇ ਇੱਥੇ ਬੈਠਾ ਜ਼ੂਮ ਤੇ ਬੋਲ ਕੇ ਵੀਰ ਭੁਪਿੰਦਰ ਸਿੰਘ ਜਾਂ ਲਿਵਿੰਗ ਟ੍ਰੈਜਰ ਦੀ ਪੂਰੀ ਟੀਮ ਕਿਸੇ ਤੇ ਵੀ ਲੇਬਲ ਨਹੀਂ ਕਰ ਸਕਦੀ ਹੈ। ਅਸੀਂ ਕਿਸੇ ਨੂੰ ਲੇਬਲ ਨਹੀਂ ਕਰ ਸਕਦੇ ਹਾਂ, ਆਪਣਾ ਡਾਇਗਨੋਜ਼ ਆਪ ਹੀ ਕਰਨਾ ਹੈ ਅਸੀਂ ਸਾਰਿਆਂ ਨੇ। ਸੋ ਸਾਰਿਆਂ ਅੱਗੇ ਰਿਕੁਐਸਟ ਹੈ ਕਿ अपना डायग्नोज करदे अपने बारे सोचना है कि की मेरा ऐसा बिहेवियर है तो की मैं अपने आप को इस तरह समझा कि एम आई क्रूअल, तो फिर मेरे क्रूअल होने के कारण मेरे परिवार और मेरी बरादरी या मेरी कॉलोनी या मेरा देश या पीपल एट लार्ज पूरी दुनिया विच मेरे कारण लोगों को कितना हर्ट होता होएगा। सो ਅਸੀਂ ਉਸ ਨੂੰ ਸਮਝਣ ਵਾਸਤੇ ਪਿਛਲੇ ਹਫਤੇ ਵਾਲਾ ਸ਼ਬਦ ਲਿਆ ਸੀ, ਕਿਉਂਕਿ ਅਸੀਂ ਪਿਛਲੇ ਹਫਤੇ ਸ਼ਬਦ ਸਮਝਿਆ ਸੀ ਕਿ ਤੈ ਨਰ ਕਿਆ ਪੁਰਾਣ ਸੁਣ ਕੀਨਾ। ਸਿੰਪਲ ਲਫ਼ਜ਼ ਹੈ ਕਿ ਇਹ ਇਨਸਾਨ ਤੂੰ ਜੇ ਧਾਰਮਿਕ ਗ੍ਰੰਥ ਪੜ੍ਹਦਾ ਹੈ ਤਾਂ सुनन तो बाद तू की कीता है। अन पावनी भगत नहीं उपजी भूखे दान ना दीना। तेरे अंदर स्टेबिलिटी ते आई नहीं, तू अपने मन भुखे नूं विजडम दा दान नहीं दिता। विजडम दा दान देना होवे ना मन भुखे नूं तां सानू कंटेंटमेंट दा भोजन देना पैंदा, मन संतोख दा भोजन। सो साडा पिछला टॉपिक लास्ट वीक संतोख सी, उसी लिंक विच असी शब्द चों अपने वास्ते डायग्नोज करन वास्ते एक होर एंगल पिकअप कीता कि इस शब्द विच कहंदे ने काम ना बिसरियो, क्रोध ना बिसरियो, लोभ ना छूटियो देवा। जे मैं धार्मिक ग्रंथ पढ़दा हाँ और मैं कामी भी हाँ, क्रोधी भी हाँ, मनु सारिया चीज़ां नेगेटिव थॉट्स मेरे बिहेवियर विच हन, तब मैं ग्रीडी भी हो गया। लोभ ना छूटियो देवा। जे मैं ग्रीडी हो गया हाँ तब ग्रीडी बंदे दी शक्ल देखने विच बारों नहीं पता लगदी कि ग्रीडी है। वो बंदा मन करके लभ अते लोभ विच फस जाता है ना, तो दूजिया दा खून चूसता है। जो इंसान दूसरिया दा खून चूसता है ना, असी उहदे आज सिम्पटम्स अपनी जगह सोच रहे हैं, विचार रहे हैं। असी गलत भी हो सकते हैं। ए सिम्पटम्स कोई विकीपीडिया ते और गूगल ते दा लिखे नहीं होए। ए सिम्पटम्स असी अपने वल्लों विचार रहे हैं कि इहदे विचों निकल के आ रहा है कि जे मैं कामी क्रोधी हाँ और उस तो बाद जे मैं लोभी हो गया हाँ, तो मैं लोभी किस तरह हाँ। लभ लोभ विच होंदा है कि बंदा चाहता है वध तो वध सब कुछ मैनू मिले, सैल्फिश होंदा है। इस तो इलावा तुहाडी चीज भी मैनू ही मिले तो उहनूं लभ कहंदे ने। सो जदों असी इस तरह हो जाइए ना
ਤਾਂ ਸਾਡਾ ਅੰਦਰੋਂ ਬਲੱਡ ਜਿਹੜਾ ਹੈ ਨਾ ਮੈਡੀਕਲ ਟਰਮ ਵਿੱਚ ਦੇਖਾਂਗੇ ਤਾਂ ਉਹ ਬਲੱਡ ਉਹੀਓ ਨਿਕਲੇਗਾ ਜਿਹੜਾ ਰੈੱਡ ਕਲਰ ਦਾ ਅਸੀਂ ਦੇਖਦੇ ਆ ਸਾਡੀ ਬਾਡੀ 'ਚ ਹੈ। ਪਰ ਉਸ ਬਲੱਡ ਨੂੰ ਧਾਰਮਿਕ ਦੁਨੀਆ 'ਚ ਕਹਿੰਦੇ ਨੇ ਉਹਨੂੰ ਲੋਭ ਰੱਤ ਚਮੜ ਗਈ। ਲੋਭ ਰੱਤ ਜਿਹਨੂੰ ਚਮੜ ਜਾਏ ਨਾ ਉਹਦਾ ਬਲੱਡ ਅੰਦਰੋਂ ਥਾਟ ਪ੍ਰੋਸੈਸ ਵਿੱਚ ਕੰਟੈਮੀਨੇਟਿਡ ਹੋ ਗਿਆ ਹੈ। ਸਪਿਰਿਚੁਅਲ ਦੁਨੀਆ ਵਿੱਚ ਉਹਦਾ ਬਲੱਡ ਜਿਹੜਾ ਨਾ ਕੰਟੈਮੀਨੇਟਿਡ ਹੋ ਗਿਆ। ਦੈਟਸ ਵਾਈ ਵਨ ਇਜ਼ ਗ੍ਰੀਡੀ। ਸੋ ਜਿਹਦਾ ਲੋਭ ਰੱਤ ਹੋ ਗਈ ਉਹ ਲੋਕਾਂ ਦਾ ਖੂਨ ਚੂਸਦਾ ਹੈ। ਤਾਂ ਅਸੀਂ ਕੱਲ ਜਦੋਂ ਇਹ ਐਂਗਲ ਡਿਸਕਸ ਕਰ ਰਹੇ ਸੀ ਤਾਂ ਉਹਦੇ ਵਿੱਚ ਆਇਆ ਹਿੰਸਾ ਤੋਂ ਮਨ ਤੇ ਨਹੀਂ ਛੁੱਟੀ। ਤੂੰ ਹਿੰਸਕ ਹੋ ਗਿਆ, ਤੂੰ ਕਰੂਅਲ ਹੋ ਗਿਆ, ਜੀ ਦਇਆ ਨਹੀਂ ਪਾਲੀ। ਜੀ ਦਇਆ ਹੁੰਦਾ ਤੂੰ ਆਪਣੇ ਉੱਪਰ ਦਇਆ ਨਹੀਂ ਕਰਦਾ ਨਾ। ਜੋ ਇਨਸਾਨ ਆਪਣੇ ਤੇ ਦਇਆ ਨਾ ਕਰਨਾ ਜਾਣਦਾ ਹੋਵੇ ਉਹ ਕ੍ਰੋਧੀ ਹੋਏਗਾ, ਗੁੱਸਾ ਕਰੇਗਾ, ਦੂਸਰਿਆਂ ਦੀ ਗਲਤੀ ਦੀ ਸਜ਼ਾ ਆਪਣੇ ਆਪ ਨੂੰ ਦੇਗਾ, ਅੱਖਾਂ ਕੱਢ ਕੇ ਪਏਗਾ, ਬੀਪੀ ਹਾਈ ਕਰ ਲੇਗਾ, ਹਾਈਪਰ ਹੋ ਜਾਏਗਾ, ਅਪਸੈਟ ਹੋ ਜਾਏਗਾ। ਉਹਨੂੰ ਸ਼ਬਦ ਵਿੱਚ ਕਹਿੰਦੇ ਨੇ ਅਨਪਾਵਨੀ ਪੱਗ, ਮਤਲਬ ਸਟੇਬਿਲਿਟੀ ਆਈ ਨਹੀਂ। ਜੋ ਇਨਸਾਨ ਆਪਣੇ ਤੇ ਦਇਆ ਨਹੀਂ ਕਰਦਾ ਉਹ ਦੇਖ ਨਹੀਂ ਰਿਹਾ ਮੇਰਾ ਬੀਪੀ ਹਾਈ ਹੋ ਰਿਹਾ, ਦੇਖ ਨਹੀਂ ਰਿਹਾ ਮੇਰੀਆਂ ਅੱਖਾਂ ਲਾਲ ਹੋ ਰਹੀਆਂ, ਦੇਖ ਨਹੀਂ ਰਿਹਾ ਉੱਚਾ ਉੱਚਾ ਬੋਲ ਕੇ ਗੁੱਸਾ ਕਰਕੇ ਦੂਸਰਿਆਂ ਨੂੰ ਉਹਦਾ ਸਿਰ ਦਰਦ ਹੋ ਰਿਹਾ, ਉਹਨੂੰ ਹਾਰਟ ਅਟੈਕ ਹੋ ਸਕਦਾ ਹੈ। ਕਈ ਲੋਕਾਂ ਦਾ ਬ੍ਰੇਨ ਹੈਮਰੇਜ ਹੁੰਦਾ ਹੀ ਇਸੇ ਕਰਕੇ ਹੈ ਕਿ ਉਹ ਦੂਸਰਿਆਂ ਨੂੰ ਬਹੁਤ ਗੁੱਸੇ ਦੇ ਨਾਲ ਲਾਊਡ ਬੋਲ ਕੇ ਪੈਂਦੇ ਨੇ, ਦੂਸਰੇ ਦਾ ਖੂਨ ਸੁਕਾ ਦਿੰਦੇ ਨੇ। ਹੈਲੋ, ਜਦੋਂ ਦੂਜਿਆਂ ਦਾ ਖੂਨ ਸੁਕਾ ਦਿੰਦੇ ਨੇ ਨਾ ਤਾਂ ਉਹ ਇਨਸਾਨ ਦਾ ਮਾਨੋ ਖੂਨ ਇਹਨਾਂ ਨੇ ਸੱਕ ਕਰ ਲਿਆ। ਤੋ ਜਦੋਂ ਅਸੀਂ ਇਹ ਵਾਲੀ ਅਵਸਥਾ ਦੇਖਦੇ ਆ ਨਾ, ਆਪਣੇ ਬਾਰੇ ਸੋਚਦੇ ਆ ਕਿ ਕੀ ਮੈਂ ਦੂਸਰਿਆਂ ਨੂੰ ਡੋਮੀਨੇਟ ਕਰਦਾ ਹਾਂ, ਕੀ ਮੈਂ ਪਰਾਇਆ ਹੱਕ ਖਾਂਦਾ ਹਾਂ। ਹੈਲੋ, we can listen to you। ਕੀ ਮੈਂ ਪਰਾਇਆ ਹੱਕ ਖਾਂਦਾ ਹਾਂ। ਤਾਂ ਕੱਲ ਅਸੀਂ ਥੋੜਾ ਜਿਹਾ ਡਿਸਕਸ ਕੀਤਾ ਸੀ ਕਿ ਜੇ ਮੰਨ ਲਿਆ ਮੈਂ ਬੌਸ ਹਾਂ, ਮੇਰੇ ਥੱਲੇ ਕੋਈ ਕੰਮ ਕਰਦੇ ਨੇ ਇਨ ਬਿਜ਼ਨਸ ਔਰ ਇਨ ਆਫਿਸ, ਜਾਂ ਮੈਂ ਹਾਊਸ ਵਾਈਫ ਹਾਂ ਪਰ ਮੇਰੇ ਥੱਲੇ ਨੌਕਰ ਚਾਕਰ ਕੰਮ ਕਰਦੇ ਨੇ, ਕੀ ਇਹ ਲੋਕਡਾਊਨ ਕਰਕੇ ਕਰੋਨਾ ਕਰਕੇ ਮੈਂ ਉਹਨਾਂ ਨੂੰ ਤਨਖਾਹਾਂ ਪੂਰੀਆਂ ਦਿੱਤੀਆਂ ਹਨ? ਅਸੀਂ ਨਹੀਂ ਦਿੱਤੀਆਂ। ਸਾਡਾ ਨੌਕਰ ਜਿਹੜਾ ਭਾਂਡੇ ਮਾਂਜਣ ਆਂਦਾ ਸੀ, ਸਫਾਈ ਕਰਨ ਆਂਦਾ ਸੀ ਜਾਂ ਆਂਦੀ ਸੀ, ਉਹਨਾਂ ਦੀ ਰੋਜ਼ੀ ਰੋਟੀ ਸਾਡੇ ਤੇ ਚੱਲਦੀ ਸੀ। ਅਸੀਂ ਉਹਨਾਂ ਨੂੰ ਤਨਖਾਹ ਦਿੰਦੇ ਸੀ, ਲੇਕਿਨ ਉਹ ਲੋਕਡਾਊਨ ਕਰਕੇ ਆ ਨਹੀਂ ਪਾਏ। ਅਸੀਂ ਉਹਨਾਂ ਦੇ ਘਰ ਰਾਸ਼ਨ ਪਾਣੀ ਵੀ ਨਹੀਂ ਭੇਜਿਆ, ਤਨਖਾਹ ਵੀ ਨਹੀਂ ਦਿੱਤੀ। ਤੇ ਜੇ ਕਿਸੇ ਨੂੰ ਤਨਖਾਹ ਦਿੱਤੀ, ਮੰਨ ਲਿਆ ਅਸੀਂ ਕਿਸੇ ਨੂੰ 100 ਰੁਪਏ ਤਨਖਾਹ ਦਿੰਦੇ ਸੀ, ਤਾਂ ਅਸੀਂ ਉਹਨੂੰ 10 ਰੁਪਏ ਜੇ ਦਈਏ, 90 ਰੁਪਏ ਕੱਟ ਲਈਏ। ਇਹ ਕਰੂਐਲਿਟੀ ਹੈ। ਮਾਨੋ ਅਸੀਂ ਉਹਦਾ ਖੂਨ ਪੀ ਗਏ, ਮਾਨੋ ਅਸੀਂ ਉਹਦਾ ਪਰਾਇਆ ਹੱਕ ਖਾ ਗਏ। ਅੱਜ ਹਰ ਬਿਜ਼ਨਸਮੈਨ ਕਰੋੜਾਂ ਕਮਾ ਕੇ ਆਪਣੇ ਐਮਪਲੋਈਜ਼ ਉੱਤੇ, ਆਪਣੇ ਵਾਸਤੇ ਤਾਂ ਉਹਨੇ ਕਰੋੜਾਂ ਬੈਂਕ ਬੈਲੈਂਸ ਬਣਾ ਲਏ, ਮੈਨੀ ਪ੍ਰਾਪਰਟੀਜ਼ ਲੈ ਲਈਆਂ, ਲੇਕਿਨ ਆਪਣੇ ਐਮਪਲੋਈਜ਼ ਦੇ ਨਾਲ ਮਿਲ ਕੇ ਉਹਨੇ ਕਰੋੜਾਂ ਕਮਾਏ ਸੀ, ਉਹਨਾਂ ਦੀ ਤਨਖਾਹਾਂ ਪੂਰੀਆਂ ਨਹੀਂ ਦੇ ਰਿਹਾ ਨਾ ਅੱਜ ਦਾ ਬਿਜ਼ਨਸਮੈਨ। ਉਹਨੇ ਆਪਣੇ ਆਪ ਨੂੰ ਸਮਝਾ ਲਿਆ ਆਮ ਜਸਟੀਫਾਈਡ। ਉਹ ਧਾਰਮਿਕ ਸਥਾਨ ਤੇ ਜਾ ਕੇ 100 ਬੰਦਿਆਂ ਦਾ ਲੰਗਰ ਦੇ ਆਏਗਾ, ਕਹੇਗਾ ਮੈਂ ਦਾਨ ਪੁੰਨ ਕਰ ਲਿਆ, ਮੈंने ਆਪਣੇ ਪਾਪ ਧੋ लिए। ਪਰ ਜਿਹੜੇ ਬੰਦੇ ਕੋਲ ਬੈਠੇ ਨੇ, ਜਿਹੜੇ ਬੰਦੇ ਉਹਦੇ ਥੱਲੇ ਕੰਮ ਕਰਦੇ ਨੇ, ਉਹਨਾਂ ਨੂੰ ਤਨਖਾਹ ਤੇ ਪੂਰੀ ਦੇਣੀ ਚਾਹੀਦੀ ਸੀ। ਸੋ ਉਹ ਆਪਣੇ ਆਪ ਨੂੰ ਜਸਟੀਫਾਈ ਕਰ ਲੈਂਦਾ ਕਿ ਮੇਰੇ ਕਰੋੜਾਂ ਘੱਟ ਨੇ, ਜੇ ਇਹਨਾਂ ਦੀ ਮੈਂ ਲੱਖ ਰੁਪਇਆ ਤਨਖਾਹ ਦੇ ਦਾਂਗਾ ਟੋਟਲ ਆਪਣੇ ਸਾਰੇ ਐਮਪਲੋਈਜ਼ ਨੂੰ, ਤੇ ਮੈਂ ਗਰੀਬ ਹੋ ਜਾਵਾਂਗਾ। ਇਹ ਪਰਾਇਆ ਹੱਕ, ਲੋਭ ਰੱਤ ਲੱਗ ਗਈ ਹੈ ਜੀਵ ਨੂੰ। ਜਦੋਂ ਲੋਭ ਰੱਤ ਲੱਗ ਜਾਏ ਨਾ ਇਨਸਾਨ ਨੂੰ, ਤਾਂ ਇਨਸਾਨ ਪਤਾ ਕੀ ਕਰਦਾ ਹੈ? ਡੋਮੀਨੇਟ ਕਰਦਾ ਹੈ, ਗੁੱਸਾ ਕਰਦਾ ਹੈ, ਉਹਨਾਂ ਦੀਆਂ ਗਲਤੀਆਂ ਕੱਢਦਾ ਹੈ, ਉਹਨਾਂ ਦੀ ਕੀਤੀ ਨੂੰ ਜਾਣਦਾ ਨਹੀਂ ਹੈ, ਉਹਨਾਂ ਨੂੰ ਹਮੇਸ਼ਾ ਕਹਿੰਦਾ ਆਈ ਐਮ ਮਿਸਟਰ ਰਾਈਟ, ਉਹਨਾਂ ਨੂੰ ਨੀਵਾਂ ਪਾਉਂਦਾ ਹੈ, ਉਹਨਾਂ ਨੂੰ ਹਮੇਸ਼ਾ ਸ਼ੋਅ ਕਰਦਾ ਹੈ ਤੁਸੀਂ ਘਟੀਆ ਹੋ। ਉਹਨਾਂ ਨੂੰ ਨੀਵੀਂ ਜ਼ਾਤ ਦਾ ਕਹਿਣਾ ਸ਼ੁਰੂ ਕਰ ਦਿੰਦਾ, ਆਪਣੀ ਜ਼ਾਤ ਉੱਚੀ ਕਰ ਲੈਂਦਾ ਹੈ, ਆਪਣੇ ਆਪ ਨੂੰ ਧਰਮੀ ਸ਼ੋਅ ਕਰਕੇ ਉਹਨਾਂ ਨੂੰ ਪਾਪੀ ਲੇਬਲ ਕਰ ਦਿੰਦਾ। ਇਹ ਸਾਰੇ ਸਿੰਪਟਮ
ਇੱਕ ਜਗ੍ਹਾ ਗੁਰੂ ਸਾਹਿਬ ਸ਼ਬਦ ਵਿੱਚ ਕਹਿੰਦੇ ਨੇ, एक स्वान दो स्वानी नाल भलके भौंके सदा ब्याल। ਇਹਦਾ मीनिंग की होया, एक स्वान दो स्वानी नाल, मैंने अपने साथ एक कुत्ता और एक कुत्ती रखी हुई है। अपने थॉट प्रोसेस में, अपने एटीट्यूड में, भलके भौंके सदा ब्याल, वो हमेशा मैं अपने साथ रखता हूं और लोगों को ऐसे भौंकता हूं। कुत्ता कुत्ती रखे हुए ने मैं, आशा तृष्णा वाले, और मैं लोकां नूं पैंदा हां, भावे मेरे एम्प्लॉइज होन, भावे मेरे पति पत्नी होन, भावे मेरे बच्चे होन, भावे समाज विच होवे, भावे रिक्शा टैक्सी वाला। भलके भौंके सदा बयाल, मनु व्याकुल करदे ने, और व्याकुल करके वो कुत्ता कुत्ती लोकां ते मैं भौंक के पैंदा हां। दिस इज क्रूएलिटी। अमन जी, जदों साडी कोई गलती कड्डे है ना, सानू चंगा नहीं लगदा, राइट, असी छेती नाल ओदा नुक्स कढ दिंदे हां। तुम भी तो ऐसे करते हो, तूने भी तो ऐसे किया था, एकदम ओदा नुक्स कढ दिया ना। राइट, this is creating my cruelty। मेरा क्रुएलिटी का लेवल बढ़ता जा रहा है। क्रुएलिटी स्टार्ट्स, क्रुएलिटी की मेरी ट्रेन शुरू हो गई। अब इसमें डब्बे लगते जाएंगे, मैं ऊंचा बोलता जाऊंगा। कल असी डिस्कस किया सी, कदी पति ऊंचा बोलता है, कदी पत्नी ऊंचा बोलती है, कदी दोनों मिलके बच्चियां ते ऊंचा बोलते ने, कदे नूह सस नाल ऊंचा बोलती है, कदे बच्चियां नाल ऊंचा बोलते ने। लेकिन बच्चे वड्डे होके मां प्यो नूं गल नहीं करन देंदे ने, वो भी ऊंचा बोलते ने। Mom, you don't know. Dad, you please don't give me lecture. It's better I will sit in my room. ਜਦੋਂ ਉਹ ਗੁੱਸੇ ਦੇ ਨਾਲ ਆਪਣਾ ਡੋਰ ਬੰਦ ਕਰਦੇ ਨੇ, ਖੜਕ, ਤੁਸੀਂ, ਮੈਂ, ਪਤੀ ਪਤਨੀ, ਦੁਨੀਆ ਦਾ ਕੋਈ ਵੀ ਇਨਸਾਨ अपना डोर गुस्से दे नाल बंद करता है ना, एक क्रुएलिटी का है जी। सिर्फ बकरी, गां या पैर थले कीड़ी मारन नूं क्रुएलिटी थोड़ा कहंदे ने। हक पराया नानका उस सुअर उस गाय गुरपीर हामा ता भरे जा मुर्दार ना खाए। असी तो मुर्दार खा लिया। उथे कहंदे ने गुरु साहब कहंदे ने एक स्वान दो स्वानी नाल पलके भौंके सदा ब्याल, कूड़ छुरा। मेरे पास छुरा है, नाइफ है, पता क्या जी, मैं ऐसा बार्बरिक एक्शन वाला बिहेवियर करता हूं। मुठा मुर्दार, मैं ठगी करदा, ताणक रूप रहा करतार। ਅਸੀਂ ਸਾਰੇ ਇਸ ਦੁਨੀਆ ਵਿੱਚ ਉਹ ਜਿਹੜਾ ਉਹ ਖੇਤਾਂ ਵਿੱਚ ਬੰਨਿਆ ਹੁੰਦਾ ਨਾ ਸਕੇਅਰ ਕਰੋ, ਉਹਨੂੰ ਕਹਿੰਦੇ ਨੇ ਜਿਉਂ ਡਰਨਾ ਖੇਤ ਮਾਏ ਡਰਾਇਆ। ਅਸੀਂ ਇੱਕ ਦੂਜੇ ਨੂੰ ਡਰਾਉਂਦੇ ਆ ਨਾ, ਉਹ ਸਕੇਅਰ ਕਰੋ ਬਣੇ ਹੋਏ ਆ ਨਾ, ਤਾਂ ਅਸੀਂ ਕਰੂਅਲ ਤੇ ਆ, ਹੋਰ ਕੀ ਹੈ। ਰਾਈਟ। ਅਸੀਂ ਘਰ ਆਂਦੇ ਆ, ਅਸੀਂ ਸੁੱਜੇ ਸੁੱਜੇ ਰਹਿੰਦੇ ਆ, ਉਦਾਸ ਉਦਾਸ ਰਹਿੰਦੇ ਆ, ਨਾਰਾਜ਼ ਨਾਰਾਜ਼ ਰਹਿੰਦੇ ਆ, ਬਾਹਰ ਲੋਕਾਂ ਨਾਲ ਮਿੱਠੀਆਂ ਗੱਲਾਂ ਕਰਦੇ ਆ। ਤੁਸੀਂ ਕਦੀ ਨੋਟਿਸ ਕੀਤਾ, ਅਸੀਂ ਪਤੀ ਪਤਨੀ ਵੀ ਇੰਜ ਕਰਦੇ ਆ, ਪਰ ਬੱਚੇ ਵੀ ਇੰਜ ਕਰਦੇ ਨੇ। ਫਰੈਂਡਸ ਦੇ ਨਾਲ ਬੜੀ ਮਿੱਠੀ ਗੱਲ ਕਰ ਰਹੇ ਹੁੰਦੇ ਨੇ ਫੋਨ ਤੇ, ਆਪਣੇ ਦੋਸਤਾਂ ਨਾਲ ਬਾਹਰ ਘੁੰਮ ਕੇ ਬੜੇ ਪਿਆਰ ਨਾਲ ਹੱਸ ਖੇਡ ਕੇ ਆਏ ਨੇ। ਘਰ ਆਉਣ ਸਾਰ ਉਹਨਾਂ ਨੂੰ ਮੰਮੀ ਪਾਪਾ ਤੇ ਗੁੱਸਾ ਚੜ ਜਾਂਦਾ। They don't want to talk at all. ਇਹਨੂੰ ਕਹਿੰਦੇ ਨੇ ਖੂਨ ਚਿੱਟਾ ਹੋ ਗਿਆ, blood contaminated ਹੋ ਗਿਆ। You are bound to practice barbaric actions.
ਰਾਈਟ ਵੀਰ ਜੀ। ਸੋ ਅਸੀਂ ਕੱਲ ਇਹ ਵੀ ਡਿਸਕਸ ਕੀਤਾ ਸੀ ਕਿ ਜਦੋਂ ਬਾਬਰ ਆਇਆ ਸੀ ਇੱਥੇ ਉਹਨੇ ਲੋਕਾਂ ਨੂੰ ਮਾਰਿਆ, ਉਹ ਲੋਕਾਂ ਦਾ ਦਰਅਸਲ ਖੂਨ ਚੂਸ ਗਿਆ। ਅੱਜ ਮੈਂ ਮਲਕ ਭਾਗੂ ਬਣਿਆ ਹੋਇਆ, ਅੱਜ ਮੈਂ ਬਾਬਰ ਬਣਿਆ ਹੋਇਆ, ਅੱਜ ਮੈਂ ਜਹਾਂਗੀਰ ਬਣਿਆ ਹੋਇਆ, ਅੱਜ ਮੈਂ ਮਲਕ ਭਾਗੂ ਬਣਿਆ ਹੋਇਆ, ਜੀ ਵੀਰ ਜੀ। ਅੱਜ ਮੈਂ ਔਰੰਗਜ਼ੇਬ ਬਣਿਆ ਹੋਇਆ, ਅੱਜ ਮੈਂ ਲੋਕਾਂ ਦੇ ਨਾਲ ਬਾਰਬਰਿਕ ਐਕਸ਼ਨਸ ਕਰ ਰਿਹਾ, ਆਪਣੇ ਛੋਟੇ ਛੋਟੇ ਰਿਸ਼ਤਿਆਂ ਵਿੱਚ, ਆਪਣੀ ਰਿਲੇਸ਼ਨਸ਼ਿਪਸ ਵਿੱਚ, ਆਪਣੀ ਫਰੈਂਡਸ਼ਿਪਸ ਵਿੱਚ ਕਰ ਰਿਹਾ ਨਾ। ਜੀ ਸਾਡੇ ਕੋਲ ਕੁਐਸਚਨ ਆ ਰਹੇ ਨੇ ਕੁਝ, ਮੈਂ ਜੁਝਾਰ ਵੀਰ ਜੀ ਨੂੰ ਕਹਾਂਗਾ ਕਿ ਪਲੀਜ਼ ਟੇਕ ਦ ਕੁਐਸਚਨ। ਜੀ ਜੁਝਾਰ ਜੀ। ਜੁਝਾਰ ਜੀ। या जी जी एक मदर पूछ रहे ने कि मैं हुने नवी मम बनी है ते हाउ कैन बी अ गुड मॉम, आई वांट माय चाइल्ड टू बी गिवन गुड वैल्यूज एंड ਉਹਦੇ ਨਾਲ ਮੈਂ ਕ੍ਰੂਅਲ ਨਾ ਹੋਵਾਂ, ਉਹਦੇ ਵਾਸਤੇ ਮੈਂ ਕੀ ਕਰਾਂ? ਉਹਨਾਂ ਨੂੰ ਫਿਲਹਾਲ ਅਸੀਂ ਨਹੀਂ ਰਿਕੁਐਸਟ ਕਰ ਸਕਦੇ ਹਾਂ। ਜੇ ਉਹਨਾਂ ਨੂੰ ਆਪਣਾ ਕਰੂਐਲਿਟੀ ਦਾ ਐਟੀਟਿਊਡ ਵਾਲਾ ਆਪਣੀ ਪਰਸਨੈਲਿਟੀ ਬਾਰੇ ਕੁਝ ਸਮਝ ਆਇਆ ਤੇ ਉਹ ਅੱਜ ਮੈਕਸਿਮਮ ਇਸ ਪ੍ਰੋਗਰਾਮ ਚੋਂ ਜੋ ਅਸੀਂ ਨੈਗੇਟਿਵਸ ਡਿਸਕਸ ਕਰ ਰਹੇ ਹਾਂ ਨਾ, ਉਹਨਾਂ ਦੀ ਚੈੱਕ ਲਿਸਟ ਬਣਾ ਲੈਣ ਕਿ ਮੈਂ ਇਹ ਵੀ ਨਹੀਂ ਕਰਨਾ, ਇਹ ਵੀ ਨਹੀਂ ਕਰਨਾ, ਇਹ ਵੀ ਨਹੀਂ ਕਰਨਾ, ਇਹਦੇ ਨਾਲ ਮੈਂ ਹੋਰ ਕਰੂਅਲ ਹੋ ਜਾਵਾਂਗੀ, ਹੋਰ ਮੈਂ ਰੀਇਨਫੋਰਸਡ ਹੋ ਜਾਵਾਂਗੀ ਕਰੂਐਲਿਟੀ ਦੇ ਸਬਜੈਕਟ ਵਿੱਚ। ਨਹੀਂ, ਮੈਨੂੰ ਆਪਣੇ ਐਂਕਰ ਉਹਦੇ ਤੋਂ ਛੁਡਾਣੇ ਨੇ, ਕਲਚਸ ਛੁਡਾਣੇ ਨੇ, और मैं क्रूएलिटी तो आजाद होना है। सो शी शुड स्टार्ट प्रैक्टिसिंग प्यार। नीवा बोल, लाउड बोलना छोड़ दइए। हेलो बच्चे ਨੂੰ ਦੂਸਰਿਆਂ ਦੇ ਸਾਹਮਣੇ ਲੈਟ ਡਾਊਨ ਕਰਦੇ ਆ, ਉਹ ਕਰਨਾ ਛੋੜ ਦਈਏ। ਬੱਚੇ ਨੂੰ ਹੋਮਵਰਕ और खान पीन ਦੀਆਂ ਚੀਜ਼ਾਂ ਉੱਤੇ ਗੱਲ ਤੇ ਗੁੱਸਾ ਕਰਦੇ ਆ, ਕਰਨਾ ਛੋੜ ਦੀ। ਠੀਕ ਹੈ, ਚਲੋ ਲੈਟ ਮੀ ਕਮ ਟੂ ਮਾਈ ਸਬਜੈਕਟ। ਥੈਂਕਸ ਫॉर द क्वेश्चन ਜਿਨ੍ਹਾਂ ਨੇ ਵੀ ਕੀਤਾ। ਕੂੜ ਛੁਰਾ ਮੁੱਠਾ ਮੁਰਦਾਰ, ਮੈਂ ਠੱਗੀ ਕਰਦਾ ਔਰ ਮੈਂ ਇਸ ਤਰ੍ਹਾਂ ਲੋਕਾਂ ਨੂੰ ਇੰਜ ਕਰਦਾ। ਹੁਣ ਕਹਿੰਦੇ ਨੇ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ ਹੋ ਤਾਣਕ, ਵਿਕੜੇ रूप रहा विकराल, मैंने विकराल रूप धार लिया है, मैं ऐसे आकड़ के चलता हूँ चारों तरफ, मैं बंदे को बंदा ही नहीं समझता, अपने आप को ऊंची जात वाला समझता हूँ, दूसरों को नीवी जात वाला समझता हूँ, अपने आप को ईमानदार समझता हूँ, लोगों को बेईमान समझता हूँ। मेरे को सतो रोग की बीमारी हो गई है, रजो तमो सतो 3 रोग होते हैं ना, मेरे को सतो रोग की बीमारी हो गई है। मैं बड़ा सच्चा। क्रूएलिटी स्टार्ट्स, ब्लड कंटेमिनेटेड है, मैं बाबर बन गया, बारबरिक एक्शन करांगा। इस करके कल मैं गल साझ की सी कि वो जिहड़ा शब्द है शरम धरम दो छप लो, कूड़ फिरे प्रधान में ला लो, कूड़ मेरी उत्ते छा गई, मैं क्रूअल हो गया। मेरा मन कुंवर रोटी खाएगा ही नहीं, कुंवर ना रोटी खाए। बाबर वाणी फिर गई, मेरे उत्ते बाबर वाणी फिर गई ना, तब मैं क्रूअल हो गया। हुण मैं बारबरिक एक्शन करांगा। हुण मैं लोकां नाल प्यार नाल नम्रता नाल मिठा बोलदा ही नहीं, घर भी मिठा नहीं बोलदा, प्यार नौकरां नूं झाड़ के गुस्से दे नाल बोलदा, हमेशा उन्हां दा नुक्स कढदा, बाणा लभदा कि तुहाडी तनख्वाह किवें कटनी है, सजा किवें देनी है, नौकरी तो किवें कढना है। क्रूअल है ना मैं। सो ताणक बिगड़े रूप रहा विकराल बना लिया। क्यों? क्योंकि मैं एक कुत्ता कुत्ती अपने नाल रखे हुए ने एटीट्यूड विच। मैं भौंकदा, मैं अखां दे नाल, मैं बॉडी लैंग्वेज एरोगेंस शो करदा हां, मैं एंगर शो करदा हां, अखां दे नाल लेट डाउन कर दिंदा हां, किसी नूं मैं घूर के अखां नाल देखदा हां, खून सुका दिंदा मैं ओदा। ਇਹ ਸਾਰੇ ਜਿੱਤੇ ਸਿੰਪਟਮਸ ਮੈਂ ਡਿਸਕਸ ਕਰ ਰਿਹਾ ਨਾ, ਅੱਜ ਮੈਨੂੰ ਕਿਸੇ ਨੇ ਕਿਹਾ ਵੀਰ ਜੀ ਸੋਲੂਸ਼ਨ, ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਸੋਲੂਸ਼ਨ ਹੀ ਨੇ। ਜਦੋਂ ਮੈਂ ਕਿਸੇ ਨੂੰ ਕਹਾਂ ਕਾਰ ਤੇਜ਼ ਚਲਾने से एक्सीडेंट हो जाता है, ਤਾਂ एक्सीडेंट ਤੇ नेगेटिव है, मैसेज ਲੈਣ ਵਾਲਾ ਤਾਂ ਫਿਰ ਇਹ ਸੋਚੇਗਾ ਨਾ ਕਾਰ तेज नहीं चलानी चाहिए। सोल्यूशन है ना अमनदीप से, यस राइट वीर, यस, कार तेज नहीं चलानी चाहिए। सो हिंसा तो मानते नहीं छूटी, जी दया नहीं पाली।
ਅਸੀਂ ਸਤਸੰਗ ਵੀ ਕਰਦੇ ਹਾਂ, ਧਾਰਮਿਕ ਦੁਨੀਆ ਤੇ ਵੀ ਜਾਂਦੇ ਹਾਂ, ਤਾਂ ਉਹਦੇ ਵਿੱਚ ਫਿਰ ਕਹਿੰਦੇ ਨੇ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ। ਅਸੀਂ ਪੁਨੀਤ ਵੀ ਨਹੀਂ ਹੋਏ, ਅਪਵਿੱਤਰ ਹੋ ਗਏ। एक बस तू बूझे ता होवे पाक, बिन बूझे तू सदा ना पाक। धार्मिक स्थान ते जा, जिथे मर्जी जाके नहा, जेड़े मर्जी सरोवरां च नहा, जेड़े मर्जी तू अपने कर्मकांड पाखंड तीर्थां ते नहाण दे कर ले। नावण चले तीर्थी मन खोटे तन चोर, यू आर क्रूअल। मैं जेड़ा यू आर बोल रहा ना, ऐसी सारियां वास्ते है ना। सो असी जदों क्रूअल हो गए, ਇਹਦੇ ਨਾ ਛੋਟੇ ਛੋਟੇ ਹੋਰ ਪੁਆਇੰਟਸ ਬਣ ਸਕਦੇ ਨੇ। ਫਰਜ਼ ਕਰੋ ਅਮਨ ਜੀ, ਤੁਸੀਂ ਟੀਵੀ ਤੇ ਕਦੀ ਬਹਿਸ ਦੇਖੀ ਜਦੋਂ 4-5 ਬੰਦੇ ਸਕਰੀਨ ਤੇ ਦਿਖਾਉਂਦੇ ਨੇ? ਜੀ ਹੈ ਨਾ। ਜੇ ਮੈਂ ਸਕਰੀਨ ਤੇ ਬੋਲ ਰਿਹਾ, ਸਕਰੀਨ ਤੇ ਦੂਜੇ ਬੰਦੇ ਨੂੰ ਮੈਂ ਝੂਠਾ ਪਾ ਰਿਹਾ, ਉਸ ਦੂਜੇ ਬੰਦੇ ਨੂੰ ਮੈਂ ਬੁਰਾ ਭਲਾ ਕਹਿ ਰਿਹਾ, ਉਸ ਦੂਜੇ ਬੰਦੇ ਦੀ ਸਾਰੀ ਦੁਨੀਆ ਦੇ ਸਾਹਮਣੇ ਮੈਂ ਪੱਤ ਲਾ ਰਿਹਾ, ਇਹਦਾ ਮਤਲਬ ਮੇਰਾ ਐਟੀਟਿਊਡ ਕਰੂਅਲ ਹੈ। ਰਾਈਟ। ਐਮ ਆਈ ਰਾਈਟ? ਰਾਈਟ। ਅੱਛਾ, ਅਸੀਂ ਉਹਨਾਂ ਨੂੰ ਤੇ ਟੀਵੀ ਵਾਲਿਆਂ ਨੂੰ ਤੇ ਕੁਝ ਕਹਿ ਨਹੀਂ ਸਕਦੇ ਜੀ। ਅਸੀਂ ਕਮ ਸੇ ਕਮ ਇਹ ਸਿੱਖ ਸਕਦੇ ਹਾਂ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਦੂਜੇ ਬੰਦੇ ਨੂੰ ਮੌਕਾ ਦਿਆਂਗਾ ਬੋਲਣ ਦਾ, ਫਿਰ ਗ੍ਰੇਸਫੁਲੀ ਮੈਂ ਆਪਣਾ ਪੱਖ ਰੱਖਾਂਗਾ। ਮੈਂ ਕੋਈ ਇੱਥੋਂ ਜਿੱਤ ਕੇ ਕੋਈ ਕੱਪ ਲੈ ਕੇ ਉੱਪਰ ਰੱਬ ਜੀ ਦੀ ਦਰਗਾਹ 'ਚ ਤੇ ਜਾਣਾ ਨਹੀਂ ਹੈ। ਰਾਈਟ। ਸਾਨੂੰ ਜਿੱਤ ਹਾਰਦੀ ਪਈ ਹੋਈ ਹੈ। ਇਸੀ ਕਰਕੇ ਉਹ ਜਦੋਂ ਬਹਿਸਾਂ ਕਰਦੇ ਨੇ, ਦੂਜੇ ਨੂੰ ਵਾਰੀ ਨਹੀਂ ਦਿੰਦੇ। ਉਹਦੀ ਗੱਲ ਜਿੱਥੇ ਜਸਟੀਫਾਈ ਹੋਣ ਲੱਗੀ, ਉਹ ਪੂਰਾ ਇੱਕਦਮ ਜ਼ੋਰ ਦੀ ਬੋਲ ਕੇ ਉੱਚਾ बोलते ने। इसका मतलब हम लोग जब घरों में एक दूसरे को बोलने नहीं देते हैं, या हम कहते हैं you have to listen what I am saying, ਜਦੋਂ ਐਂਡ ਕਹਿੰਦੇ no you have to listen, ਜਦੋਂ ਐਂਡ ਕਰਦੇ ਆ ਨਾ, ਇਹ ਕ੍ਰੂਐਲਿਟੀ ਦੀ ਟ੍ਰੇਨ ਦਾ ਹੀ ਡੱਬਾ ਹੈ। ਜੀ ਜੀ ਜੀ। ਮੇਕ ਸੈਂਸ? ਯੈਸ ਜੀ। ਸੋ ਮੈਂ ਇਸ ਪੁਆਇੰਟ ਨੂੰ ਹੋਰ ਮੈਂ ਇਹਦੇ ਵਿੱਚ ਕੁਝ ਸਾਂਝ ਪਾਵਾਂ ਆਪਦੇ ਨਾਲ। ਮੈਂ ਸੋਚ ਰਿਹਾ ਸੀਗਾ ਕਿ ਅਸੀਂ ਕਰੂਅਲ ਕਦ ਹੁੰਦੇ ਹਾਂ। ਕੱਲ ਦਾ ਵੀ ਸੈਸ਼ਨ ਸੁਣਿਆ ਤੇ ਉਸ ਤੋਂ ਬਾਅਦ ਕਾਫੀ ਚੀਜ਼ਾਂ ਰਿਅਲਾਈਜ਼ ਹੁੰਦੀਆਂ ਕਿ ਅਸੀਂ ਕਿਤੇ ਕਿਤੇ ਗਲਤ ਹੋ ਜਾਂਦੇ ਹਾਂ, ਕਰੂਅਲ ਹੋ ਜਾਂਦੇ ਹਾਂ। ਸੋ we basically get cruel when people don't work according to us। ਤੁਸੀਂ ਜਿਹੜੀ ਗੱਲ ਉਹਨੇ ਕੀਤੀ ਹੈ ਕਿ ਜਦੋਂ ਮੇਰੇ ਹਿਸਾਬ ਨਾਲ ਕੰਮ ਨਹੀਂ ਹੋ ਰਿਹਾ, ਮੈਂ ਇਰੀਟੇਟ ਹੋ ਜਾਂਦਾ, ਮੈਂ ਉਹਦੀ ਗੱਲ ਨੂੰ ਉੱਥੇ ਕੱਟ ਦਿੰਦਾ ਕਿ ਨਹੀਂ ਇਹ ਤਾਂ ਨਹੀਂ ਹੈਗਾ। Listen to me, I dominate there because I want to win। ਮੈਨੂੰ ਰਾਜ ਜੋਗ ਦਾ ਜਿਹੜਾ ਭੂਤ ਚੜਿਆ ਹੋਇਆ ਉਹ ਮੈਨੂੰ ਤੰਗ ਕਰ ਰਿਹਾ ਹੁੰਦਾ ਕਿ ਨਹੀਂ ਮੇਰੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ। So I really get cruel in that situation। So ਸਭ ਦੇ ਆਪਣੇ ਕਰਮ ਹਨ, ਪਰ ਸਵਾਲ ਇਹ ਖੜਾ ਹੁੰਦਾ ਹੈ ਕਿ we all are interconnected। ਹੁਣ ਸਭ ਤੋਂ ਵੱਡਾ ਸਵਾਲ ਹੈ ਸਾਡੇ ਸਾਹਮਣੇ ਸਭ ਆਏਗਾ ਹੁਣ ਕਿ ਅਗਰ ਕੋਈ ਡੋਮੀਨੇਟ ਕਰਦਾ ਤਾਂ ਉਹਨੂੰ ਕਰਨ ਦੇਈਏ। ਦੂਜਾ ਡੋਮੀਨੇਟ ਕਰਦਾ ਜਾ ਰਿਹਾ ਸੇ ਹੁਣ ਮੈਂ ਉਹਨੂੰ ਕਿਵੇਂ ਸਿਚੁਏਸ਼ਨ ਨੂੰ ਸੰਭਾਲਾਂ। ਜਿਵੇਂ ਅਸੀਂ ਇਹ ਵੀ ਸਮਝਦੇ ਹਾਂ ਕਿ ਜੇ ਸਾਹਮਣੇ ਵਾਲੇ ਦੋ ਬੰਦੇ ਗਾਲਾਂ ਕੱਢਦੇ ਚੰਗੇ ਨਹੀਂ ਲੱਗ ਰਹੇ ਤੇ ਮੈਂ ਵੀ ਚੰਗਾ ਨਹੀਂ ਲੱਗਾਂਗਾ, ਉਸ ਤਰ੍ਹਾਂ ਡੋਮੀਨੇਟ ਕਰਦੇ ਜੇ ਸਾਹਮਣੇ ਵਾਲਾ ਚੰਗਾ ਨਹੀਂ ਲੱਗ ਰਿਹਾ ਨਾ ਤੇ ਮੈਂ ਵੀ ਚੰਗਾ ਨਹੀਂ ਲੱਗਾਂਗਾ। ਇਹ ਮੇਰੇ ਕਰਮ ਨੇ ਕਿ ਮੈਂ ਕੀ ਕਰਦਾ, ਮੈਂ ਕੀ ਸਿੱਖਦਾ। ਅਸੀਂ ਲਿਵਿੰਗ ਟ੍ਰੈਜਰ ਵਿੱਚ ਇਹੀ ਸਿੱਖਦੇ ਪਏ ਹਾਂ। ਇਟ ਇਜ਼ ਅ ਵਰਕਸ਼ਾਪ ਟੂ ਆਪਣੀ ਘਾੜਤ ਘੜਨ ਲਈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੁਣ ਅਸੀਂ ਆਪਣੇ ਘਰ ਵਾਲਿਆਂ ਦੇ ਸੁਧਾਰਨ ਵਾਸਤੇ ਕੋਈ ਠੇਕਾ ਨਹੀਂ ਚੁੱਕਿਆ, ਅਸੀਂ ਆਪਣੇ ਆਪ ਨੂੰ ਸੁਧਾਰਨ ਦਾ ਚੇਸ਼ਟਾ ਨਹੀਂ ਕਰਦੇ, ਕੋਸ਼ਿਸ਼ ਨਹੀਂ ਕਰਦੇ ਹੈਗੇ। ਜੇ ਕੋਸ਼ਿਸ਼ ਕਰੀਏ ਤੇ ਆਪਣੇ ਰਿਸਪੌਂਸਿਬਿਲਿਟੀ ਅਸੀਂ ਆਪ ਲਵਾਂਗਾ ਕਿ ਮੈਂ ਜੋ ਗੁੱਸਾ ਕਰ ਰਿਹਾ ਇਹਦੇ ਰਿਜ਼ਲਟੈਂਟਸ ਔਰ ਇਹਦੇ ਰਿਪਰਕਸ਼ਨਸ ਵੀ ਮੈਨੂੰ ਹੀ ਫੇਸ ਕਰਨੇ ਪੈਣਗੇ। ਮੈਂ ਪਾਸਟ ਵਿੱਚ ਕੁਝ ਐਕਸ਼ਨਸ ਕੀਤੇ ਨੇ ਤੇ ਉਹਦੇ ਜਦ ਪ੍ਰੈਜ਼ੈਂਟ ਵਿੱਚ ਰਿਪਰਕਸ਼ਨਸ ਆਉਂਦੇ ਤੇ ਅਕਸਰ ਅਸੀਂ ਕਹਿ ਦਿੰਦੇ ਹਾਂ ਤੁਸੀਂ ਪਾਸ ਦੀ ਗੱਲ ਨਾ ਕਰੋ। ਪਾਸ ਦੀ ਗੱਲ ਕਰਨ ਦਾ ਸਿਰਫ ਤਰੀਕਾ ਔਰ ਨਜ਼ਰੀਆ ਹੁੰਦਾ ਹੈ ਕਿ ਉਸ ਵਕਤ ਇਹ ਗੱਲ ਹੋਈ ਸੀ ਜਿਹਦਾ ਰਿਪਰਕਸ਼ਨ ਹੈ ਤੇ ਇਸ ਗੱਲ ਨੂੰ ਇਸ ਤਰ੍ਹਾਂ ਸਮਝ ਕਿ ਉਸ ਟਾਈਮ ਇਹ ਗਲਤ ਕੰਮ ਹੋਇਆ ਸੀ, ਉਹਦਾ ਰਿਜ਼ਲਟੈਂਟ ਇਹ ਆਇਆ। ਬਟ ਜਿਹੜਾ ਸਾਹਮਣੇ ਸੁਣਨ ਵਾਲਾ ਨਹੀਂ ਹੁੰਦਾ
वो कहते नहीं 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 नहीं, प्रेजेंट की बात करो, हम प्रेजेंट में जीने की बात करेंगे. We forget about past, but we have to take the results of what we have sowed. So whatever we, ਅਸੀਂ ਬਾੜੀ ਚ ਪੜਦੇ ਜੇਹਾ ਬੀਜੇ ਸੋ ਲੂੜੇ ਕਰਮਾ ਸੰਦਵਾ ਖੇਤ. So whatever I sow, so shall I reap. ਮੇਰੇ ਕਰਮ ਚੰਗੇ ਹੋਣਗੇ ਮੈਂ ਚੰਗਾ ਪਾਵਾਂਗਾ, ਜੇ ਨਹੀਂ ਹੋਣਗੇ ਤੇ ਮੈਂ ਉਹਦੇ ਰਿਜ਼ਲਟੈਂਟਸ ਨੂੰ ਫੇਸ ਕਰਾਂਗਾ ਹੀ ਕਰਾਂਗਾ. ਜੋ ਮੈਂ ਕੀਆ, ਗੁਰਬਾਣੀ ਕਹਿੰਦੀ ਨਾ ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪ ਨੜਿਆ. ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ दीजिए. when we admit our mistakes कि हाँ मेरी गलती है, तो मैं नीवा हुंदा, मैं हम्बल हुंदा, मैं मॉडेस्ट हुंदा कि हाँ चलो लेट्स फाइंड आउट. बट जब मैं अपनी रिस्पॉन्सिबिलिटी दूसरे ते थ्रो करदा, then मैनू डोमिनेशन दा भूत चढ़िया होया. मैं चाइल्ड साइकोलॉजी च पढ़ रहा सीगा कि ਜਦੋਂ ਬੱਚਾ ਨਿੱਕਾ ਹੁੰਦਾ ਹੈਗਾ ਔਰ ਉਹ ਟੇਬਲ ਤੇ ਮਾਰਦਾ ਤੇ ਅਸੀਂ ਕਹਿੰਦੇ ਉਹ ਕੀੜੀ ਮਰ ਗਈ, ਆਟਾ ਗਿਰ ਗਿਆ, whatever we used to say. ਅੱਜ ਵੀ ਅਸੀਂ ਬੱਚਿਆਂ ਨੂੰ ਕਹਿੰਦੇ ਆ, we try to learn ਕਿ throw the responsibility on others. rather psychologist ਕਹਿੰਦੇ ਨੇ ਕਿ ਬੱਚੇ ਨੂੰ ਦੱਸਣਾ ਚਾਹੀਦਾ ਕਿ ਇਹ ਟੇਬਲ ਇੱਥੇ ਪਿਆ, you should be careful in walking. ਬਾਰੀ ਸਾਨੂੰ ਬਤਨ ਤੋਂ ਪਿਆ ਜਾਂਦੀ ਹੈ. ਥੈਂਕ ਥੈਂਕ ਯੂ ਜੁਝਾਰ ਜੀ. ਥੈਂਕਸ ਜੀ you can continue, but whenever you get time, ਸਾਡੇ ਨਾਲ ਰਜੌਰੀ ਤੋਂ ਸ਼ਿਵ ਜੀ ਵੀ ਲਾਈਨ ਤੇ ਹਨ ਤੇ ਅੰਕਲ ਜੀ ਆਪਣਾ ਕ੍ਰੂਐਲਿਟੀ ਬਾਰੇ ਕੋਈ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਨੇ. so whenever you feel apt, you can please call him as well. ਅਨੇ ਉਹਨਾਂ ਨੂੰ ਕਹੋ ਕਰਨ ਸ਼ੇਅਰ. ਮੈਂ ਤੇ ਬੇਨਤੀ ਕਰਾਂਗਾ ਕਿ ਉਹ ਆਪਣੀ ਵੀਡੀਓ ਔਨ ਕਰਨ, ਸਕਰੀਨ ਤੇ ਆਣ. ਅਮਨ ਜੀ ਉਹਨਾਂ ਨੂੰ ਅਨਮਿਊਟ ਕਰ ਦਿਓ, ਵੀਡੀਓ ਉਹਨਾਂ ਦੀ ਔਨ ਹੈ, ਅਨਮਿਊਟ ਕਰ ਦਿਓ ਜੀ. ਸ਼ਿਵ ਜੀ ਪਲੀਜ਼ unmute him video. please I am trying, but ਸ਼ਿਵ ਜੀ ਜੇ ਤੁਸੀਂ ਮੈਨੂੰ ਸੁਣ ਰਹੇ ਹੋ ਪਲੀਜ਼ ਅਨਮਿਊਟ. ਹਾਂਜੀ ਹੋ ਗਿਆ ਜੀ. ਹਾਂਜੀ हेलो जी 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 मैं नमस्कार जी, क्या हाल है वीर जी का बहुत बहुत धन्यवाद. बहुत अच्छा टॉपिक चुने हैं. तो मैं बड़ी शॉर्ट जरा अपना एक रियल लाइफ इंसिडेंट शेयर करना चाहूँगा. ये बहुत साल पहले की गल है. एक बहू नूं सस ने किस तरह की जिंदगी विच कीता उनके बारे दसना चाहना. बहू बेचारी स्कूल दे विच टीचर सी, 6:30 बजे घरों चलती सी और अपना 4 बजे उठ के सब दा खाना तैयार करके पैक करके बस भाग के वो 6:30 बजे बस पकड़ती सी. हेलो जी जी प्लीज प्लीज. हाँ जी बस पकड़ती सी. लेकिन ਉਹਨੂੰ ਫਿਰ ਮਹੀਨੇ ਦੇ ਜਿੰਨੇ ਹਜ਼ਾਰਾਂ ਰੁਪਏ ਆਉਂਦੇ ਸੀ ਉਹਦੇ ਚ ਕਦੇ 50 ਰੁਪਏ ਕਦੇ 100 ਰੁਪਏ ਪਕੜਾ ਦਿੱਤਾ ਜਾਂਦਾ ਕਿ ਇਹ ਤੇਰੀ ਖਰਚਾ ਹੈ ਸਾਰੇ ਮਹੀਨੇ ਦਾ. ਉਹਦਾ ਰਿਜ਼ਲਟ ਇਹ ਕਿ ਹੁੰਦਾ ਸੀ ਕਿ ਉਹ ਵਿਚਾਰੀ ਕਈ ਵਾਰੀ ਆਪਣਾ ਪੈਦਲ 10 ਕੇ 12 ਕਿਲੋਮੀਟਰ ਪੈਦਲ ਚੱਲ ਕੇ ਸਕੂਲ ਪਹੁੰਚਦੀ ਸੀ ਔਰ ਵਾਪਸੀ ਤੇ ਕਦੇ ਕੋਈ ਰਿਕਸ਼ਾ ਲੈ ਲਈ ਅੱਧੇ ਰਸਤੇ ਅੱਧੇ ਕਰਕੇ ਐਸਾ. ਔਰ ਉਹਨੇ ਕਈ ਸਾਲ ਇਹ ਚੀਜ਼ ਨੂੰ ਆਪਣਾ ਜ਼ੁਲਮ ਨੂੰ ਸਹਿਆ. ਔਰ ਮਜ਼ੇ ਦੀ ਗੱਲ ਇਹ ਹੈ ਕਿ ਉਹਦੇ ਪਤੀ ਦੇਵ ਬਿਲਕੁਲ ਚੁੱਪ ਰਹੇ ਕਿਉਂਕਿ ਉਹ ਮਾਂ ਦੇ ਅੱਗੇ ਬੋਲਣਾ ਨਹੀਂ ਚਾਹੁੰਦੇ ਸੀ. ਅੱਜ ਦੀ ਜ਼ਿੰਦਗੀ ਦੇ ਵਿੱਚ ਔਰ ਉਧਰ ਦੀ ਜ਼ਿੰਦਗੀ ਦਾ ਕੰਪੈਰੀਜ਼ਨ ਕਰਕੇ ਵੀਰ ਜੀ ਨੂੰ ਪੁੱਛਣਾ ਚਾਹਨਾ ਕਿ ਅਗਰ ਅੱਜ ਦੀ ਜ਼ਿੰਦਗੀ ਹੁੰਦੀ ਤੇ ਉਹ ਮੈਂ ਉਹਨੂੰ ਗੱਲ ਕੀਤੀ. ਮੈਂ ਕਿਹਾ ਵੀ ਤੁਸੀਂ ਇੰਨਾ ਕੁਝ ਜ਼ੁਲਮ ਸਹਿ ਰਹੇ ਹੋ, ਤੁਸੀਂ ਆਪਣਾ ਨੌਕਰੀ ਕਰ ਰਹੇ ਹੋ, ਤੁਸੀਂ ਆਪਣਾ ਗੁਜ਼ਾਰਾ ਆਪਣੇ ਆਪ ਕਰ ਸਕੋਗੇ, ਤੁਸੀਂ ਅਲੱਗ ਹੋ ਜਾਓ. ਕਹਿੰਦੇ ਨਹੀਂ ਇਹ ਸਾਡੀ ਸੁਸਾਇਟੀ ਦੀ ਰੀਤ ਨਹੀਂ ਹੈ ਕਿਉਂਕਿ ਉਸ ਵੇਲੇ ਨਾ ਤਾਂ ਕੋਈ ਡਾਈਵੋਰਸ ਦਾ ਕੋਈ ਸੋਚਦਾ ਸੀ ਜਾਂ ਕੋਈ ਅਲੱਗ ਹੋਣ ਦਾ ਸੋਚਦਾ ਸੀ. ਉਹ ਬੜੇ ਅਜੀਬ ਗਿਣਿਆ ਜਾਂਦਾ ਸੀ ਤੇ ਉਹਨਾਂ ਨੇ ਮਤਲਬ ਕਈ ਸਾਲ ਇਸ ਚੀਜ਼ ਨੂੰ ਕੀਤਾ. ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਮਨ ਨੂੰ ਕਿਸ ਤਰ੍ਹਾਂ ਲਾ ਲੈਂਦੇ ਹੋ? ਕਹਿੰਦੇ ਮੈਂ ਰਾਤ ਨੂੰ ਜਿਸ ਵੇਲੇ ਸੌਂਦੀ ਹਾਂ ਮੈਂ ਸਾਰੇ ਦਿਨ ਦੀ ਜੋ ਘਟਨਾ ਹੁੰਦੀ ਹੈ ਉਹਨਾਂ ਨੂੰ ਸਾਰਿਆਂ ਨੂੰ ਸੋਚਦੀ ਹਾਂ ਔਰ ਫਿਰ ਮੈਂ ਇਹ ਕਹਿੰਦੀ ਹਾਂ ਕਿ ਇਹ ਮੈਂ ਪਿਛਲੇ ਜਨਮ 'ਚ ਕੋਈ ਕਰਮ ਕੀਤੇ ਹੋਣਗੇ ਉਹਦਾ ਮੈਨੂੰ ਫਲ ਮਿਲ ਰਿਹਾ. ਚਲੋ ਮੈਂ ਇਸ ਜਨਮ 'ਚ ਹੀ ਇਹਨੂੰ ਖਤਮ ਕਰ ਦਿਆਂ ਔਰ ਆਪਣੇ ਆਪ ਨੂੰ ਸਮਝਾ ਕੇ ਉਹ ਜ਼ਿੰਦਗੀ ਬਿਤਾਉਂਦੇ ਰਹੇ. ਅੱਜ ਦੀ ਜ਼ਿੰਦਗੀ ਦੇ ਵਿੱਚ ਹੋਏਗਾ ਤਾਂ ਇਮੀਡੀਏਟਲੀ ਲੜਕੀ ਜਿਹੜੀ ਕਹੇਗੀ ਜੀ ਮੈਂ ਤਾਂ ਅਲੱਗ ਰਹਾਂਗੀ, ਮੈਂ ਕਮਾ ਸਕਦੀ ਹਾਂ, ਮੈਂ ਆਪਣੇ ਆਪ ਕਰ ਲਾਂਗੀ. ਲੇਕਿਨ ਉਹਨਾਂ ਨੇ ਕਈ ਸਾਲ सोसाइटी ਨੂੰ ਧਿਆਨ 'ਚ ਰੱਖ ਕੇ ਜਾਂ ਕਿੱਸਾ ਕਰਕੇ ਉਹ ਸਾਰੀ ਜ਼ਿੰਦਗੀ ਕੀਤੀ. तो उनदे च क्या वो ठीक सी या आज दी जिंदगी ठीक है?
ये वीर जी जरा एक्सप्लेन करते हैं। हाँ जी, वर्मा जी ਤੁਸੀਂ शेयरिंग ਕੀਤੀ, थैंक्स। मैं रिक्वेस्ट करना था कि ਅਸੀਂ ਨਾ ਅੱਜ ਨਾ ਆਪਣੇ ਸਿੰਪਟਮਸ ਚੈੱਕ ਕਰ ਰਹੇ ਹਾਂ ਕਿ ਮੈਂ ਕਰੂਅਲ ਹਾਂ ਕਿ ਨਹੀਂ। सॉरी कल नहीं तो आ पाया सी, कल इस करके मैंने पता नहीं सी कि कोई तुसी करते हो। कोई गल देख लो, चलो ठीक है, कोई गल नहीं। हाँ ਅਸੀਂ जी, पर्सनली कैसे गल कर लांगे। ਨਾਲੇ ਐਸੇ ਕੁਐਸਚਨਸ ਦੇ ਆਨਸਰਸ ਨਾ ਜਨਰਲਾਈਜ਼ ਨਹੀਂ ਨਾ ਕਰ ਸਕਦੇ। अच्छा ठीक है, कोई गल नहीं। ਅੱਜ ਦੇਖੋ ਵਰਮਾ ਜੀ, ਤੁਸੀਂ ਮੇਰੇ ਨਾਲ ਸਕਰੀਨ ਤੇ ਰਹੋ। ਅੱਜ ਨਾ ਸਾਡੀ ਇੱਕ ਆਡੀਓ ਲਾਂਚ ਹੋਈ ਹੈ। अच्छा ਉਹਦੇ ਚ ਅਸੀਂ ਨਾਮ ਉਹਦਾ ਰੱਖਿਆ ਕੋਰੋਨਾ ਕੈਨ ਨਾਟ ਕਿਲ ਹਿਊਮੈਨਿਟੀ। ठीक है। ਤੁਸੀਂ ਇਹ ਦੇਖੋ ਕਿ ਅਸੀਂ ਇੱਕ ਇੰਡੀਵਿਜੂਅਲ ਦੀ ਪ੍ਰੋਬਲਮ ਲੈਣ ਜਾਏ ਕਿ ਮੰਨ ਲਿਆ ਦੁਨੀਆ 'ਚ 7 ਅਰਬ ਲੋਕ ਨੇ, 7 ਅਰਬ ਲੋਕਾਂ ਚੋਂ ਕਿਤਨਿਆਂ ਨੂੰ ਕੋਰੋਨਾ ਮਾਰ ਦੇਗਾ? ਸੇ 3%, 5%। एस्टिमेट है 25% खत्म हो जाने। अच्छा जी, चलो वर्मा जी 25% खत्म हो जाएंगे, 75 ਤੇ ਰਹਿ ਜਾਣਗੇ ਨਾ। ਚੰਗਾ, ਮੈਂ ਨਾ 75 ਬਾਰੇ ਰਿਕੁਐਸਟ ਪਾਈ ਹੈ ਉਸ ਵੀ ਆਡੀਓ ਦੇ ਅੰਦਰ ਜਿਹੜੀ ਅੱਜ ਕੱਢੀ ਹੈ, ਕਰੋਨਾ ਕੈਨ ਨਾਟ ਕਿਲ ਹਿਊਮੈਨਿਟੀ। ਉਹ ਹੈ ਕਿ ਇਨਸਾਨ ਇਵੋਲਵ ਹੋ ਕੇ ਕੋਈ ਜ਼ਮਾਨਾ ਸੀ ਕਿ ਇਨਸਾਨ ਪੱਥਰ ਚੋਂ ਅੱਗ ਕੱਢਦਾ ਸੀ ਔਰ ਜਾਨਵਰਾਂ ਨੂੰ ਮਾਰਦਾ ਸੀ, ਫਿਰ ਆਸਤਾ ਆਸਤਾ ਲੋਕਾਂ ਨੂੰ ਮਾਰ ਕੇ ਆਪਣੇ ਗਲੇ ਵਿੱਚ ਹਾਰ ਪਾਉਂਦਾ ਸੀ, ਆਪਣਾ ਮਾਈਟ ਸ਼ੋ ਕਰਦਾ ਸੀ। ਆਸਤਾ ਆਸਤਾ ਇਵੋਲਵ ਹੋ ਕੇ ਅੱਜ ਡੈਮੋਕ੍ਰੇਸੀ ਤੱਕ ਪਹੁੰਚ ਗਿਆ ਹੈ। ਸਮਾਜ ਬਣ ਗਏ ਨੇ, ਹਸਪੀਟਲਸ ਬਣ ਗਏ ਨੇ, ਡਾਕਟਰਸ ਬਣ ਗਏ ਨੇ, ਦੂਜਿਆਂ ਦਾ ਭਲਾ ਕਰਦੇ ਨੇ। ਇਹ ਸਾਰਾ ਕੁਝ ਇਨਸਾਨੀਅਤ ਦੇ ਪੁਆਇੰਟਸ ਨਿਕਲ ਕੇ ਆਏ ਨਾ। ਤਾਂ ਮੈਂ ਇਹ ਡਿਸਕਸ ਕਰਨਾ ਚਾਹ ਰਿਹਾ ਕਿ ਜੇ ਅਸੀਂ ਆਪਣੀ ਕੋਰੋਨਾ ਨਾਲ ਤੇ 25% ਮਰਾਂਗੇ, ਜੇ ਅਸੀਂ ਹਿਊਮੈਨਿਟੀ ਮਾਰ ਲਈ ਨਾ ਆਪਣੇ ਚੋਂ, ਜੇ ਇਨਸਾਨੀਅਤ ਮਾਰ ਲਈ ਤਾਂ ਅਸੀਂ ਸਾਰੇ 7 ਅਰਬ ਮਰ ਗਏ। ਸਾਰਾ ਪਲੈਨੇਟ ਤੋਂ ਹਿਊਮਨ ਬੀਇੰਗ ਬਰਬਾਦ ਹੋ ਗਿਆ। ਸੋ ਇਸ ਕਰਕੇ ਅਸੀਂ ਟੌਪਿਕ ਡਿਸਕਸ ਕਰ ਰਹੇ ਹਾਂ ਕਿ ਮੈਂ ਕੰਟੈਂਟਡ ਹਾਂ ਕਿ ਨਹੀਂ। मैं सोचा कि भाई मैं अपना बिजली घटाई, मैं अपना पानी पीना घटाया, कि मैं अपना नहान वेले अपना पानी जे मैं 20 मिनट नहांदा तां कि मैं 10 मिनट नहाना शुरू कीता है, कि मैं रोज दिन च 3 कपड़े बदलदा सी कि मैं हुण थोड़ा कपड़े बदलने घटाए ने, कि मैं अपनियां 4 रोटियां खांदा सी मैं 2 रोटियां खाने च आपने ते मैं कुछ भी कट नहीं कीता, बल्कि रोज कोरोना च बैठ के घर ऑर्डर कर रहे हैं, आज हलवा बना दो, आज खीर बना दो, आज ये बना दो, आज वो बना दो, आज परांठे बना दो, आज मूली के बना दो, आज गाजर के बना दो, आज ये कर दो, आज स्वीट डिश बना दो, आज मीट बना दो, आज चिकन बना दो। मैं ते ऑर्डर ही ऑर्डर करी जा रहे हैं। आपने तो मैं कुछ कट डाउन कीता, पर क्रूएलिटी दा मेरा चिट्टा खून, मैं लोकां चों अपने नौकरां दियां तनखाहां कट रहा। इंसानियत मेरी मर गई ना। ਇਹ ਜਿਹੜੀ ਇਨਸਾਨੀਅਤ ਕਰੋਨਾ ਕਰਕੇ ਸਾਡੇ ਅੰਦਰੋਂ ਮਰ ਰਹੀ ਹੈ ਨਾ, ਇਹਦੇ ਨਾਲ 100% ਅਸੀਂ ਗਏ। ਇਸ ਕਰਕੇ ਉਸ ਆਡੀਓ 'ਚ ਕਰੋਨਾ ਕੈਨ ਨਾਟ ਕਿਲ ਹਿਊਮੈਨਿਟੀ, ਉਹ ਜਿਹੜੀ ਅੱਜ ਲਾਂਚ ਹੋਈ ਹੈ, ਉਹਨੂੰ ਮੇਰੀ ਬੇਨਤੀ ਹੈ ਸਾਰੇ ਸੁਣੋ ਔਰ ਅਸੀਂ ਡਿਸਕਸ ਇਹ ਕਰੀਏ ਕਿ ਸਾਡੇ 'ਚੋਂ ਹਿਊਮੈਨਿਟੀ ਨਾ ਮਰ ਜਾਏ। ਜੇ ਅਸੀਂ ਕਰੂਅਲ ਹਾਂ ਤਾਂ ਹਿਊਮੈਨਿਟੀ ਮਰ ਰਹੀ ਹੈ। ਇਸ ਕਰਕੇ ਅੱਜ ਦਾ ਟੌਪਿਕ ਹਿਊਮੈਨਿਟੀ ਤੇ ਚੱਲ ਹਿਊਮੈਨਿਟੀ ਦੇ ਅਗੇਂਸਟ क्रूएलिटी दे अपने सिम्पटम्स समझण बारे चल रहा है। ठीक है। We have shared the link of the program chat ਵਿੱਚ ਤੁਸੀਂ ਉੱਥੋਂ ਪਿਕ ਕਰ ਸਕਦੇ ਹੋ ਜਾਂ ਸਾਡੇ YouTube ਚੈਨਲ ਤੋਂ ਵੀ ਲੈ ਸਕਦੇ ਹੋ। ਅੱਛਾ ਮੈਂ ਨਾ ਇਹ ਗੱਲ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਟੀਵੀ ਤੇ ਉਹ ਬਹਿਸ ਕਰਦੇ ਨੇ, ਇਸ ਤਰ੍ਹਾਂ ਤੁਸੀਂ ਇੱਕ ਸੀਨ ਕਦੀ ਨੋਟਿਸ ਕਰਨਾ, ਕੋਈ ਬੰਦਾ ਨਾ ਚੈਰਿਟੀ ਕਰਦਾ ਹੈ, ਉਹਨੇ ਕੋਈ ਨਾ ਚੈਰਿਟੀ ਵਾਸਤੇ ਸੰਸਥਾ ਖੋਲੀ ਹੋਈ ਹੈ। ਸੇ ਮਿਸਟਰ ਐਕਸ ਨੇ वाई संस्था खोली हुई है, वो आके ना मैनू दसदा है हमने ना एक चैरिटी संस्था खोली है, हम ऐसे हैंडीकैप्स के, ऐसे गरीबों को ये करते हैं वो करते हैं, वो ना अपने बारे बयान कर रहे हैं। इफ आई एम क्रूअल,
मैं बर्दाश्त ही नहीं करांगा। मैं छेती नाल कहूंगा हमने भी एक संस्था खोली है, हम भी करते हैं। ਇਹਦਾ मतलब कोई बंदा ह्यूमैनिटी दा काम करदा है, चैरिटी करदा है, सानू बर्दाश्त ही नहीं होता कि वाह वाह ही ना ले जाए। हम किसी से कम है या ਅਸੀਂ किसी होर दी संस्था कोट करनी शुरू कर देंगे। कदी भी उस बंदे दिया अखा चखा पा के ਉਹਨੂੰ जफ्फी पा के ਉਹਦੇ कमर ते हाथ रख के नहीं कहेंगे आप ये बहुत अच्छा काम कर रहे हैं अगर आप ऐसे कर रहे हैं। और साडी वो डायलॉग कदी नहीं होगी। दैट मींस वी आर क्रूअल। अपने ਨੂੰ ਉੱਚਾ ਉੱਚਾ ਬਿਆਨ ਨਾ, ਦੂਜਿਆਂ ਦੇ ਧਰਮਾਂ ਨੂੰ ਨੀਵਾ ਨੀਵਾ ਬਿਆਨ ਕਰਨਾ, ਪ੍ਰੂਵ ਕਰਨਾ ਕਿ ਦੂਜੇ ਘਟੀਆ ਨੇ, ਕਮਿਊਨਲ हेट्रेड क्रिएट कर, क्रुएलिटी ही ते है। दूजिया दी शख्सियत दा असैसिनेट करना के उन्हें डिफेम कर देना, क्रुएलिटी ही ते है। Vijay, remember once you shared with me कि जे सानू किसी बारे 100% भी correct information भी होए ਤਾਂ ਵੀ ਸਾਨੂੰ ਉਹਦਾ ਅੱਗੇ ਪ੍ਰਚਾਰ ਨਹੀਂ ਕਰਨਾ ਚਾਹੀਦਾ। ਹਾਂਜੀ, ਅਸੀਂ ਨਿੰਦਾ ਸੈਮੀਨਾਰ ਵਿੱਚ ਸਮਝਿਆ ਸੀ ਅੱਖਾਂ ਦੇਖੀ ਕੰਨਾਂ ਸੁਣੀ ਵੀ ਝੂਠ ਹੋ ਸਕਦੀ ਹੈ। ਇਸ ਕਰਕੇ ਪਹਿਲੀ ਗੱਲ ਤੇ ਕੰਨਾਂ ਦੇ ਕੱਚੇ ਨਹੀਂ ਹੋਣਾ ਚਾਹੀਦਾ, ਕਿਸੇ ਦੀ ਗੱਲ ਸੁਣ ਕੇ ਉਹਦੀ ਵੋਟ ਤੇ ਚੜ ਨਹੀਂ ਜਾਣਾ ਚਾਹੀਦਾ। ਤੇ ਦੂਜੀ ਗੱਲ, ਜੇ ਮੈਨੂੰ ਕਿਸੇ ਬਾਰੇ ਪਤਾ ਹੈ ਨਾ ਤਾਂ ਅਸੀਂ ਕਹਿੰਦੇ ਆ ਰੱਬ ਉਹਨੂੰ ਕਹਿੰਦੇ ਨੇ निर्गुण राख लिया संतन का सदका। आगे कहते ने सतगुर ढाक लिया मोहे पापी पड़दा। सतगुर पड़दे ढकदा है। ए वाली क्वालिटी सतगुर कोलों मेरे मन ने लेनी है। मैं भी दूजियां दे पड़दे फाश ना करया करा। जे मैं करदा हाँ मैं क्रूअल हाँ ਤਾਂ ਉਹਦੀ ਬਿਮਾਰੀ ਦੇ ਨਾਲ ਮੈਂ ਨਿੰਦਕ ਬਣਾਂਗਾ। ਇਹਦਾ ਮਤਲਬ ਨਿੰਦਾ ਕਰਨਾ क्रूएलिटी है। कोई इंसान किसी दे बारे अच्छी राय रखदा है, सानू पसंद नहीं है, ਅਸੀਂ बर्दाश्त नहीं कर सके, ਅਸੀਂ ਲੱਭ के ओदा कोई नुक्स सामने रखांगे ताकि तुम अपने मन में से उसको गुड बुक्स में मत रखो। भाई साहब, एक क्रूएलिटी ही तो है। भाई साहब, कोरोना से डर रहे हो, तुम्हारी जीभ के ऊपर तुम्हारे कानों में कोरोना घुस गया है। जो तुम निंदा सुनते भी हो, निंदा करते भी हो, दूसरों को डिफेम भी करते हो, तुमने छुरा उठाया हुआ है। तुम स्लॉटर हाउस में ही रहते हो 24 घंटे। मैं अपने बारे में सोचांगा ना, जे लोकी मेरे बारे गल करन मनु बुरा लगदा है ते मैं लोकां दे पर्दे क्यों फाश करा, मैं लोकां दे घरां दे भांडे क्यों फरोला, मैं केड़े नूं सस दी नहीं बनदी, मैं उन्हां दी बाहर जाके लोकां नाल गल्लां क्यों करा। कोई अपना गुजारा चला रहा है, उन्हें भांडे अंदर इको कड़छी एक कटोरी सब्जी रखी है, 6 बंदे चुप करके खा लेंदे ने। मैं उन्हां दे घर दी गरीबी जिदे विच ओ संजो के रहंदे ने प्यार नाल, मैं उन्हां नू क्यों एक्सपोज करा। इफ आई एक्सपोज आई एम क्रूअल। राइट जी विधि प्लस कल हरजीत मासी जी ने सानू रिक्वेस्ट की थी yesterday she want to share something about cruelty, अच्छा, but due to short of time she could not, so I would request मासी unmute जी मासी। वाहिगुरु जी का खालसा, वाहिगुरु जी की फतेह जी। Am I audible? जी 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 मासी जी। Okay. Cruelty एक अवगुण है। ਜਦੋਂ ਅਸੀਂ ਕ੍ਰੂਅਲ ਹੋ ਜਾਂਦੇ ਆ ਨਾ ਤੇ ਅਸੀਂ ਰੱਬੀ ਗੁਨਾਹ ਤੋਂ ਟੁੱਟ ਜਾਂਦੇ ਆ।
मैं पूरी तरह रब्बी गुनाह तो अपना मुंह फेर लिया। एक तरह नाल मेरा मुंह झूठा हो गया। मैं रब जी तो मुंह मोड़ लिया। मेरे बारबरिक एक्शन शुरू हो गए। हुण मेरिया अखां चंगा वेख नहीं सकदियां, हाथ चंगा कर नहीं सकते, दिमाग भी काम करना बंद कर देंदा है, चंगा सुन भी नहीं सकती, लिसनिंग भी क्लोज हो जाती है। एक दे बाद एक मेरे विच अवगुण आंदे चले जाएंगे। जिस तरह मेरे अंदर एक गुण तो बाद दूसरा गुण चंगा आंदा है, इसी तरह अवगुण भी उसी स्पीड तो नाल आने शुरू हो जाते ने। मेरी लिसनिंग प्लीज कंटिन्यू मासी। फिर बानी मैनू की कह रही है, ए मैं फिर किस तरह सुन पावांगी जदों मेरी लिसनिंग ही क्लोज हो जाएगी। हाउ विल आई एक्सेप्ट एंड अडॉप्ट बानी इन माई लाइफ। मैं बारबरिक एक्शंस करदी जावांगी, डार्कनेस विच जांदी जावांगी, मंदे अमल करेंदियां ए सजाए तिना फरीजी कहंदे ने ना। That way I am punishing myself. I must pity myself and adopt good qualities. Cruelty can be tagged with domination. किसी दा भी खून चूस लेना, जिस तरह वीर जी ने उन्हें एक्सप्लेन किया है ना। पर संतोख एक बहुत बड़ा गुण है। सेल्फलेस होके जीना, ए पहले दा टॉपिक सीगा, ए बहुत अच्छा टॉपिक सीगा। मेरे ख्याल विच दुनिया दा सब तो बड़ा गुण जेड़ा वे ना वो यही है। ਉਹਦੇ ਵਿੱਚ ਤੁਹਾਡਾ ਬਲੱਡ ਵੀ ਕੰਟੈਮੀਨੇਟਡ ਨਹੀਂ ਹੋਏਗਾ, ਤੁਸੀਂ ਕਿਸੇ ਨੂੰ ਡੋਮੀਨੇਟ ਵੀ ਨਹੀਂ ਕਰੋਗੇ। ਅਗਰ ਕੋਈ ਸਾਡੇ ਕੋਲ ਕੰਮ ਕਰਨ ਆ ਰਿਹਾ ਹੈ, ਅਸੀਂ ਉਸਦੀ ਫਾਈਨੈਂਸ਼ੀਅਲੀ ਹੈਲਪ ਕਰ ਦਿੰਦੇ ਆ, ਤੇ ਹੋ ਸਕਦਾ ਹੈ ਉਹਦੀ ਪਹਿਲੇ ਕੋਈ ਮਜਬੂਰੀ ਰਹੀ ਹੋਵੇ, ਜਿਸ ਕਰਕੇ ਹੁਣ ਤੇ ਲੋਕਡਾਊਨ ਕਰਕੇ ਲੋਕ ਵਰਕਰਸ ਜਿਹੜੇ ਨੇ ਉਹ ਆ ਨਹੀਂ ਪਾਏ। ਲੇਕਿਨ ਜਦੋਂ ਅਸੀਂ ਕਿਸੇ ਦੀ ਹੈਲਪ ਕਰ ਦਿੰਦੇ ਆ ਨਾ, ਤੇ ਇੱਕ ਤਰ੍ਹਾਂ ਨਾਲ ਉਹ ਹਮੇਸ਼ਾ ਲਈ ਸਾਨੂੰ ਹੋਰ ਕੁਝ ਨਹੀਂ ਯਾਦ ਤੇ ਜ਼ਰੂਰ ਰੱਖੇਗਾ ਕਿ ਇਸ ਬੰਦੇ ਨੇ ਮੇਰੀ ਔਖੀ ਘੜੀ ਵਿੱਚ ਬਾਹ ਫੜੀ ਸੀ। ਹਰ ਕੰਮ ਮੇਰੇ ਹਿਸਾਬ ਨਾਲ ਤੇ ਨਹੀਂ ਹੋਏਗਾ ਨਾ, ਕੁਝ ਕੰਮ ਰੱਬ ਜੀ ਦੇ ਹਿਸਾਬ ਦੇ ਨਾਲ ਵੀ ਤੇ ਹੋਣਗੇ। ਜੋ ਸੌਫਟ ਸਪੋਕਨ ਹੋ ਕੇ ਕਰ ਸਕਦੇ ਆ, ਉਹ ਸ਼ਾਇਦ ਕਰੂਅਲ ਹੋ ਕੇ ਨਹੀਂ ਕਰ ਸਕਦੇ। ਲਾਈਨ ਆਫ ਐਕਸ਼ਨ ਸ਼ੁੱਡ ਬੀ ਚੇਂਜਡ ਅਕੋਰਡਿੰਗ ਟੂ ਗੁਰਬਾਣੀ। ਰੱਬੀ ਗੁਨਾਹ ਨਾਲ ਸੰਤੋਖ ਨਾਲ ਜੀਣਾ, ਆਪਣੀ ਗੱਲ ਮਨਵਾਉਣ ਲਈ ਲੋਭੀ ਲਾਲਚੀ ਨਹੀਂ ਹੋਣਾ। ਇਹੀ ਕੁਝ ਤੇ ਅਸੀਂ ਐਲਟੀ ਚ ਆ ਕੇ ਸਿੱਖ ਰਹੇ ਹਾਂ। ਥੈਂਕ ਯੂ ਵੀਰ ਜੀ, ਤੁਸੀਂ ਬਹੁਤ ਅੱਛਾ ਸਿਖਾ ਰਹੇ ਹੋ। ਥੈਂਕਸ ਅ ਲੋਟ। ਥੈਂਕ ਯੂ ਅਮਨ ਜੀ। ਥੈਂਕ ਯੂ ਮਾਸੀ ਜੀ। ਤੇ ਸਾਡੀ ਸਾਰਿਆਂ ਨੂੰ ਰਿਕੁਐਸਟ ਹੈ, ਬਿਫੋਰ ਆਈ ਗਿਵ ਦ ਮਾਈਕ ਬੈਕ ਟੂ ਵੀਰ ਜੀ, ਕਿ ਸਾਡੇ ਕੋਲ ਸਮਾਂ ਬਹੁਤ ਥੋੜਾ ਹੈ ਤੇ ਆਈ ਐਮ ਗੈਟਿੰਗ ਲੋਟ ਆਫ ਕੁਐਸਚਨਸ ਐਂਡ ਬੜੇ ਸਾਰੇ ਲੋਕੀ ਹੱਥ ਵੀ ਰੇਜ਼ ਕਰ ਰਹੇ ਨੇ ਕਿ ਪਲੀਜ਼ ਜੋ ਵੀ ਤੁਸੀਂ ਸ਼ੇਅਰਿੰਗ ਕਰੋ, ਟਰਾਈ ਟੂ ਕਨਕਲੂਡ ਇਨ 2 to 3 ਮਿੰਟਸ, ਤਾਂ ਕਿ ਅਸੀਂ ਸਾਰਿਆਂ ਨੂੰ ਮੌਕਾ ਦੇ ਸਕੀਏ। You have a question, should I read it? Viji, can you take question or you want to share something? मैं ते spontaneous ਤੁਹਾਡੇ ਨਾਲ ਸਾਂਝ ਕਰੀ ਜਾ ਰਿਹਾ, ਪਰ ਕੱਲ ਦਾ ਔਰ ਅੱਜ ਦਾ ਮਿਲਾ ਕੇ ਅਸੀਂ ਪੂਰਾ ਇੱਕ ਉਹਦਾ ਤੱਤ ਕੱਢ ਲਈਏ। ਰਾਈਟ। ਜਦੋਂ ਅਸੀਂ ਅੰਦਰੋਂ ਆਪਣੇ ਤੇ ਦਇਆ ਨਹੀਂ ਕਰਦੇ ਤਾਂ ਅਸੀਂ ਦੂਸਰਿਆਂ ਦੇ ਕਸੂਰ ਦੀ ਸਜ਼ਾ ਆਪਣੇ ਆਪ ਨੂੰ ਦਿੰਦੇ ਆ, ਔਰ ਫਿਰ ਉਸ ਤੋਂ ਬਾਅਦ ਸਾਡਾ ਮਨ ਅਸੰਤੋਖੀ ਹੋ ਜਾਂਦਾ ਹੈ, ਡਿਸਕੰਟੈਂਟਡ ਹੋ ਜਾਂਦਾ ਹੈ। ਫਿਰ ਅਸੀਂ ਲੋਭ ਰਤ ਵਿੱਚ ਫਸ ਜਾਂਦੇ ਆ, ਸਾਡਾ ਬਲੱਡ ਕੰਟੈਮੀਨੇਟਡ ਹੋ ਜਾਂਦਾ ਹੈ, ਤਾਂ ਅਸੀਂ ਕਠੋਰ ਹੋ ਜਾਂਦੇ ਆ ਪੱਥਰ ਵਾਂਗੂ। ਜਦੋਂ ਅਸੀਂ ਕਠੋਰ ਹੋ ਤਾਂ ਕਰਨ ਵਾਲੇ ਵਰਡਸ ਸ਼ਰਮਸਾਰ ਕਰਦੇ ਆ। ਇਹ ਸਾਰੇ ਕ੍ਰੂਐਲਿਟੀ ਦੇ ਐਕਸ਼ਨਸ ਨੇ। ਜੇ ਕੋਈ ਬੱਚੇ ਨੂੰ ਪਾਪਾ ਮੰਮੀ ਨੇ ਬਚਪਨ ਵਿੱਚ ਡਾਂਟਿਆ ਸੀ, ਉਸ ਗੱਲ ਦਾ ਐਂਗਰ ਇੱਥੇ ਰੱਖਦਾ ਹੈ, ਵੱਡਾ ਹੋ ਕੇ ਮੰਮੀ ਪਾਪਾ ਤੋਂ ਦੂਰ ਚਲਾ ਜਾਂਦਾ ਹੈ, ਜਾਂ ਘਰ ਆਂਦਾ ਤੇ ਉਹਨਾਂ ਨਾਲ ਢੰਗ ਨਾਲ ਗੱਲ ਨਹੀਂ ਕਰਦਾ, ਆਪਣਾ ਕੰਮ ਨਾਲ ਮਸ ਰੱਖਦਾ ਹੈ। ਇਹ ਸਾਰੇ ਜਿਤਨੇ ਵੀ ਅਸੀਂ ਸਿੰਪਟਮਸ ਡਿਸਕਸ ਕੀਤੇ ਨੇ, ਇਹ ਕ੍ਰੂਐਲਿਟੀ ਦੇ ਨੇ। ਇਹਨਾਂ ਵਿੱਚ ਹੀ ਸੋਲੂਸ਼ਨ ਹੈ ਕਿ ਸਾਡੇ ਚੋਂ ਅਸੀਂ ਕਿਸ ਕੈਰੈਕਟਰ ਦੇ ਹਾਂ,
मम्मी पापा हाँ, नूं सस हाँ, पति पत्नी हाँ, बच्चे हाँ, या असी ऑफिस अंदर बॉस हाँ या एम्प्लॉई हाँ, सानू ना ए अपने बारे चेक करना है कि मैं क्रूअल ते नहीं हो गया। सो असी समाज विचों अपनी क्रूएलिटी नू कढ़ना है ताकि मेरे कारण समाज हर्ट ना हो, एनी अदर पर्सन मेरे कारण हर्ट ना हो। ठीक है जी। ਉਹਨੂੰ ਕਹਿੰਦੇ ਨੇ ਸੰਤ ਕਾ ਨਿੰਦਕ ਮਾਂ ਹਤਿਆਰਾ। ਅਗਰ ਮੈਂ ਆਈਡੀਅਲਸ ਨੂੰ ਅਵੋਇਡ ਕਰਦਾ ਹਾਂ, ਆਈਡੀਅਲਸ ਦੀ ਪ੍ਰੈਕਟਿਸ ਨਹੀਂ ਕਰਦਾ, ਤੇ ਮੈਂ ਆਸਤਿਕ ਆ ਕਿ ਨਾਸਤਿਕ ਆ, ਇਟ ਡਜ਼ਨਟ ਮੈਟਰ, ਮੈਂ ਕਿਲਰ ਹਾਂ, ਮੈਂ ਕਰੂਅਲ ਹਾਂ, ਮੈਂ ਬਾਰਬਰਿਕ ਐਕਸ਼ਨਸ ਕਰਦਾ ਹਾਂ। ਹਾਂਜੀ, ਕੁਐਸਚਨ ਆਨਸਰ। So what we will do now, we will take one question and we will take one sharing. So in next 30 minutes, how much we can conclude in this, we will try our best. जी जुझार। हमें तो कुछ शेयर करना चाहते हैं। गुरमीत जी अपना माइक और कैमरा ऑन कर लो। Are you there? अच्छा, चलो जब तक वो आने ने आए, हाँ जी गुरमीत जी प्लीज गो अहेड। जी गुरमीत जी। वाहिगुरू जी का खालसा वाहिगुरू जी की फतेह। मैंने बस ये शेयर करना सी कि क्रूएलिटी, इफ यू वांट टू फोकस कि साडे किवे साडे अंदर क्रूएलिटी घट होवे, तो आई थिंक वी शुड वर्क ऑन द ऑपोजिट। क्रूएलिटी दा ऑपोजिट है कंपैशन, क्रूएलिटी दा ऑपोजिट है काइंडनेस। तो आई थिंक आवर फोकस मोर on working on kindness, working on compassion, increasing our kind deeds. जिवें हुण सारे अगे कोई सिचुएशन है तो we should see how we can contribute towards the situation rather than criticizing the situation or finding negative things from the situation. तो साडा फोकस ये होना चाहिए कि ਅਸੀਂ ਕੀ ਕਿਵੇਂ contribute ਕਰ ਸਕਦੇ ਹਾਂ ਸੁਧਾਰ ਲਿਆਉਣ ਵਾਸਤੇ ਜਾਂ ਕੁਝ ਚੇਂਜ ਕਰਨ ਵਾਸਤੇ, ਜਾਂ ਫਿਰ if we feel कि नहीं we cannot change the situation, we cannot contribute, then we should see ਅਸੀਂ ਇਸ ਕੋਲੋਂ ਇਸ situation ਕੋਲੋਂ what can we learn, what is the lesson कि ਸਾਨੂੰ ਇਸ ਵਿੱਚ ਕੀ सीख मिल रही है and how we can, what we can learn from this situation. If our focus is on changing, on doing compassion, showing compassion or learning something from the situation, then अपने आप साड़ी cruel thoughts and cruel deeds अपने आप कटती जाएंगे दिन ब दिन. तो our focus should be more on working on the opposite rather than on कि I'm cruel in this, I'm cruel in that, और छड़ दे ऐसी सोचना. खाली सोचो कि how we can be kind and how we can contribute towards humanity. So I think that's the more focus rather than on. Marvelous. Thanks. Beautiful sharing. Good sharing जी। जी जी। क्वेश्चन हैगा एक विची कि हाउ टू गेट रिड ऑफ इंपल्सिव बिहेवियर। ਕਈ ਵਾਰੀ ਲੋਕੀ ਬੜੀ ਗਲਤ ਗੱਲ ਕਹਿ ਜਾਂਦੇ ਨੇ ਜਾਂ ਕਰ ਜਾਂਦੇ ਨੇ, ਤਾਂ ਉਹਨੂੰ ਕਿਵੇਂ ਫੇਸ ਕਰੀਏ, ਉਹਨੂੰ ਕਿਵੇਂ ਹੈਂਡਲ ਕਰੀਏ ਸਿਚੁਏਸ਼ਨ ਨੂੰ, ਉਹ ਨਹੀਂ ਹੋ ਪਾਉਂਦਾ ਅਕਸਰ। ਹਾਂਜੀ, ਅਸੀਂ ਆਪਣੇ ਅੰਦਰ ਇਹਦੇ ਨਾਲ ਵੀ ਜੀ ਅਗਲਾ ਕੁਐਸਚਨ ਵੀ ਇਹਦੇ ਨਾਲ ਰਿਲੇਟਡ ਹੈ, ਮੈਂ ਇਕੱਠੇ ਬੋਲ ਦਿੰਦਾ। ਅਸੀਂ ਆਪਣੇ ਅੰਦਰ ਟੋਲਰੈਂਸ ਪੈਦਾ ਕਰਨੀ ਹੈ, ਸਬਰ ਪੈਦਾ ਕਰਨਾ ਹੈ, ਔਰ ਕੋਈ ਕੁਝ ਕਹਿ ਗਿਆ ਤੇ ਉਹ ਸਾਡੀ ਕੋਈ ਬੇਇੱਜ਼ਤੀ ਨਹੀਂ ਹੋਗੀ। ਇੱਜ਼ਤ, ਬੇਇੱਜ਼ਤੀ, ਮਾਨ, ਅਪਮਾਨ, ਉਸਤਤ, ਨਿੰਦਾ ਵਾਲੇ ਸਬਜੈਕਟ ਤੋਂ ਅਸੀਂ ਆਪਣੇ ਆਪ ਨੂੰ ਉੱਪਰ ਰੱਖਣ ਦੀ ਪ੍ਰੈਕਟਿਸ ਕਰਾਂਗੇ ਤਾਂ ਹੀ ਗੱਲ ਬਣੇਗੀ। ਅਸੀਂ ਉਹਦੇ ਤੋਂ ਨਹੀਂ ਰੱਖਿਆ, ਦੂਜਾ ਕੁਝ ਕਹਿ ਗਿਆ, ਅਸੀਂ ਉਹਨੂੰ ਦੋ ਦੀਆਂ ਚਾਰ ਸੁਣਾਉਂਦੇ ਆ, ਇਹੀ ਤੇ ਕ੍ਰੂਐਲਿਟੀ ਦਾ ਸਬਜੈਕਟ ਸ਼ੁਰੂ ਹੁੰਦਾ ਹੈ। ਹਾਊ ਟੂ ਬੇਅਰ, ਸਬਰ ਅੰਦਰ ਸਾਬਰੀ, ਤਾਨੇ में जलेन वाली अवस्था जी। ਅਗਲਾ ਸਵਾਲ ਵੀ ਇਹੀ ਸੀਗਾ ਕਿ ਇਨਜਸਟਿਸ ਕੋਈ ਕਰਦਾ ਤੇ ਉਹਨੂੰ ਕਿਵੇਂ ਸਹਿਨ ਕਰੀਏ। ਸੋ ਆਈ ਥਿੰਕ ਯੂ ਹੈਵ ਆਨਸਰਡ ਇਟ, ਕਿਉਂਕਿ ਸਾਡੇ ਮਨ ਦੀ ਅਵਸਥਾ ਹੈਗੀ ਹੈ ਬਾਹਰ ਦਿਸੇ ਚਾਨਣਾ ਦਿਨ ਨਿਆਰੀ ਰਾਤ। ਅਸੀਂ ਅੰਦਰੋਂ ਆਪ ਹੀ ਬੁੱਝੇ ਹੋਏ ਆ ਤੇ ਦੂਜੇ ਨੂੰ ਕੀ ਚਾਨਣਾ ਦਿਖਾਵਾਂਗੇ। ਸੋ ਵੀ ਹੈਵ ਟੂ ਸੈਲਫ ਐਲੀਵੇਟ ਆਵਰਸੈਲਫ। ਥੈਂਕ ਯੂ। ਅਮਿਤ ਜੀ ਤੁਹਾਡੇ ਕੋਲ ਕੋਈ ਕੁਐਸਚਨ ਹੈ ਤਾਂ ਯੂ ਕੈਨ ਸ਼ੇਅਰ। ਜੀ ਭੁਪਿੰਦਰ ਵੀਰ ਜੀ ਸਾਡੇ ਨਾਲ ਕੁਝ ਸਾਂਝ ਕਰਨਾ ਚਾਹੁੰਦੇ ਨੇ ਫਰੀਦਾਬਾਦ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੁਪਿੰਦਰ ਵੀਰ ਜੀ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, all members who joining this meeting, can you hear to me? जी ਵੀਰ ਜੀ, we can hear you। ਇੱਕ ਕੁਐਸਚਨ ਹੈ ਮੇਰਾ ਵੀਰ ਜੀ ਕਿ ਅਸੀਂ ਪੰਜਵੇਂ ਪਾਤਸ਼ਾਹ ਦੀ ਗੱਲ ਕਰਦੇ ਹਾਂ, ਕੁਆਲਿਟੀ ਦੀ ਵਜ੍ਹਾ ਨਾਲ ਉਹਨਾਂ ਨੂੰ ਤਤੀ ਲੋ ਤੇ ਬੈਠਣਾ ਪਿਆ ਸੀ, ਲੇਕਿਨ ਛੇਵੇਂ ਪਾਤਸ਼ਾਹ ਨੇ ਉਦੋਂ ਦੋ ਤਲਵਾਰਾਂ ਚੁੱਕਣੀਆਂ ਪਈਆਂ, ਇੱਕ ਮੇਰੀ ਦੀ ਇੱਕ ਪੀਰੀ। ਕਿ ਉਹ ਤਲਵਾਰਾਂ ਸਾਨੂੰ ਚੁੱਕਣੀਆਂ ਚਾਹੀਦੀਆਂ ਆਪਣੀ ਸੇਫਟੀ ਵਾਸਤੇ? ਕਿ ਉਹ ਕੁਆਲਿਟੀ ਕਹਿਲਾਏਗਾ ਉਹ ਐਕਟ ਜਾਂ ਨਹੀਂ? ਮੇਰਾ ਇਹ ਕੁਐਸਚਨ ਹੈ।
ਵੀਰ ਜੀ ਇਹਦੇ ਉੱਤੇ ਨਾ ਮੈਂ ਕਮੈਂਟ ਨਹੀਂ ਕਰ ਸਕਦਾ। ਅੱਜ ਨਾ ਅਸੀਂ ਆਪਣੀ ਨਾ ਜਿਹੜੀ ਕਲਾਸ ਵਿੱਚ ਸਿੱਖ ਰਹੇ ਹਾਂ ਕਿ ਮੈਂ ਕਿੱਥੋਂ ਕਰੂਅਲ ਹਾਂ। ਅਸੀਂ ਹੁਣੇ ਇਹ ਸਿੱਖ ਰਹੇ ਹਾਂ, ਹੁਣੇ ਤਾਂ ਅਸੀਂ ABC ਸਿੱਖ ਰਹੇ ਹਾਂ ਨਾ। ਜੀ ਜੀ ਜੀ। ਜਦੋਂ ਮੈਂ ਆਪਣੇ ਜੀਵਨ ਵਿੱਚ ਪਕਾ ਲਾਂਗਾ ਕਿ ਮੈਂ ਕਰੂਐਲਿਟੀ ਨਹੀਂ ਕਰਨੀ ਜੀ, ਮੈਂ ਤੇ ਕਲੇਮ ਨਹੀਂ ਕਰ ਸਕਦਾ ਕਿ ਮੈਂ ਕਰੂਅਲ ਨਹੀਂ ਹਾਂ। ਜੀ ਜੀ ਮੈਂ ਇਹ ਵੀ ਨਹੀਂ ਕਲੇਮ ਕਰ ਸਕਦਾ ਕਿ ਵੀ ਮੈਂ ਕਾਈਂਡ ਹਾਰਟ ਹਾਂ। ਜੀ ਮੈਂ ਇਹ ਵੀ ਨਹੀਂ ਕਲੇਮ ਕਰ ਸਕਦਾ ਕਿ ਮੈਂ ਕੰਟੈਂਟਡ ਹਾਂ। ਜੀ ਹੈ ਨਾ। ਹੁਣੇ ਤੇ ਮੈਂ ਸਿੱਖ ਹੀ ਰਿਹਾ। ਇਹ ਜਦੋਂ ਸਿੱਖਣ ਤੋਂ ਬਾਅਦ ਮੈਂ ਇਸ ਸਪਿਰਿਚੁਅਲਿਟੀ ਦੀ ਪ੍ਰੈਕਟਿਸ ਵਿੱਚ PhD ਹੋ ਜਾਵਾਂਗਾ, ਫਿਰ ਇਹਦਾ ਆਨਸਰ ਨਿਕਲ ਆਏਗਾ। ਉਸ ਵੇਲੇ ਜੋ ਕਰਨਾ ਹੋਏਗਾ ਕਰਾਂਗਾ। नहीं, आप जी ने बहुत अच्छा समझाया क्वालिटी के ऊपर, और मेरा ख्याल है कि सानू उत्ते वर्क करना चाहिए, और कुछ समझ भी आ रही और समझ के असी कीता भी है इदां। जिस तरह वर्कर दी तनख्वाहां ने इस घड़ी दे ਉਹ ਸਾਨੂੰ ਸਮਝ ਆ ਰਿਹਾ ਹੈ ਕਿ ਹਾਂ ਸਾਨੂੰ ਪੂਰੀਆਂ ਤਨਖਾਹਾਂ ਨੂੰ ਦੇਣੀਆਂ ਚਾਹੀਦੀਆਂ ਨੇ, ਉਹਨਾਂ ਨਾਲ ਅੱਛੇ ਬਿਹੇਵੀਅਰ ਨਾਲ ਉਹਨਾਂ ਨੂੰ ਦੁਬਾਰਾ ਕੰਮ ਤੇ ਲਿਆਉਣਾ ਚਾਹੀਦਾ ਹੈ, ਤੇ ਉਹ ਸਾਰੀ ਚੀਜ਼ਾਂ ਤੇ ਕਰ ਹੀ ਰਹੇ ਹੈ। ਲੇਕਿਨ ਕੁਐਸਚਨ ਹੈ ਕਿ ਜਦੋਂ ਕੋਈ ਅਪੋਜ਼ਿਟ ਡਾਇਰੈਕਸ਼ਨ ਤੋਂ ਕੋਈ ਅਟੈਕ ਕਰਦਾ ਹੈ ਸਾਡੇ ਉੱਪਰ, ਵਾਟ ਵੀ ਡੂ ਦੈਟ ਟਾਈਮ? ਭੁਪਿੰਦਰ ਜੀ, ਅਸੀਂ ਫਿਲਹਾਲ ਤੇ ਅਸੀਂ ਸਿੱਖ ਨਾ ਕਿ ਜਦੋਂ ਕੋਈ ਮੈਨੂੰ ਅਟੈਕ ਕਰੇ ਤਾਂ ਮੈਨੂੰ ਟੋਲਰੈਂਸ ਪਹਿਲਾਂ ਸਿੱਖਣੀ ਹੈ। ਹੁਣੇ ਤਾਂ ਮੇਰੇ ਤਾਂ ਟੋਲਰੈਂਸ ਹੈ ਹੀ ਨਹੀਂ ਹੈ। ਮੈਂ ਤਾਂ ਇੱਕਦਮ ਟਿਟ ਫॉर ਟੈਟ ਕਰਦਾ ਹਾਂ। ਮੈਂ ਤਾਂ ਇੱਕਦਮ ਅੱਗ ਬਬੂਲਾ ਹੋ ਹੀ ਜਾਂਦਾ ਹਾਂ। ਜੀ ਜੀ ਜੀ। ਮੈਂ ਤਾਂ ਇੱਕਦਮ ਕ੍ਰੋਧ ਨਾਲ ਉਹਨੂੰ 2 ਦੀਆਂ 4 ਸੁਣਾਉਂਦਾ ਹਾਂ। ਉਹ ਇੱਕ ਮੁੱਕਾ ਮਾਰੇ ਮੈਂ 4 ਮਾਰਦਾ ਹਾਂ। ਇਹ ਸਾਡੇ ਸਭ ਦਾ ਬਿਹੇਵੀਅਰ ਬਣਿਆ ਹੋਇਆ ਨਾ। ਬਿਲਕੁਲ ਬਿਲਕੁਲ। ਸੋ ਅਸੀਂ ਤੇ ਅੱਜ ਇਹ ਸਿੱਖ ਰਹੇ ਹਾਂ ਕਿ ਮੈਂ ਆਪਣੀ ਪ੍ਰੈਕਟਿਸ ਕਰੂਐਲਿਟੀ ਦੀ ਕਿਵੇਂ ਕਰਦਾ। ਬਿਲਕੁਲ ਠੀਕ ਹੈ ਜੀ। ਹਿਸਟਰੀ ਬਾਰੇ ਤੇ ਮੈਂ ਕੁਝ ਕਹਿ ਨਹੀਂ ਨਾ ਸਕਦਾ। ਅਸੀਂ ਜਿਹੜਾ ਜੀਵਨ ਜੀਵਾਂਗੇ ਨਾ ਜੀ, ਸਾਡੇ ਬਾਅਦ ਹਿਸਟਰੀ ਬਣ ਜਾਏਗਾ। ਬਿਲਕੁਲ ਠੀਕ ਕਹਿ ਰਹੇ ਜੀ ਤੁਸੀਂ। ਪਰ ਅਸੀਂ ਗੁਰੂਆਂ ਕੋਲੋਂ ਇਹ ਵੀ ਸਿੱਖਿਆ ਨਾ ਕਿ ਉਹਨਾਂ ਨੇ ਲੋਕਾਂ ਦਾ ਭਲਾ ਕੀਤਾ ਸੀ। ਜੀ ਜੀ ਜੀ। ਸਕੂਲ ਹਸਪੀਟਲਸ ਖੋਲੇ ਸੀ। ਬਿਲਕੁਲ ਸਰ। ਇਹ ਹੁਣ ਮੈਂ ਤੁਹਾਡੇ ਬਾਰੇ ਹੀ ਸੁਣਿਆ ਕਿ ਤੁਸੀਂ ਜਿਹੜੇ ਮਜ਼ਦੂਰ ਦਿੱਲੀ ਤੋਂ ਦੂਰ ਦੂਰ 400 500 ਕਿਲੋਮੀਟਰ ਗਏ ਨੇ, ਤੁਸੀਂ ਉਹਨਾਂ ਨੂੰ ਫਰੀਦਾਬਾਦ ਤੋਂ ਬਾਰਡਰ ਤੋਂ ਲੰਘੇ ਨੇ, ਤੁਸੀਂ ਉਹਨਾਂ ਸਾਰਿਆਂ ਨੂੰ ਰੋਟੀ ਦਿੱਤੀ ਸੀ। ਹੋਰ ਰੋਜ਼ ਜਾ ਜਾ ਕੇ ਵੰਡਦੇ ਹੋ। ਔਰ ਜਿਹੜਾ ਦਿੱਲੀ ਪੁਲਿਸ ਦੇ ਨਾਲ ਮਿਲ ਕੇ ਇੱਥੇ ਬਲੱਡ ਡੋਨੇਸ਼ਨ ਕੈਂਪ ਲੱਗਾ ਸੀ, ਤੁਸੀਂ ਪਿਛਲੇ ਹਫਤੇ ਉਹਦੇ ਚ ਵੀ ਆਏ ਸੀ, ਲਿਵਿੰਗ ਟ੍ਰੈਜਰ ਵੱਲੋਂ ਔਰ ਯੂਨਾਈਟਿਡ ਸਿੱਖਸ ਵੱਲੋਂ ਜਿਹੜਾ ਹੋਇਆ ਸੀ। ਅਸੀਂ ਤਾਂ ਉਹਨੇ ਇਹ ਸਿੱਖ ਰਹੇ ਹਾਂ ਕਿ ਮੈਨੂੰ ਵੰਡ ਸਕਣਾ ਕਿਵੇਂ ਆਏ, ਮੈਂ ਕਾਈਂਡ ਹਾਰਟ ਕਿਵੇਂ ਬਣਾ। ਬਿਲਕੁਲ। ਮੈਂ ਤੇ ਤੁਹਾਨੂੰ ਅਮਨ ਨੂੰ, ਜੁਝਾਰ ਨੂੰ ਜਾਂ ਲਿਵਿੰਗ ਟ੍ਰੈਜਰ ਦੇ ਜਿਹੜੇ ਮੈਂਬਰਸ ਇਸ ਤਰ੍ਹਾਂ ਕਰ ਰਹੇ ਨੇ, ਮੈਂ ਤਾਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ। ਮੈਂ ਤੇ ਘਰ ਬੈਠ ਕੇ ਗੱਲਾਂ ਕਰੀ ਜਾ ਰਿਹਾ ਕਾਈਂਡ ਹਾਰਟ ਹੋਣਾ ਚਾਹੀਏ। ਇਹ ਮਾਰਕੀਟ ਵਿੱਚ ਜਾ ਕੇ ਬਾਰਡਰ ਤੇ ਜਾ ਕੇ ਕੰਮ ਕਰੋ ਨਾ, ਜਿਸ ਤਰ੍ਹਾਂ ਡਾਕਟਰ ਨਰਸ ਕਰ ਰਹੇ ਨੇ, ਤਾਂ ਪਤਾ ਲੱਗਦਾ ਹੈ। ਸੋ ਅਸੀਂ ਤਾਂ ਉਹਨੇ ਆਪਣੇ ਕਾਈਂਡ ਹਾਰਟ ਸਿੱਖ ਰਹੇ ਹਾਂ ਨਾ। ਉਹਨੇ ਅਸੀਂ ਇਹ ਸਿੱਖ ਰਹੇ ਹਾਂ ਕਿ ਲੋਕਾਂ ਚੋਂ ਇਨਸਾਨੀਅਤ ਨਾ ਮਰ ਜਾਏ। ਜੀ ਜੀ। ਇਹ ਸਿੱਖ ਰਹੇ ਹਾਂ ਨਾ। ਤਾਂ ਮੈਂ ਪਹਿਲਾਂ ਆਪਣੇ ਤੋਂ ਸਿੱਖ ਰਿਹਾ ਕਿ ਮੇਰੇ ਚੋਂ ਇਨਸਾਨੀਅਤ ਮਰ ਗਈ ਤਾਂ ਮੈਂ ਕਰੂਅਲ ਹੋ ਜਾਵਾਂਗਾ। ਜੀ ਜੀ। ਠੀਕ ਹੈ ਵੀਰ ਜੀ, ਬਹੁਤ ਚੰਗਾ ਸਮਝਾਇਆ ਆਪ ਜੀ ਨੇ। ਸੋ ਨਾਈਸ, ਥੈਂਕ ਯੂ। ਥੈਂਕ ਯੂ ਭੁਪਿੰਦਰ ਵੀਰ ਜੀ। ਅਮਨ ਜੀ, ਇਹ ਅੱਜ ਦੀ ਕਲਾਸ ਰਿਪੀਟ ਕੀਤੀ ਗਈ ਹੈ। ਅਮਰੀਕਾ, ਕੈਨੇਡਾ, ਲੰਡਨ, ਆਸਟ੍ਰੇਲੀਆ, ਉਹਨਾਂ ਸਾਰਿਆਂ ਨੂੰ ਵੀ ਕਾਲ ਕਰੋ ਨਾ ਕਿ ਉਹ ਆਪਣੀ ਸ਼ੇਅਰਿੰਗ ਕਰਨ ਜਾਂ ਕੁਐਸਚਨ ਕਰਨ। ਇੰਡੀਆ ਵਾਲੇ ਵੀ ਜ਼ਰੂਰ ਕਰਨ, ਜੀ ਸਦਕੇ ਕਰਨ। ਸਿੰਗਾਪੁਰ, ਬੈਂਕਾਕ ਵਾਲੇ ਵੀ ਮੌਜੂਦ ਨੇ, ਦੁਬਈ ਵਾਲੇ ਵੀ ਮੌਜੂਦ ਨੇ, ਹੋਰ ਜਿੱਥੋਂ ਵਾਲੇ ਵੀ ਜੋ ਮੌਜੂਦ ਨੇ। ਆਈ ਬੈਗ ਕਿ ਬਈ ਤੁਸੀਂ ਸਾਰੇ ਵੀ ਸ਼ੇਅਰਿੰਗ ਕਰੋ। ਤੁਹਾਡਾ ਆਪਣਾ ਹੋਰਾਈਜ਼ਨ ਇੰਡੀਆ ਤੋਂ ਬਾਹਰ ਨਿਕਲਣ ਤੋਂ ਬਾਅਦ ਜੇ ਹੋਰ ਖੁੱਲਿਆ ਹੈ, ਬ੍ਰੌਡ ਮਾਈਂਡਡਨੈਸ ਹੈ, ਤਾਂ ਤੁਸੀਂ ਸਾਰੇ ਸ਼ੇਅਰ ਕਰੋ ਕਿ ਅਸੀਂ ਕਰੂਐਲਿਟੀ ਕਿਸ ਤਰ੍ਹਾਂ ਕਰਦੇ ਹਾਂ, ਦਾ ਕਿਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਸਾਨੂੰ। ਕਰੂਐਲਿਟੀ ਨਾ ਕਰਕੇ ਆਪਣੇ ਆਪ ਨੂੰ ਕਾਈਂਡ ਹਾਰਟ ਕਿਵੇਂ ਬਣਾਈਏ। ਥੈਂਕ ਯੂ ਵੀਰ ਜੀ। ਵੀਰ ਜੀ, ਸਾਡੇ ਕੋਲ ਇੰਦਰਪਾਲ ਆਂਟੀ ਹੈਗੇ ਨੇ ਕੈਨੇਡਾ ਤੋਂ। ਉਹ 4 ਤੋਂ 5 ਮਿੰਟ ਸਾਡੇ ਨਾਲ ਕੁਝ ਸ਼ੇਅਰਿੰਗ ਕਰਨਾ ਚਾਹੁੰਦੇ ਨੇ। ਆਈ ਵੁੱਡ ਰਿਕੁਐਸਟ ਇੰਦਰਪਾਲ ਜੀ ਕਿ ਪਲੀਜ਼ ਉਹ ਆਪਣਾ ਮਾਈਕ ਅਨਮਿਊਟ ਕਰਨ ਤੇ ਸਾਡੇ ਨਾਲ ਇਸ ਟੌਪਿਕ ਬਾਰੇ ਸ਼ੇਅਰ ਕਰਨ।
Vaheguru Ji Ka Khalsa, Vaheguru Ji Ki Fateh to everyone. It's going beautifully in details. So, my couple of points ਨਾਲ ਦੇ ਨਾਲ ਲਿਖ ਰਹੀ ਸੀ. So he said 4 minutes. I will try to stick to time minute so that he can pass to somebody else. ਅਮਨ ਜੀ ਇਸ ਤੋਂ ਬਾਅਦ ਨੀਲੂ ਬਤਰਾ ਜੀ ਨੇ ਵੀ ਪੁੱਛਿਆ, ਉਹਨਾਂ ਨੂੰ ਨੈਕਸਟ ਟਾਈਮ ਉਹਨਾਂ ਦਾ ਹੈ. Right. So number 1, the focus is how not to be cruel, but perhaps आज ਦਾ focus ਇਹ ਨਹੀਂ ਹੈ how to handle cruelty successfully. Right, so मैं ਇੱਥੇ ਇੱਕ ਨੋਟਿਸ ਦੇਣੀ ਆ, ਸ਼ਾਇਦ ਜਿਹੜੀਆਂ ਮੈਕਸਿਮਮ ਡਿਜ਼ੀਜ਼ਸ ਨੇ ਲਾਈਫ ਦੀਆਂ ਦੁਨੀਆ ਦੀਆਂ, be it cancer or anything, they originate from not able to handle cruelty successfully. That's called stuck energy ਸਾਡੇ ਅੰਦਰ ਦੀ. So in the future we must take this topic also because this is very important. ਜਦੋਂ ਅਸੀਂ ਸਿਆਣੇ ਹੁੰਦੇ ਜਾਵਾਂਗੇ, not to do cruelty at the same time, because ਅਸੀਂ business ਵੀ ਕਰਨੇ ਨੇ ਔਰ ਘਰਾਂ ਦੇ ਵਿੱਚ ਵੀ ਆ. And you know, dose for like ਛੋਟੇ ਬੱਚੇ ਤੋਂ dose ਦਵਾਈ ਅਲੱਗ ਹੁੰਦੀ ਹੈ, ਬਜ਼ੁਰਗ ਦੀ ਅਲੱਗ ਹੁੰਦੀ ਹੈ, young man ਦੀ ਅਲੱਗ ਹੁੰਦੀ ਹੈ. So I mean to say, ਛੋਟੇ ਜਿਹੇ ਵੀ ਲੈਵਲ ਤੇ ਛੋਟੇ ਬੱਚੇ ਦੀ ਕੁਆਲਿਟੀ ਉਸਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦੀ ਹੈ, ਪਰ ਜੇ ਕਿਸੇ ਵੱਡੇ ਨੇ ਸਿੱਖੀ ਹੀ ਨਹੀਂ ਤਾਂ ਉਹਦਾ ਵੀ ਐਂਡ ਬਹੁਤ ਮਾੜੀ ਸਿਹਤ, ਮੈਂਟਲ, ਫਿਜ਼ੀਕਲ ਹਰ ਲੈਵਲ ਤੇ ਹੋ ਰਿਹਾ ਹੈ, day and night. So this topic can continue for months and years, I mean to say. Number 2, cruelty ਦੀ ਜਿਹੜੀ journey ਹੈ ਨਾ, it starts from being silence, then the body language, then the subtle actions, then the major super actions. So sometime ਜਿੱਥੇ ਸਾਨੂੰ ਸਹੀ ਲਫ਼ਜ਼ ਬੋਲਨੇ ਹੁੰਦੇ ਹਨ ਅਸੀਂ ਨਹੀਂ ਬੋਲਦੇ, that is also a very subtle form of cruelty. Then the body language, we must be aware of it ਕਿ ਮੈਂ ਕੁਝ ਬੋਲਿਆ ਤੇ ਨਹੀਂ, but my body language is still doing damage. So ਮੈਂ ਇਸ ਉੱਤੇ pause ਲਗਾਉਂਦੀ ਹਾਂ ਇਸ ਗੱਲ ਨੂੰ ਕਿ ਇਹ cruelty subtle ਤੋਂ ਲੈ ਕੇ ਸੁਪਰ ਦੁਨੀਆ ਨੂੰ ਹਿਟਲਰ ਔਰ ਸਟਾਲਿਨ ਦੀ ਤਰ੍ਹਾਂ ਮਾਰਨ ਵਾਲੀ ਹੈ ਇੱਕ ਲੰਬਾ ਸਫ਼ਰ ਹੈ, ਜਿਵੇਂ ਕਿ ਆਲਰੇਡੀ ਵੀ ਭੁਪਿੰਦਰ ਸਿੰਘ ਜੀ ਇਸ ਉੱਤੇ ਕਹਿ ਚੁੱਕੇ ਨੇ ਕਿ ਛੋਟੀ ਛੋਟੀਆਂ ਤੋਂ ਪਹਿਲੇ ਅਸੀਂ ਅਵੇਅਰ ਹੋਣਾ ਹੈ. ਸੋ ਮੈਂ ਥੋੜਾ ਜਿਹਾ ਗੱਲ ਨੂੰ ਇੰਟਰਸਟਿੰਗ ਕਰ ਦਿੰਦੀ ਹਾਂ, since my subject is nutrition, wellness, all that, ਤੇ ਜਦੋਂ ਕਦੇ ਸਾਨੂੰ ਕੋਈ ਆਪਣੇ ਘਰ ਖਾਣੇ ਤੇ ਬੁਲਾਉਂਦਾ ਹੈ, ਚਾਹੇ ਉਹ ਕਿਟੀ ਪਾਰਟੀ ਹੋਵੇ ਚਾਹੇ ਸਤਸੰਗ ਹੋਵੇ, ਤੇ ਜਦੋਂ ਮੈਂ ਆਪਣਾ ਪੋਰਸ਼ਨ ਪਾ ਰਹੀ ਹੁੰਦੀ ਹਾਂ ਖਾਣ ਦਾ ਤੇ ਮੈਂ ਆਊਟ ਆਫ 3-4 ਪ੍ਰੋਟੀਨਸ ਮੈਂ ਇੱਕ ਪਾਉਂਦੀ ਹਾਂ ਤੇ ਕੋਈ ਕਹਿੰਦਾ ਇਹ ਵੀ ਲੈ ਲਓ, ਇਹ ਵੀ ਲੈ ਲਓ, ਇਹ ਵੀ ਲੈ ਲਓ, ਮੈਂ ਆਖਦੀ ਹਾਂ ਮੈਂ ਆਪਣੇ ਲੀਵਰ ਨਾਲ ਕਰੂਅਲ ਨਹੀਂ ਹਾਂ, ਤੁਸੀਂ ਮੈਨੂੰ ਬਾਕੀ ਦੀਆਂ ਘਰ ਪਾ ਦਿਓ. I learn to be kind to my inner organs also, to my whole this body. So this is one dimension out of many dimensions. So मैं सिर्फ एक gesture ਦਿੱਤਾ ਹੈ ਕਿ kindness ਜਦੋਂ ਅਸੀਂ ਸਿੱਖਾਂਗੇ ਨਾ ਅਸੀਂ ਬਿਮਾਰ ਘੱਟ ਹੋਵਾਂਗੇ physically, mentally and emotionally. So in the end ਮੈਂ ਇਸ ਨੂੰ ਇਸ ਤਰ੍ਹਾਂ ਇੱਕ ਚੇਨ ਬਣਾ ਰਹੀ ਹਾਂ ਕਿ kindness and compassion ਵੀ ਇੱਕ ਸਫ਼ਰ ਹੈ. It's a travel. One cannot be overnight that I am compassionate. Compassion ਨਾ ਇੱਕ એનર્ਜੀ ਹੈ ਜਿਹੜੀ ਹਰ ਵਕਤ ਫਿਰ ਸੁੱਤਿਆਂ ਵੀ ਉਹ ਵਾਈਬ੍ਰੇਟ ਹੁੰਦੀ ਰਹਿੰਦੀ ਹੈ ਸਾਡੇ ਅੰਦਰ. ਸੋ ਓਨਲੀ ਥਿੰਗ ਇਜ਼ ਕਿ ਜਿਵੇਂ ਸਾਨੂੰ ਅਵੇਅਰ ਹੋਣਾ ਹੈ ਰਾਈਟ ਆਪਣੇ ਜੀਵਨ ਦੇ ਸਫ਼ਰ ਬਾਰੇ. ਸੋ ਪਰਹੈਪਸ ਦਿਸ ਇਜ਼ ਵਨ ਵੇ ਟੂ ਸੀ ਦੈਟ I really enjoy and relish my compassion now, day to day. ਪਤਾ ਉਹਦੇ ਨਾਲ ਕੀ ਹੋਏਗਾ? Just one short word. ਦੇਖੋ ਹੁਣ ਇਹ ਕਰੰਟ ਸਿਨੈਰੀਓ ਦੇ ਵਿੱਚ ਨਾ ਮੰਨ ਲਓ ਮੈਂ ਕਰੂਅਲ ਨਹੀਂ ਆ ਬਟ ਮੈਨੂੰ ਹੈਂਡਲ ਨਹੀਂ ਕਰਨਾ ਆ ਰਿਹਾ ਐਂਡ ਆਈ ਐਮ ਡੈਮੇਜਿੰਗ ਮਾਈ ਸੈਲਫ. ਜਦੋਂ ਮੈਂ ਆਪਣੇ ਅੰਦਰ ਕੰਪੈਸ਼ਨ ਦੀ ਫੀਲਿੰਗ ਫੀਲ ਕਰਾਂਗੀ ਨਾ ਮੈਂ ਉਸ ਤੇ ਡੈਮੇਜ ਤੋਂ ਵੀ ਬਚ ਜਾਵਾਂਗੀ ਇਨ ਦਾ ਕਰੰਟ ਸਿਨੈਰੀਓ. ਸੋ ਕੰਪੈਸ਼ਨ ਦੀ એનર્ਜੀ ਨੂੰ ਉੱਪਰ ਰੱਖਣਾ ਇਜ਼ ਇੰਪੋਰਟੈਂਟ. ਨਹੀਂ ਤੇ ਸਾਡਾ ਅਸੀਂ ਕੀਤੀ ਨਹੀਂ ਬਟ ਅਸੀਂ ਆਪਣਾ ਲੋਕ ਪਰਲੋਕ ਦੋਨੋਂ ਨਹੀਂ ਸਵਾਰ ਲਾਂਗੇ, ਅਸੀਂ ਕਿਤੇ ਨਾ ਕਿਤੇ ਨੁਕਸਾਨ ਕਰ ਬੈਠਦੇ ਹਾਂ.
Thank you so much. I hope I talked within the time limit and it made some sense to all the members. Vaheguru Ji Ka Khalsa, Vaheguru Ji Ki Fateh. ਥੈਂਕ ਯੂ ਆਂਟੀ ਜੀ। ਬਿਲਕੁਲ ਆਂਟੀ ਜੀ। ਨੀਲੂ ਜੀ ਸ਼ਾਇਦ ਡਿਸਕਨੈਕਟ ਹੋ ਗਏ ਨੇ, ਉਹਨਾਂ ਦਾ ਮੈਸੇਜ ਮੈਨੂੰ ਆਇਆ। ਇੱਕ ਹਰਿੰਦਰ ਜੀ ਦਾ ਸਵਾਲ ਹੈਗਾ, ਸ਼ੀ ਕੈਨ ਕਨੈਕਟ ਅਸ ਫਰਮ, ਸ਼ੀ ਕੈਨ ਅਨਮਿਊਟ ਹਰਸੈਲਫ ਜੀ। ਹਰਿੰਦਰ ਜੀ ਪਲੀਜ਼ ਅਨਮਿਊਟ ਯੋਰਸੈਲਫ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸੱਸੀ Basically, I just want to say one thing, ki what as a human being we should do is that we should have empathy towards others. We have to put ourselves in shoes of others. ਜੇ ਅਸੀਂ ਇਹ ਚੀਜ਼ ਕਰਾਂਗੇ, I don't think so ਅਸੀਂ ਕਿਸੇ ਨਾਲ ਵੀ cruel ਜਾਂ injustice ਕਰਾਂਗੇ. We will Very not good. harm anyone. Great. Yes. Thanks for sharing. What's your name? I am Harinder. ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਂ ਅੰਮ੍ਰਿਤਸਰ ਤੋਂ ਬੋਲ ਰਹੀ ਹਾਂ ਜੀ। Thanks for sharing such a nice point ਕਿ ਜੇ ਮੈਂ empathy ਮੇਰੇ ਅੰਦਰ ਆ ਗਈ ਤੇ ਮੇਰੀ cruelty ਆਪੇ ਜ਼ੀਰੋ ਹੀ ਹੋ ਜਾਏਗੀ। ਵਾਹ ਵਾਹ ਵਾਹ। Thanks. Thank you ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਨਾਲ ਅਮਰੀਕਾ ਤੋਂ ਕੀਰਤਨ ਵੀ I think ਹਾਂਜੀ। available. She wants to share. But I think she got disconnected. So ਜਦੋਂ ਦੁਬਾਰਾ ਆਣਗੇ ਤੇ I would request. ਆਸਟ੍ਰੇਲੀਆ ਤੋਂ ਨਰਿੰਦਰ ਜੀ ਨੇ, ਗੁਰਮੀਤ ਕੌਰ ਜੀ ਨੇ, ਕੈਨੇਡਾ ਤੋਂ ਹਰਮੋਨ ਜੀ ਨੇ, ਬੜੇ ਸਾਰੇ। ਹਰਮੋਨ ਜੀ wants to he has a question. ਹਰਮੋਨ ਜੀ please carry on. ਨਿਊ ਜਰਸੀ ਤੋਂ ਡਾਕਟਰ ਸਾਹਿਬ ਨੇ, CD ਹੈ, ਉਹ ਸਾਰੇ ਆਨਲਾਈਨ ਨੇ। ਠੀਕ ਹੈ ਜੀ। Ask them to join. ਹਰਮੋਨ ਜੀ ਨੂੰ ਸਵਾਲ ਕਰਨਾ ਹੈ ਕੁਝ। ਹਰਮੋਨ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਫਤਿਹ ਜੀ। ਟੋਰਾਂਟੋ। ਹਾਂਜੀ ਵੀਰ ਜੀ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਸੀ, ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਪਿੱਛੇ ਕਿ ਹੁਣ ਤੁਸੀਂ ਪਿੱਛੇ ਵੀਰ ਜੀ ਦੱਸਿਆ ਕਿ ਹੁਣ ਜਿਸ ਤਰ੍ਹਾਂ ਕੋਈ ਵਰਕਰ ਹੈ, ਕਿਸੇ ਕੋਲ ਕੰਮ ਕਰ ਰਿਹਾ ਹੈ ਤੇ ਉਹਦਾ ਓਨਰ ਉਹਨੂੰ ਤਨਖਾਹ ਨਹੀਂ ਦੇ ਰਿਹਾ ਜਾਂ XYZ ਪ੍ਰੋਬਲਮ ਹੋ ਰਹੀ ਹੈ, ਤੇ ਚਲੋ ਉਹ ਓਨਰ ਦੇ ਮਨ 'ਚ ਕੁਝ ਨਹੀਂ ਆ ਰਿਹਾ, ਲੇਕਿਨ ਉਸ ਟਾਈਮ ਜਿਹੜੀ ਪ੍ਰੋਬਲਮ ਵਰਕਰ ਦੇ ਚੱਲ ਰਹੀ ਹੈ ਨਾ ਜੀ, ਤੇ ਉਹ ਪ੍ਰੋਬਲਮ ਸ਼ਾਇਦ ਉਹਨੂੰ ਅੱਗੇ ਜਾ ਕੇ ਕੁਝ ਗਲਤ ਕੰਮ ਕਰਨੇ ਤੋਂ ਮਜਬੂਰ ਕਰ ਰਹੀ ਹੈ। ਉਹ ਇੱਕ ਬੰਦਾ ਨੌਕਰ ਹੈ, ਉਹਨੂੰ ਪੈਸਾ ਚਾਹੀਦਾ ਇਸ ਟਾਈਮ, ਲੇਕਿਨ ਉਹਨੂੰ ਨਹੀਂ ਮਿਲ ਰਿਹਾ ਪੈਸਾ। ਤੇ ਇਸ ਲੋਕਡਾਊਨ ਦੇ ਟਾਈਮ ਵਿੱਚ ਫੋਰ ਐਗਜ਼ਾਮਪਲ ਲੈ ਲਓ ਤੁਸੀਂ, ਤੇ ਉਹਨੂੰ ਤਾਂ ਬੜੀ ਪ੍ਰੋਬਲਮ ਹੋ ਰਹੀ ਹੈ, ਤੇ ਹੁਣ ਉਹ ਅੱਗੇ ਜਾ ਕੇ ਕੁਝ ਵੀ ਗਲਤ ਕੰਮ ਕਰ ਸਕਦਾ ਹੈ, ਤੇ ਇਸ ਟਾਈਮ ਉਹ ਨੌਕਰ ਜਾਂ ਉਹ ਜਿਹੜਾ ਗਰੀਬ ਬੰਦਾ ਹੈ, ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਸੰਭਾਲੇ? ਦੇਖੋ, ਸਾਡਾ ਇਹ ਸਮਾਜ ਇੱਥੇ ਤੱਕ ਇੰਜ ਵਿਗੜ ਗਿਆ ਹੈ, ਤਾਂ ਹੀ ਤੇ ਉਹਦੇ ਨਾਲ ਇਹ ਪ੍ਰੋਬਲਮ ਆ ਰਹੀ ਹੈ। ਅਸੀਂ ਸਾਰੇ ਜਿਨ੍ਹਾਂ ਸਾਡੇ ਸਾਰਿਆਂ ਕੋਲ ਪੈਸਾ ਹੈ, ਕੰਮਕਾਜ ਹੈ, ਔਰ ਵਧੀਆ ਮਕਾਨਾਂ 'ਚ ਬੈਠੇ ਹਾਂ, ਕਰੋੜਾਂ ਰੁਪਏ ਦੀਆਂ ਕਾਰਾਂ ਚਲਾਉਂਦੇ ਹਾਂ, ਔਰ ਬੈਂਕ ਬੈਲੈਂਸ ਵੀ ਸਾਡੇ, ਬੜੀ ਸਾਰੀ ਪ੍ਰਾਪਰਟੀਜ਼ ਵੀ ਨੇ, ਅਸੀਂ ਸਾਰੇ ਮਲਕ ਭਾਗੋ ਬਣੇ ਹੋਏ ਹਾਂ ਕਿ ਨਹੀਂ? ਤਾਂ ਜੇ ਅਸੀਂ ਆਪਣਾ ਮਲਕ ਭਾਗੋ ਵਾਲਾ, ਕਰੂਐਲਟੀ ਵਾਲਾ, ਖੂਨ ਚੂਸਣ ਵਾਲਾ ਸਬਜੈਕਟ ਖਤਮ ਕਰਦੇ ਜਾਈਏ, ਔਰ ਜਿਸ ਤਰ੍ਹਾਂ ਭੈਣ ਜੀ ਬੋਲ ਕੇ ਗਏ ਨੇ, ਐਮਪੈਥੀ ਕਰੀਏ, ਤਾਂ ਆਪੇ ਉਹਦਾ ਸੋਲੂਸ਼ਨ ਨਿਕਲ ਆਏਗਾ। He won't be crushed like this, ਜਿਸ ਤਰ੍ਹਾਂ ਇਸ ਵੇਲੇ ਵਿਚਾਰਾ ਕ੍ਰਸ਼ ਹੋ ਰਿਹਾ ਨਾ। ਰਾਈਟ ਜੀ। ਸੋ ਇਹਦਾ ਮਤਲਬ ਸਾਨੂੰ ਸਮਾਜ ਅੰਦਰ ਸ਼ੇਅਰਿੰਗ ਕਰਨੀ ਪਏਗੀ, ਜਿਹਦੇ ਤੇ ਸਾਨੂੰ ਤਰਸ ਆ ਰਿਹਾ। ਹਾਂਜੀ, ਉਹਦੇ ਤੇ ਸ਼ੇਅਰਿੰਗ ਕਰੀਏ, ਕਮ ਸੇ ਕਮ ਪਹਿਲਾਂ ਆਪਣਾ ਸੁਭਾਅ ਤੇ ਬਣਾਈਏ ਨਾ, ਆਪਣਾ ਸੁਭਾਅ ਬਣਾਈਏ। ਕੋਈ ਭੈਣ ਜੀ ਨੇ ਰਿਜ਼ਲਟ ਹੀ ਕੱਢ ਦਿੱਤਾ, ਐਮਪੈਥੀ ਤਿਆਰ ਕਰੀਏ, ਕਰੂਐਲਿਟੀ ਦਾ ਅੰਪਾਇਰ ਖਤਮ, ਆਪੇ ਸਾਰਾ ਠੀਕ ਹੁੰਦਾ ਜਾਏਗਾ। ਥੈਂਕਸ। ਥੈਂਕ ਯੂ ਜੀ। ਕੋਈ ਡਾਕਟਰ ਸੁਪ੍ਰੀਤ ਜੀ ਕੱਲ ਤੋਂ ਵੇਟ ਕਰ ਰਹੇ ਨੇ, ਉਹਨਾਂ ਨੇ ਮੈਨੂੰ ਕੱਲ ਵੀ ਕਿਹਾ ਸੀ, ਆਮ ਸੌਰੀ ਇਟਸ ਸਕਿਪਡ, ਉਹ ਪਲੀਜ਼ ਕੁਝ ਸਾਂਝ ਕਰਨਾ ਚਾਹੁੰਦੇ। ਸੁਪ੍ਰੀਤ ਜੀ ਜਲਦੀ ਥੋੜਾ ਪਲੀਜ਼। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਨਾ ਅੱਜ ਇੱਕ ਪੋਇਮ ਲਿਖੀ ਹੈ, ਕੱਲ ਤੇ ਜੁਝਾਰਵੀਰ ਜੀ ਮੈਂ ਕੁਝ ਹੋਰ ਬੋਲਣਾ ਸੀ, ਬਟ ਅੱਜ ਮੈਂ ਇੱਕ ਛੋਟੀ ਜਿਹੀ ਪੋਇਮ ਲਿਖੀ ਹੈ, ਮੈਂ ਉਹ ਪੋਇਮ ਬੋਲਣਾ ਚਾਹਾਂਗਾ, ਧਿਆਨ ਨਾਲ ਸੁਣਨਾ ਪਲੀਜ਼। In my life, I created and adopted many beliefs with whatever I have been through. Repeat kar raha. In my life, I have created and adopted many beliefs with whatever I have been through. Those beliefs made me so cruel that I am not ready to listen to anyone, though I know their sharing is true. Those beliefs made me so cruel
that I am not ready to listen to anyone, though I know their sharing is true. While I know from inside what exactly is true, while I know from inside what exactly is true, but my cruel being stops me to change my actions and my views. But my cruel being stops me to change my actions and my view. It's actually my cruelty which made me a coward and suppress my compassion to practice virtues. It's actually my cruelty which made me a coward and suppress my compassion to practice virtues. Then a thought of Nanak came in my mind. Then a thought of Nanak came in my mind. Let's practice and learn from Shabad Guru. Then a thought of Nanak came in my mind. Let's practice and learn from Shabad Guru. Thank you. ਤੇ ਮੈਂ ਇਹਦੇ ਵਿੱਚ ਸਿਰਫ ਇੱਕ ਚੀਜ਼ ਐਡ ਕਰਨਾ ਚਾਹਾਂਗਾ ਕਿ ਜੋ ਵੀ ਕੱਲ ਤੋਂ ਅਸੀਂ ਗੱਲਾਂ ਕਰ ਰਹੇ ਸੀ ਮੈਂ ਆਲਮੋਸਟ ਸਾਰੀ ਚੀਜ਼ਾਂ ਨੂੰ ਲੈ ਕੇ ਚੱਲਿਆ। ਅਮਨਵੀਰ ਜੀ ਨੇ ਗੱਲ ਕੀਤੀ ਸੀ ਕਿ ਅਸੀਂ ਅਗਰ ਕਾਵਰਡ ਹੋ ਜਾਂਦੇ ਆ ਕ੍ਰੂਐਲਿਟੀ ਨਾਲ, ਹਾਂਜੀ ਵੀਰ ਜੀ ਇਹਦੇ ਵਿੱਚ ਗੱਲ ਕੀਤੀ ਕਿ ਅਸੀਂ ਕਾਵਰਡ ਹੋ ਜਾਂਦੇ ਆ ਤਾਂ ਹੀ ਸਾਡੇ ਵਿਚਾਰਾਂ ਨੂੰ ਸਪਰੈਸ ਕਰ ਦਿੰਦੇ ਨੇ ਔਰ ਸਾਡੀ ਐਮਪੈਥੀ, ਕੰਪੈਸ਼ਨ, ਕਾਈਂਡਨੈਸ ਅਸੀਂ ਸਭ ਕੁਝ ਲੂਜ਼ ਕਰ ਸਕਦੇ ਔਰ ਇਨਫੈਕਟ ਅਸੀਂ ਕਰ ਚੁੱਕੇ ਹਾਂ। ਔਰ ਕ੍ਰੂਐਲਿਟੀ ਦੇ ਐਥਸ ਤੋਂ ਅੱਗੇ ਵਿੱਚ ਜੋ ਮੈਂ ਲਿਖਾਂਗਾ ਉਹ ਮੈਂ ਅਗਲੀ ਕਲਾਸ ਵਿੱਚ ਜ਼ਰੂਰ ਸ਼ੇਅਰ ਕਰਾਂਗਾ। ਉਹ ਨਾ ਮੇਰੇ ਆਪ ਨੂੰ ਰੋਕ ਦਿੰਦੀ ਹੈ ਕੁਝ ਵੀ ਕਰਨ ਤੋਂ। ਔਰ ਕ੍ਰੂਐਲਿਟੀ ਮੈਨੂੰ ਬਾਹਰ ਲੱਭਣਾ ਹੀ ਸਭ ਤੋਂ ਵੱਡੀ ਕ੍ਰੂਐਲਿਟੀ ਹੈ। ਪਹਿਲੇ ਮੈਂ ਆਪਣੇ ਅੰਦਰ ਲੱਭ ਲਾਂ ਮੈਂ ਕਿੰਨਾ ਕ੍ਰੂਅਲ ਹਾਂ, ਉਹ ਸਭ ਤੋਂ ਇੰਪੋਰਟੈਂਟ ਹੈ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। We are running out of time, but ਸਾਡੇ ਕੋਲੇ ਮਨਜੀਤ ਜੀ ਹੈਗੇ ਨੇ, he wants to ask a question. ਜੀ ਵੀਰ ਜੀ please you can ask. I am trying to unmute you, I can't. If you can ਦਿਲਜੀਤ ਜੀ you can ask your question. ਹਾਂਜੀ ਹਾਂਜੀ, ਵਾਹਿ ਖਾਲਸਾ ਵਾਹਿ ਫਤਿਹ ਜੀ। ਫਤਿਹ ਵੀਰ ਜੀ। ਆਪਾਂ ਪਿਛਲੇ ਕਾਫੀ ਸਮੇਂ ਤੋਂ ਹਿੰਦੁਸਤਾਨ ਦੇ ਅੰਦਰ ਇਹ ਸੁਣ ਰਹੇ ਹਾਂ ਵੀ ਰਾਮ ਰਾਜ ਆ ਗਿਆ ਔਰ ਸ਼ਾਇਦ 2-3 ਸਾਲਾਂ ਵਿੱਚ ਹਿੰਦੁਸਤਾਨ ਜਿਹੜਾ ਹੈ ਬਹੁਤ ਵੱਡਾ ਕਰੋੜਾਂ ਅਰਬਾਂ ਰੁਪਏ ਲਗਾ ਕੇ ਰਾਮ ਮੰਦਿਰ ਵੀ ਬਣਾਉਣ ਜਾ ਰਿਹਾ। ਪਰ ਜੋ ਅੱਜ ਹਾਲਾਤ ਅਸੀਂ ਸੜਕਾਂ ਤੇ ਦੇਖ ਰਹੇ ਹਾਂ ਵੀ ਗਰੀਬ ਆਦਮੀ ਕਿਸ ਤਰ੍ਹਾਂ ਆਪਣਾ ਮਾਈਗ੍ਰੈਂਟ ਵਰਕਰ ਹੈ ਜਿਹੜਾ ਘਰ ਜਾਣ ਨੂੰ ਬੇਤਾਬ ਹੈ, ਉਹਨੂੰ ਕੋਈ ਉਹ ਨਹੀਂ ਦਿੱਤਾ ਜਾ ਰਿਹਾ, ਰੋਟੀ ਪਾਣੀ ਹਰ ਚੀਜ਼ ਤੋਂ ਮੁਹਤਾਜ ਹੈ। ਕੀ ਇਹ ਧਰਮ ਦੇ ਨਾਂ ਤੇ ਬਹੁਤ ਵੱਡਾ ਮਜ਼ਾਕ ਨਹੀਂ ਹੈ, ਕ੍ਰੂਐਲਿਟੀ ਨਹੀਂ ਹੈ? ਕਈ ਵਾਰੀ ਮਨ ਇੰਨਾ ਦੁਖਦਾ ਹੈ, ਇਕੱਲੇਪਨ ਚ ਇੰਨਾ। ਭੁਪਿੰਦਰ ਵੀਰ ਜੀ ਜਾਣਦੇ ਨੇ, ਮੇਰੇ ਖਿਆਲ ਤਲੋਚਨ ਸਿੰਘ ਵੀ ਨੇ, ਅਸੀਂ ਰਾਤ ਨੂੰ ਜਾ ਕੇ ਸੜਕਾਂ ਦੇ ਉੱਪਰ ਮਾਈਗ੍ਰੈਂਟ ਵਰਕਰ ਨੂੰ ਬਿਸਕਿਟ, ਪਾਣੀ ਔਰ ਈਵਨ ਸਾਨੂੰ ਕਿਸੇ ਨੇ ਸੇਵਾ ਦਿੱਤੀ ਹੈ ਵੀ ਪੈਸੇ ਵੀ ਦਿਓ ਇਹਨਾਂ ਨੂੰ। ਔਰ ਸ਼ਾਇਦ ਅੱਜ ਕਿਸੇ ਪਾਸੋਂ ਇੱਕ ਹੋਰ ਵੀ ਆਇਆ ਵੀ ਮਾਈਗ੍ਰੈਂਟ ਵਰਕਰ ਨੂੰ ਘਰ ਪਹੁੰਚਾਉਣ ਦਾ ਜੋ ਖਰਚਾ ਹੈ ਉਹ ਵੀ ਸ਼ਾਇਦ ਕੋਈ ਕੰਪਨੀ ਬੇਅਰ ਕਰਨ ਨੂੰ ਤਿਆਰ ਹੈ। ਪਰ ਸਰਕਾਰਾਂ ਦੇ ਸਿਰ ਤੇ ਜੂੰ ਨਹੀਂ ਰੇਂਗਦੀ, ਉਹ ਸਭ ਕੁਝ ਦੇਖ ਰਹੀ ਹੈ। ਇਹ ਇਹਨਾਂ ਧਾਰਮਿਕ ਸਾਧੂ ਸੰਤ ਰਿਸ਼ੀ ਮੁਨੀ ਹੋਣ ਦੇ ਬਾਵਜੂਦ ਵੀ ਕੋਈ ਆਵਾਜ਼ ਨਹੀਂ ਚੱਕ ਰਿਹਾ, ਕੋਈ ਹਾਂ ਦਾ ਨਾਰਾ ਨਹੀਂ ਮਾਰ ਰਿਹਾ। ਵੀ ਇੱਕ ਵੀ ਧਾਰਮਿਕ ਸੰਸਥਾ ਨੇ ਕਦੀ ਹਾਂ ਦਾ ਨਾਰਾ ਨਹੀਂ ਮਾਰਿਆ ਕਿ ਸਾਰੀਆਂ ਸਰਕਾਰਾਂ ਤੋਂ ਡਰਦੀਆਂ ਨੇ। So I would request Bhupinder Veer ji to please share his thoughts on this. ਹਾਂਜੀ ਦਲਜੀਤ ਜੀ, ਅਸੀਂ ਨਾ ਇੱਕ ਸੈਂਟੈਂਸ ਸੁਣਿਆ ਹੈ, ਚੈਰਿਟੀ ਬਿਗਨਸ ਐਟ ਹੋਮ। ਹਾਂਜੀ, ਤਾਂ ਹੁਣ ਅਸੀਂ ਅੱਜ ਇਹ ਸਿੱਖ ਰਹੇ ਹਾਂ ਕਿ ਜਿਹੜੀ ਬਾਹਰ ਕ੍ਰੂਐਲਿਟੀ ਹੋ ਰਹੀ ਹੈ, ਇਹ ਕ੍ਰੂਐਲਿਟੀ ਬਿਗਨਸ ਐਟ ਹੋਮ ਕਿਸ ਤਰ੍ਹਾਂ ਹੋ ਗਈ ਮੇਰੇ ਕੋਲੋਂ। ਹਾਂਜੀ, ਸੋ ਅਸੀਂ ਪਹਿਲਾਂ ਨਾ ਆਪਣਾ ਹੁਣ ਚੈੱਕ ਲਗਾ ਰਹੇ ਹਾਂ ਕਿ ਪਹਿਲਾਂ ਮੈਂ ਕ੍ਰੂਐਲਿਟੀ ਕਿੱਥੋਂ ਕਰਦਾ ਹਾਂ। ਮੇਰੇ ਛੋਟੇ ਮੈਨੀ ਐਕਸ਼ਨਸ ਨੇ ਜਿਨ੍ਹਾਂ ਦਾ ਨਾਮ ਮੈਂ ਬਾਰਬਰਿਕ ਐਕਸ਼ਨਸ ਰੱਖਿਆ। ਉਹਨਾਂ ਦਾ ਸਿੰਪਟਮ ਲੱਭਿਆ, ਉਹਨਾਂ ਨੂੰ ਡਾਇਗਨੋਸ ਕੀਤਾ ਕਿ ਮੈਂ ਕਰੂਅਲ ਕਿੱਥੋਂ ਹੋਇਆ। ਮੇਰੇ ਕਾਰਨ ਹੀ ਸਮਾਜ ਬਣਿਆ, ਮੇਰੇ ਕਾਰਨ ਹੀ ਸਾਰਾ ਕੁਝ ਹੈ। ਐਡੇ ਵੱਡੇ ਪੱਧਰ ਤੇ ਪੂਰਾ ਵਰਡ ਬਣ ਗਿਆ ਨਾ। ਸੋ ਅਸੀਂ ਹੁਣ ਤੁਹਾਡਾ ਕੁਐਸਚਨ ਨਾ ਮੈਂ ਇਹਨੂੰ ਇੰਝ ਸਮਝਦਾ ਹਾਂ
ਕਿ ਜਿਵੇਂ ਕੋਈ ਨਿੱਕਾ ਬੱਚਾ 2+2 = 4 ਸਿੱਖ ਰਿਹਾ ਹੋਵੇ, ਹੈ ਨਾ, ਤਾਂ ਤੁਸੀਂ ਉਹਦੇ ਅੱਗੇ ਕਹੋ ਬੜੇ ਵੱਡੇ ਬਿਜ਼ਨਸਮੈਨ ਹੁੰਦੇ ਨੇ, ਉਹ 20 ਗੁਣਾ 5 ਨੂੰ 700 ਕਹਿੰਦੇ ਨੇ, ਉਹ ਬੱਚਾ ਤੇ ਘਬਰਾ ਹੀ ਜਾਏਗਾ ਨਾ। ਉਹ ਤਾਂ ਉਹਨੇ ਆਪ ਹੀ 2+2 = 4 ਸਿੱਖ ਰਿਹਾ ਨਾ। ਹਾਂਜੀ, ਜਾਂ ਥੋੜਾ ਵੱਡਾ ਕਰ ਲਈਏ, ਜਿਹੜਾ ਡਾਕਟਰ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਹੈ, MBBS ਮੰਨ ਲਿਆ 5 ਸਾਲ ਲੱਗਦੇ ਨੇ, ਤਾਂ ਉਹ 5 ਸਾਲਾਂ ਵਿੱਚ ਤੇ ਬੋਡੀ ਪਾਰਟਸ ਔਰ ਬਿਮਾਰੀਆਂ ਉਹ ਡਾਇਗਨੋਸ ਕਰਨਾ ਸਿੱਖ ਰਿਹਾ। ਉਹ ਡਾਕਟਰ ਨੂੰ ਅਸੀਂ ਹੁਣੇ ਇਹ ਤਾਂ ਨਹੀਂ ਪੜ੍ਹਾ ਸਕਦੇ ਕਿ ਮੈਡੀਕਲ ਫੀਲਡ ਦੇ ਅੰਦਰ ਕਿਸ ਤਰ੍ਹਾਂ ਹੇਰਾ ਫੇਰੀਆਂ ਹੁੰਦੀਆਂ ਨੇ, ਕਿਸ ਤਰ੍ਹਾਂ ਲੋਕੀ ਨਕਲੀ ਦਵਾਈਆਂ ਵੇਚਦੇ ਨੇ, ਕਿਸ ਤਰ੍ਹਾਂ ਧੰਦੇ ਕਰਦੇ ਨੇ। ਅਲਟੀਮੇਟਲੀ ਤੇ ਅਸੀਂ ਉਸ ਡਾਕਟਰ ਨੂੰ ਪੜ੍ਹਾਈ ਕਰਾ ਕੇ ਉਹਨੂੰ ਡਾਕਟਰ ਬਣਾਉਣਾ ਚਾਹ ਰਹੇ ਹਾਂ। ਸੋ ਇਹ ਬਿਲਕੁਲ ਡਿਫਰੈਂਟ ਐਂਗਲ ਹੈ, ਜਿਸ ਐਂਗਲ ਤੋਂ ਅਸੀਂ ਹੁਣ ਆਪਣੇ ਬਾਰੇ ਡਾਇਗਨੋਸ ਕਰ ਰਹੇ ਹਾਂ। ਠੀਕ ਹੈ, ਤੁਹਾਡਾ ਕੁਐਸਚਨ ਸ਼ਾਇਦ ਮੇਰੇ ਕੋਲ ਆਨਸਰ ਵੀ ਨਾ ਹੋ ਪਾਏ। ਠੀਕ ਹੈ, ਕੋਈ ਗੱਲ ਨਹੀਂ। ਚੰਗਾ ਜੀ, ਵਾਹਿ ਖਾਲਸਾ। ਥੈਂਕ ਯੂ ਜੀ। ਆਈ ਥਿੰਕ ਹਰਪ੍ਰੀਤ ਵੀ ਜੀ ਕੁਝ ਸ਼ੇਅਰ ਕਰਨਾ ਚਾਹੁੰਦੇ ਨੇ। ਹਰਪ੍ਰੀਤ ਜੀ, ਉਸ ਤੋਂ ਬਾਅਦ MP ਜੀ ਦਾ ਕੋਈ ਸਵਾਲ ਹੈ? ਹਰਪ੍ਰੀਤ ਜੀ ਤੋਂ ਬਾਅਦ MP ਜੀ। ਹਰਪ੍ਰੀਤ ਜੀ ਪਲੀਜ਼ ਅਨਮਿਊਟ योरसेल्फ। वैसे मेरा पॉइंट वो दीदी ने अमृतसर वाले ने क्लियर काफी अच्छा हद तक करता है, पर मैं ਵੀਰ ਜੀ ਦਾ ਇੱਕ ਲੈਕਚਰ ਵਿੱਚ ਪੁਆਇੰਟ ਸ਼ੇਅਰ ਕਰ ਰਿਹਾ ਸੀ, ਸੋਚ ਰਿਹਾ ਸੀ ਵੀਰ ਜੀ ਦਾ ਕਿ ਜਿੰਨਾ ਅਸੀਂ ਆਲਟਰੂਇਜ਼ਮ ਪ੍ਰੈਕਟਿਸ ਕਰਦੇ ਆ, ਦੂਸਰੇ ਦੇ ਪੈਰ ਸ਼ੂ ਵਿੱਚ ਪੈਰ ਪਾ ਕੇ ਦੇਖਦੇ ਆ ਕਿ ਉਸ ਦੀ ਕੀ ਮਜਬੂਰੀ ਹੈ ਔਰ ਉਹਦੇ ਪੁਆਇੰਟ ਆਫ ਵਿਊ ਨੂੰ ਸੁਣਦੇ ਆ, ਉਹਨਾਂ ਸਾਡੀ ਕ੍ਰੀਏਟੀਵਿਟੀ ਘੱਟ ਹੁੰਦੀ ਹੈ। ਤੇ ਇੱਕ ਪੁਆਇੰਟ ਅਸੀਂ ਐਂਗਰ ਸੈਮੀਨਾਰ ਵਿੱਚ ਵੀ ਸ਼ੇਅਰ ਕੀਤਾ ਸੀ ਕਿ ਅਸੀਂ ਨਾ ਸਨੀਕੀ ਐਂਗਰ ਕਰਦੇ ਆ, ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਅਸੀਂ ਕਈ ਅਚਨਚੇਤ ਹੀ ਉਸ ਸਨੀਕੀ ਐਂਗਰ ਦੇ ਵਿੱਚ ਕਿਸੇ ਦੇ ਜੋ ਭਲਾ ਕਿਸੇ ਦਾ ਨਹੀਂ ਵੀ ਹੋਣ ਵਾਲਾ ਹੁੰਦਾ, ਅਸੀਂ ਉਹ ਗੱਲ ਜਾਂ ਉਹ ਸੁਜੈਸ਼ਨ ਜਾਂ ਉਹ ਗੱਲ ਉਸਨੂੰ ਦੱਸ ਦਿੰਦੇ ਆ ਜਿਹਦੇ ਨਾਲ ਉਹਦਾ ਨੁਕਸਾਨ ਹੁੰਦਾ ਹੈ। ਤੇ ਉਹ ਜਿਹੜਾ ਸਨੀਕੀ ਐਂਗਰ ਹੈ ਉਹ ਵੀ ਕ੍ਰੂਐਲਿਟੀ ਦਾ ਇੱਕ ਬਹੁਤ ਵੱਡਾ ਪੱਖ ਹੈ ਕਿ ਜਦੋਂ ਅਸੀਂ ਸਨੀਕੀ ਐਂਗਰ ਦੇ ਵਿੱਚ ਹੁੰਦੇ ਆ ਤਾਂ ਸਾਨੂੰ ਬਿਲਕੁਲ ਪਤਾ ਵੀ ਨਹੀਂ ਚੱਲਦਾ ਕਿ ਅਸੀਂ ਕਿਸੇ ਦਾ ਅਚਨਚੇਤ ਕਿੰਨਾ ਮਾੜਾ ਕਰ ਜਾਂਦੇ ਆ। ਸੋ ਸਨੀਕੀ ਐਂਗਰ ਵਿੱਚ ਮਤਲਬ ਅਸੀਂ ਉਸ ਐਂਗਰ ਸੈਮੀਨਾਰ ਵਿੱਚ ਬੜੇ ਸਾਰੇ ਪੁਆਇੰਟ ਵੀ ਸ਼ੇਅਰ ਕੀਤੇ ਸੀਗੇ, ਪਰ ਜਿਹੜਾ ਲੁਕ ਛੁਪਾ ਕੇ ਔਰ ਬੜੇ ਗੋਲ-ਮੋਲ ਤਰੀਕੇ ਨਾਲ ਔਰ ਬੜਾ ਲਪੇਟ ਕੇ ਔਰ ਪਤਾ ਵੀ ਨਹੀਂ ਲੱਗਦਾ ਦੂਸਰੇ ਬੰਦੇ ਦਾ ਨੁਕਸਾਨ ਹੋ ਜਾਂਦਾ ਹੈ। ਤੇ ਅਸੀਂ ਇਸ ਤਰ੍ਹਾਂ ਉਸ ਸਨੀਕੀ ਐਂਗਰ ਨੂੰ ਪ੍ਰੈਕਟਿਸ ਕਰਦੇ ਹਾਂ। ਪਤਾ ਹੈ ਸਾਨੂੰ ਸੁਸਾਇਟੀ ਵਿੱਚ ਕਿ ਭੇਦਭਾਵ ਨਹੀਂ ਕਰਨਾ, ਸਾਨੂੰ ਪਤਾ ਹੈ ਕਿ ਸੁਸਾਇਟੀ ਵਿੱਚ ਅਸੀਂ ਰਿਲੀਜਨ ਦਾ ਭੇਦਭਾਵ ਨਹੀਂ ਕਰਨਾ, ਪਰ ਜੇ ਸਾਡੇ ਰਿਲੀਜਨ ਦਾ ਕੋਈ ਬੰਦਾ ਹੈਗਾ ਤਾਂ ਅਸੀਂ ਉਸਨੂੰ ਬਿਲਕੁਲ ਹੈਲਪ ਕਰਨ ਵੇਲੇ ਵੀ ਅੱਗੇ ਵੱਧ ਜਾਂਦੇ ਹਾਂ, ਪਰ ਉਹੀ ਕੋਈ ਦੂਸਰੇ ਰਿਲੀਜਨ ਦਾ ਬੰਦਾ ਆ ਜਾਏ ਤਾਂ ਅਸੀਂ ਉਹ ਇੱਕ ਫਿਲਟਰ ਲਗਾ ਲੈਂਦੇ ਹਾਂ ਕਿ ਮੈਨੂੰ ਲੱਗਦਾ ਹੈ ਕਿ ਇਹ ਦੂਸਰੇ ਰਿਲੀਜਨ ਦਾ ਹੈ ਕਿ ਮੈਨੂੰ ਆਈ ਕੇਮ ਅਕ੍ਰੋਸ ਵਨ ਕਨਵਰਸੇਸ਼ਨ ਜਿਹਦੇ ਵਿੱਚ ਬੰਦਾ ਕਹਿੰਦਾ ਹੈ ਕਿ ਤੁਸੀਂ ਇਹਨਾਂ ਦਾ ਭਲਾ ਕਿਉਂ ਕਰ ਰਹੇ ਹੋ, ਕਿਉਂਕਿ ਤੁਸੀਂ ਸੱਪਾਂ ਨੂੰ ਦੁੱਧ ਪਿਲਾ ਰਹੇ ਹੋ, ਤੁਸੀਂ ਇਹਨਾਂ ਦਾ ਭਲਾ ਨਾ ਕਰੋ। ਸੋ ਇਸ ਤਰ੍ਹਾਂ ਦੀ ਸੋਚ ਵੀ ਸੁਸਾਇਟੀ ਵਿੱਚ ਹੈਗੀ ਹੈ ਤੇ ਜਦੋਂ ਅਸੀਂ ਦੂਸਰੇ ਰਿਲੀਜਨ ਦੇ ਬੰਦਿਆਂ ਦੀ ਹੈਲਪ ਕਰਦੇ ਹਾਂ ਤਾਂ ਉਹ ਲੋਕੀ ਸਾਨੂੰ ਰੋਕਦੇ ਨੇ। ਕਿਉਂ? ਬਿਕੋਜ਼ ਕਿ ਉਹ ਸਨੀਕੀ ਐਂਗਰ ਜਿਹੜਾ ਵਾਲਾ ਪੁਆਇੰਟ ਹੈ ਅਸੀਂ ਉਹ ਆਪਣੇ ਅੰਦਰ ਰੱਖਿਆ ਹੋਇਆ ਹੈ। ਸੋ ਮੈਨੂੰ ਲੱਗਦਾ ਹੈ ਕਿ ਸਨੀਕੀ ਐਂਗਰ ਵੀ ਇੱਕ ਬਹੁਤ ਵੱਡਾ ਪੱਖ ਹੈ ਜਦੋਂ ਅਸੀਂ ਕਿਸੇ ਦੀ ਹੈਲਪ ਵਾਸਤੇ ਰੁਕਦੇ ਹਾਂ ਔਰ ਅਸੀਂ ਕ੍ਰੂਐਲਿਟੀ ਕਰਦੇ ਹਾਂ। ਵੈਲ ਸੈਡ ਹਰਪ੍ਰੀਤ ਜੀ, ਬਿਲਕੁਲ ਠੀਕ ਕਹਿ ਰਹੇ ਹੋ। ਸਾਡਾ ਜਿਹੜਾ ਸਨੀਕੀ ਐਂਗਰ ਹੈ ਅੰਦਰ ਦੱਬਿਆ ਹੁੰਦਾ, ਉਹ ਬੜੇ ਡਿਫਰੈਂਟ ਰੂਪ ਧਾਰ ਕੇ ਅਸੀਂ ਰਿਵੈਂਜ ਲੈਂਦੇ ਆ ਜਾਂ ਭੈੜੇ ਐਕਸ਼ਨਸ ਕਰਦੇ ਆ। ਯੈਸ ਯੂ ਆਰ ਰਾਈਟ। ਥੈਂਕਸ ਫॉर ਸ਼ੇਅਰਿੰਗ ਜੀ। ਐਮਪੀਵੀ ਜੀ ਅਨਮਿਊਟ ਕਰੋ। ਅਨਮਿਊਟ ਹੈ ਜੀ। ਸਪਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ। ਐਕਚੁਅਲੀ ਹੁਣੇ ਡਿਸਕਸ ਹੋ ਰਿਹਾ ਸੀ, ਆਈਪੀ ਆਂਟੀ ਬੋਲ ਰਹੇ ਸੀ ਇੱਕ ਪੁਆਇੰਟ ਜੋ ਮੈਨੂੰ ਬੜਾ ਕਲਿੱਕ ਹੋਇਆ ਕਿ ਮੇਰਾ ਕੁਐਸਚਨ ਵੀ ਉਸ ਤੋਂ ਹੀ ਰਿਲੇਟਡ ਹੈ ਕਿ ਅਗਰ ਮੈਨੂੰ ਲੱਗ ਰਿਹਾ ਹੈ ਕਿ ਮੇਰੇ ਉੱਤੇ ਕੋਈ ਕ੍ਰੂਐਲਿਟੀ ਵਾਲਾ ਐਕਟ ਹੋ ਰਿਹਾ ਹੈ। ਕ੍ਰੂਐਲਿਟੀ ਮੈਂ ਉਸ ਸਾਈਡ ਤੋਂ ਨਹੀਂ ਕਹਿ ਰਹੀ ਕਿ ਮੈਂ ਉਸ ਬੰਦੇ ਦੇ ਕੋਈ ਅਵਗੁਣ ਵੇਖ ਰਹੀ ਹਾਂ, ਬਟ ਅਗਰ ਮੇਰਾ ਮਨ ਪਰੇਸ਼ਾਨ ਹੋ ਰਿਹਾ ਹੈ ਕਿਸੇ ਗੱਲ ਨਾਲ ਤੇ ਉਹ ਕ੍ਰੂਐਲਿਟੀ ਹੋ ਗਈ ਨਾ ਮੇਰੇ ਮਨ ਵਾਸਤੇ। ਤੇ ਅਗਰ ਮੈਂ ਇਹ ਸੋਚ ਰਹੀ ਹਾਂ ਕਿ ਮੈਂ ਕੁਝ ਆਨਸਰ ਨਾ ਕਰਾਂ ਇਸ ਗੱਲ ਤੇ ਕਿ ਮੈਂ ਆਪਣੇ ਉੱਤੇ ਕ੍ਰੂਐਲਿਟੀ ਨਹੀਂ ਕਰ ਰਹੀ ਅਗਰ ਮੈਂ ਅੰਦਰੋਂ ਹੀ ਆਪੇ ਪਰੇਸ਼ਾਨ ਹੋ ਰਹੀ ਹਾਂ।
हाँ जी आईपी आंटी जवाब देंगे ना ਇਹਦਾ ਤੁਹਾਨੂੰ ਜਾਂ ਤੁਸੀਂ ਮੈਨੂੰ ਪੁੱਛ ਰਹੇ ਹੋ? ਮੈਂ ਦੋਨਾਂ ਨੂੰ ਪੁੱਛ ਰਹੀ ਹਾਂ। ਅੱਛਾ ਮੈਂ ਤੁਹਾਨੂੰ ਪੁੱਛ ਰਹੀ ਹਾਂ, ਉਹਨਾਂ ਨੇ ਟੌਪਿਕ ਮਤਲਬ ਟੱਚ ਕੀਤਾ ਸੀ ਤੇ ਫਿਰ ਮੇਰੇ ਮਨ ਵਿੱਚ ਇਹ ਸਵਾਲ ਆਇਆ। ਵੈਸੇ ਜਵਾਬ ਤਾਂ ਉਹਨਾਂ ਦਾ ਹੀ ਦੇਣਾ ਬਣਦਾ ਹੈ। ਮੈਂ ਆਪਣੀ ਸ਼ੇਅਰਿੰਗ ਕਰ ਲੈਂਦਾ ਕਿ ਮੈਂ ਨਾ ਜਾਚ ਸਿੱਖ ਰਿਹਾ ਕਿ ਮੈਂ ਦੂਸਰਿਆਂ ਦੀ ਗੱਲ ਨੂੰ ਟੋਲਰੇਟ ਕਿਵੇਂ ਕਰ ਸਕਾਂ, ਮੈਂ ਸਬਰ ਨਾਲ ਕਿਸ ਤਰ੍ਹਾਂ ਸੁਣ ਸਕਦਾ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਮੇਰਾ ਕ੍ਰੂਐਲਿਟੀ ਦਾ ਸੱਪ ਵੱਡਾ ਨਾ ਹੁੰਦਾ ਜਾਵੇ। ਸੁਹਾਵਨੀ ਕੌਰ ਜੀ ਕੀ ਬੋਲਦੇ ਨੇ? हाँ जी मेरा मैं सामने कोशिश कर दिया कि सामने बोला ताकि ओके आई डोंट नो मेरी पिक्चर हैगी है कि नहीं। जी आ रही है। ओके व्हाटएवर आई डोंट नो ऑन व्हिच विंडो। जी मेरा पॉइंट आई पर्सनली फील इज वेरी डेलिकेट पॉइंट बिकॉज मैं इस नाल डे टू डे डील कर रही हूँ एंड दिस इज माय पर्सनल हैंडलिंग एक्सपीरियंस आल्सो एंड आई वुड से दैट मैं इसनु बहुत बहुत ज्यादा डीपर जाके देखा हर लेवल पे इंक्लूडिंग माय मॉम्स लाइफ इंक्लूडिंग मैनी एडल्ट्स लाइफ। तो मैं इसनु सामने एक्सप्रेस किया है। तो आई परहैप्स फील कि यस वी मस्ट अंडरस्टैंड फर्स्ट कि जी मैनू आई डोंट नो तुसी फैमिलियर हो एक वर्ड नाल द ट्रांसम्यूटेशन ट्रांसम्यूट होंदा है कि बड़े सटल वे विच ना एनर्जी नू इस पासों दूजे पासे लेके जाना। दिस इज अ स्किल, दिस इज अ लर्निंग। पर जब तक मेरे को स्किल नहीं है ना ते मैं अपना नुकसान करदी हाँ करता वां। ਇਹ ਡੈਫੀਨੇਟਲੀ ਹੈਗਾ ਇਹ ਹੀ ਸਟਕ એનર્ਜੀ ਹੈ ਸਾਡੇ ਸਾਰਿਆਂ ਦੀ ਬਿਕਾਜ਼ ਇੱਥੇ ਅਸੀਂ ਹਾਰ ਜਾਂਦੇ ਆ। ਆਈ ਊਡ ਸੇ ਕਿ ਕੰਪੈਸ਼ਨ ਕਾਈਂਡਨੈਸ ਐਮਪੈਥੀ ਇਜ਼ ਦਾ ਅਲਟੀਮੇਟ ਆਫ ਆਵਰ ਲਾਈਫ। ਇਹਦੀ ਕੋਈ ਅਪਰ ਲਿਮਿਟ ਨਹੀਂ ਹੈ। ਅਗਰ ਅਸੀਂ ਆਪਣੇ ਗੁਰੂਆਂ ਦੇ ਜੀਵਨ ਨੂੰ ਦੇਖੀਏ ਤਾਂ ਅਸੀਂ ਇਹਦੀ ਕਿਹੜੀ ਅਪਰ ਲਿਮਿਟ ਲਗਾਵਾਂਗੇ? ਸ਼ਾਇਦ ਰੋ ਕੇ ਹੌਂਕੇ ਭਰ ਕੇ ਬਹਿ ਜਾਵਾਂਗੇ ਕਿ ਗੁਰੂ ਪਾਤਸ਼ਾਹ ਜੀ ਪਤਾ ਨਹੀਂ ਤੁਸੀਂ ਕਿਸ ਚੀਜ਼ ਦੇ ਬਣੇ ਸੀ। So that is the highest limit जिथे सानू टुरदे जाना है। But I touched the point, the ground point कि अपना नुकसान ना कर दईए जे नहीं आंदा राइट हुणे हैंडल करना बिकॉज असी उसी एनवायरनमेंट विच रह रहे हैं। ऐ ना होवे कि एक्सप्रेशन ही अपना एक दिन खो दईए गूंगे हो जाइए। This is what I mean, right? I don't know जिन्हां ने क्वेश्चन कीता है वो गल समझ पा रहे ने कि अपना नुकसान नहीं करना। सबर सीखना है, किसी नू सहना है, सबर अंदर साबरी लेना है, पर ए मेरा नुकसान किवें ना करे। मेरे इतने इंपॉर्टेंट न्यूट्रिएंट जेडी मां ने मैनू रोटी बना के खवाए हैं विच पाए हैं ओ फ्रूटलेस ना चले जान। मैं सॉरी ये टॉपिक ना मैं खराब नहीं करना चाहती, बड़ा सोहना जा रहा है, पर कई बारी मैं देखनी है कि वुमेन इतनी अल्कोहलिक क्यों हो रही है, इतनी अल्कोहलिक हो रही है साडे घरां दे आले दुआले। मेरे आई मीन आई वुड से दैट अमेरिकन दा भी हुण पूरा ग्रुप है। आई एम वर्किंग विद द पीपल इंटरनेशनली, उन्हां दे नाल बैठदी उठदी हां, मैं देख रही हां कि ऐ ही सिर्फ एक्सप्रेशन ही नहीं सी कि उसने दूसरे पासे सहारा लेना शुरू किया। सो दैट्स इट, अपना नुकसान नहीं करना। इसी करके ते गुरबाणी दी लोड़ है, इसी करके तो गुरबाणी एक बहुत सुहावना सफर है। दैट मेरा रिस्पॉन्स मेरे वास्ते क्रिएटिव किवें होवे अते दूसरा मनुख भी बदलण दे पूरी चांस रखता होवे। मैं इस तो ज्यादा समा नहीं लैंदी, शायद बाहर विच मैं बहुत ज्यादा इस टॉपिक दे थैंक यू उत्ते सो बोल मच आंटी जी। वी आर ऑलरेडी रनिंग आउट ऑफ टाइम, ਅਸੀਂ ਲੇਟ ਹੀ ਹਾਂ जी। I'm ਇੱਕ sorry ਸ਼ੇਅਰਿੰਗ ਗੁਰਮੀਤ ਜੀ ਕਰਨਾ ਚਾਹੁੰਦੇ ਨੇ ਬਿਫੋਰ ਵੀ ਐਂਡ ਅਪ। And then we have to take CD with you and then we will conclude. Okay, fine. No issues. Gurmeet ji, please go ahead fast. Gurmeet ji, unmute yourself. Please. ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਵੀਰ ਜੀ एक इंटरेस्टिंग मतलब पॉइंट शेयर करना चाहना कि द इंटेंशन बिहाइंड द एक्शन भी काफ़ी इम्पोर्टेंट होता है।
Now I'll give you a practical dilemma which I faced currently. ਸਾਰੇ ਕਹਿੰਦੇ ਨੇ ਕਿ EMPLOYEES ਦੀ ਸੈਲਰੀ ਕੱਟ ਨਹੀਂ ਕਰਨੀ ਚਾਹੀਦੀ ਔਰ EMPLOYEES ਨੂੰ ਕੱਟਣਾ ਨਹੀਂ ਚਾਹੀਦਾ, but in a situation where business is facing currently, if we do not cut salaries or do not retrench people, ਤੇ ਸਾਰੇ business down ਹੋ ਸਕਦਾ ਹੈ ਤੇ ਜਿੰਨੇ EMPLOYEES ਤੁਸੀਂ ਬਚਾ ਸਕਦੇ ਹੋ ਉਹ ਵੀ ਨਹੀਂ ਬਚਣਗੇ। Suppose ਤੁਹਾਨੂੰ 100% EMPLOYEES ਨੇ ਉਸ 20% retrench ਕਰਨਾ ਹੈ ਤੇ 20% ਦੀ ਸੈਲਰੀ ਕੱਟ ਕਰਨੀ ਹੈ ਤੇ ਉਹ ਕਰਨਾ ਪਏਗਾ, ਜ਼ਰੂਰੀ ਹੈ, because 60-70% ਤੁਸੀਂ ਅੱਗੇ ਦੀ ਸੇਵ ਕਰ ਰਹੇ ਹੋ। Intention is also very important. You cannot say an act is cruel just on the face of it. What was the intention behind that action? बस यही शेयर करना चाहता सी। Thanks for sharing, Gurmeet ji. ਹੁਣ ਅਸੀਂ ਹਾਂਜੀ CDV ਜੀ ਨੂੰ ਰਿਕੁਐਸਟ ਕਰਾਂਗੇ ਕਿ he wants to share something with us. CDV, you can unmute your ਹਾਂਜੀ ਭਾਈ ਖਾਲਸਾ ਵਾਹਿ ਜੀ ਫਤਿਹ। the gist ਜੋ ਕਾਲੋ ਰਾਜ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ ਉਹ ਹੈ ਕਿ ਆਪਣੇ ਆਪ ਨੂੰ ਫਿਕਸ ਕਿਸ ਤਰ੍ਹਾਂ ਕਰਨਾ ਹੈ and how do we do and how we not cruel to ourselves. There is a word which is sometimes used very negatively is self pity. ਇਹਦੇ ਵਿੱਚ ਸਾਨੂੰ ਇਹ ਸਿੱਖਣਾ ਹੈ ਕਿ ਅਸੀਂ ਸੈਲਫ ਪਿਟੀ ਨੂੰ ਪੋਜ਼ਿਟਿਵਲੀ ਕਿਸ ਤਰ੍ਹਾਂ ਲਈਏ। ਸੈਲਫ ਪਿਟੀ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਵਿਚਾਰਾ ਜਾਂ ਲੋਕਾਂ ਦੇ ਸਾਹਮਣੇ ਇੱਕ ਢਿੱਲਾ ਜਿਹਾ ਬਣ ਕੇ ਰਹਿਣਾ ਤੇ ਉਹਨਾਂ ਦੀ ਸਿੰਪਥੀ ਗੇਨ ਕਰਨਾ। ਇਹਦੇ 'ਚ ਕਰੂਐਲਿਟੀ ਦੇ ਮਾਮਲੇ ਸੈਲਫ ਪਿਟੀ ਅਸੀਂ ਇਸ ਤਰ੍ਹਾਂ ਕਰਨੀ ਹੈ ਕਿ ਅਸੀਂ ਆਪਣੇ ਉੱਤੇ ਸੈਲਫ ਪਿਟੀ ਕਰੀਏ ਕਿ ਅਸੀਂ ਕਰੂਅਲ ਨਾ ਬਣੀਏ ਆਪਣੇ ਉੱਤੇ। ਜਦੋਂ ਅਸੀਂ ਆਪਣੇ ਆਪ ਦੇ ਵਿੱਚ ਕਰੂਅਲ ਨਹੀਂ ਹੋਵਾਂਗੇ ਤੇ ਫਿਰ ਇਹ ਜਿਹੜੇ ਸਾਡੇ ਸਾਰੇ ਜਿਹੜੇ, ਕਿਉਂਕਿ ਅਸੀਂ ਹਰ ਇੱਕ ਚੀਜ਼ ਨੂੰ ਦੂਜਿਆਂ ਦੀ ਨਜ਼ਰਾਂ ਨਾਲ ਤੋਲ ਰਹੇ ਹਾਂ ਕਿ ਅਸੀਂ ਦੂਜਿਆਂ ਨਾਲ ਕਿਸ ਤਰ੍ਹਾਂ ਬਿਹੇਵ ਕਰਨਾ ਹੈ, ਪਰ ਜਦੋਂ ਅਸੀਂ ਆਪਣੀ ਉੱਤੇ ਸੈਲਫ ਪਿਟੀ ਕਰਨਾ ਸ਼ੁਰੂ ਕਰਾਂਗੇ, ਕਰੂਐਲਿਟੀ ਬੰਦ ਕਰਾਂਗੇ ਆਪਣੇ ਉੱਤੇ, ਤੇ ਸਾਡਾ ਦੂਸਰਿਆਂ ਨਾਲ ਵਤੀਰਾ ਵੀ ਠੀਕ ਹੁੰਦਾ ਜਾਏਗਾ ਤੇ ਦੂਸਰਿਆਂ ਦੇ ਉੱਤੇ ਅਸੀਂ ਜਵਾਬ ਕਿਸ ਤਰ੍ਹਾਂ ਦੇਣਾ ਹੈ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਹਰ ਇੱਕ ਚੀਜ਼ ਦਾ ਆਨਸਰ ਦੇਣਾ ਹੁੰਦਾ ਹੈ। ਇੱਕ ਬੜਾ ਸਿੰਪਲ ਜਿਹਾ ਐਗਜ਼ਾਮਪਲ ਲਈਏ, ਅਗਰ ਅਸੀਂ ਕਿ ਜਦੋਂ ਅਸੀਂ ਬਾਹਰ ਬੈਠੇ ਹੋਈਏ ਤੇ ਧੁੱਪ ਝਾੜ ਆਵੇ ਤੇ ਧੁੱਪ ਝਾੜ ਆਉਂਦੀ ਹੈ ਤੇ ਅਸੀਂ ਉੱਥੋਂ ਕੀ ਕਰਦੇ ਹਾਂ ਕਿ ਅਸੀਂ ਸੂਰਜ ਨੂੰ ਜਵਾਬ ਦਿੰਦੇ ਹਾਂ ਕਿ ਸਾਡੇ ਤੇ ਧੁੱਪ ਕਿਉਂ ਚੜਾ ਰਹੇ ਹੈ? ਅਸੀਂ ਉੱਥੋਂ ਉੱਠ ਕੇ ਸਾਈਡ ਤੇ ਹੋ ਜਾਂਦੇ ਹਾਂ, ਛਾਂ ਤੇ ਚਲੇ ਜਾਂਦੇ ਹਾਂ। ਸਿੰਪਲੀ ਸਾਡੇ ਨਾਲ ਕੋਈ ਕਰੂਅਲ ਹੁੰਦਾ ਹੈ ਜਾਂ ਸਾਡੇ ਨਾਲ ਕੋਈ ਡੋਮੀਨੇਟ ਕਰਦਾ ਹੈ, ਸਾਨੂੰ ਸਿਰਫ ਤੇ ਸਿਰਫ ਇਤਨਾ ਕਰਨਾ ਹੈ ਕਿ ਉੱਥੋਂ ਆਪਣੇ ਆਪ ਨੂੰ ਹਟਾ ਕੇ then we think of the action ਕਿ ਅਸੀਂ ਇਹਦਾ ਕੀ ਐਕਸ਼ਨ ਲੈਣਾ ਹੈ। ਜ਼ਰੂਰੀ ਨਹੀਂ ਕਿ ਅਸੀਂ ਕਿਸੇ ਨੂੰ ਆਨਸਰ ਦੇਣਾ ਹੈ। ਮੈਂ ਸਿਰਫ ਇਤਨਾ ਹੀ ਸ਼ੇਅਰ ਕਰਨਾ ਚਾਹੁੰਦਾ ਹਾਂ। ਬਾਕੀ ਸਾਰਿਆਂ ਨੇ ਬਹੁਤ ਅੱਛਾ ਸ਼ੇਅਰ ਕੀਤਾ ਹੈ। ਥੈਂਕ ਯੂ ਜੀ। ਥੈਂਕਸ CD ਜੀ, ਥੈਂਕਸ ਫॉर ਸ਼ੇਅਰਿੰਗ। ਛੋਟੀ ਸ਼ੇਅਰਿੰਗ ਸੁਖਵਿੰਦਰ ਸਿੰਘ ਜੀ ਔਰ ਹਰਜਿੰਦਰ ਜੀ ਵੀ ਕਰਨਾ ਚਾਹੁੰਦੇ हैं, तो फटाफट प्लीज ਤੁਸੀਂ ਕਰ ਸਕਦੇ ਹੋ so that we can wind up please. ਸੁਖਵਿੰਦਰ ਸਿੰਘ ਜੀ please unmute. ਹਾਂਜੀ go ahead. oh ਸੁਖਵਿੰਦਰ ਜੀ ਵਾਹਿਗੁਰੂ ਜੀ ਚੁੱਪੇ ਬੈਠੇ ਸੀ, ਸਾਨੂੰ ਦਿਸ ਨਹੀਂ ਰਹੇ ਸੀ। you should have joined in video. go ahead please. जी मैं सिर्फ 1 मिनट लगाना, ज़्यादा नहीं लवांगा। मैं शायद जो बोलने लगा शायद कईयां नूं थोड़ा जिहा औखा लगे सुनन नूं जां मे भी उस मेरे नाल नहीं सहमत हो सकते, ये भी गल है। लेकिन मैं ना वीर जी देखिया भी पूरी दुनिया विच सब तो ज़्यादा क्रूअल जिहड़े इंसान ने ना जो मैं देखे ने वो हैगे ने साडे धर्मी बंदे, जिहड़े सो काल दुनिया दे विच असीं जिहड़े साडे धर्म के नाते ऑर्गेनाइज्ड धर्म के जिहड़े पैरोकार बने हुए हैं ना, उन्हां तो क्रूअल मैनूं दुनिया च कोई बंदे नहीं दिखे। और अज तक दा दुनिया दे विच क्रूएलिटी दा बिगेस्ट एक्ट जो होया, जो अकॉर्डिंग टू मी है सब तो वड्डा क्रूएलिटी दा जिहड़ा एक्ट होया दुनिया दे विच, वो ये सी दुनिया नूं ऑर्गेनाइज्ड धर्म जो दिते गए हैं ना, इस तो वड्डा क्रूएलिटी दा एक्ट होया नहीं दुनिया च। ਇਹ ਜਿਹੜੇ ਸਾਡੇ ਉੱਪਰ ਸਾਨੂੰ ਧਰਮ ਥੋਪੇ ਗਏ ਨਾ ਸਾਡੇ ਉੱਤੇ, ਇਹ ਸਭ ਤੋਂ ਵੱਡਾ ਨਿਰਦਇਤਾ ਦਾ ਸਬੂਤ ਸੀ। ਇਹਦੇ ਵਿੱਚੋਂ ਹੀ ਸਾਰੀ ਕ੍ਰੂਐਲਿਟੀ ਨਿਕਲ ਰਹੀ ਹੈ। ਅਸੀਂ ਜਿਤਨੇ ਕ੍ਰੂਅਲ ਹੋਈ ਜਾ ਰਹੇ ਹਾਂ, ਇਹ ਆਰਗੇਨਾਈਜ਼ਡ ਧਰਮ ਨੂੰ ਫੋਲੋ ਕਰਕੇ ਹੀ ਹੋ ਰਹੇ ਹਾਂ। ਔਰ ਮੈਂ ਖੁਦ ਦੇਖਦਾ, ਕਿਉਂਕਿ ਮੈਂ ਧਰਮ ਦੇ ਵਿੱਚ ਹੀ ਵਿਚਰ ਰਿਹਾ ਨਾ, ਧਰਮੀ ਹੋ ਕੇ ਇਹਨਾਂ ਦੇ ਵਿੱਚ ਹੀ ਵਿਚਰ ਰਿਹਾ।
ਜਿਹੜੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਨੇ ਨਾ, ਸਾਡੇ ਇਹਨਾਂ ਧਰਮਾਂ ਦੇ ਵਿੱਚ ਜਿਹੜੇ ਬਿਲਕੁਲ ਜਿਹੜੇ ਉਹਨਾਂ ਨੂੰ ਪੇਸ਼ ਕਰ ਰਹੇ ਜਾਂ ਕਹੋ ਵੀ ਉਹਨਾਂ ਦੇ ਕੰਟਰੋਲ ਵਿੱਚ ਜਿਹੜੇ ਆਰਗੇਨਾਈਜ਼ ਧਰਮ ਨੇ, ਸਭ ਤੋਂ ਜ਼ਿਆਦਾ ਕਰੂਅਲ ਹੋ ਨੇ। ਇਹ ਮੈਂ ਇਹ ਸਮਝਿਆ ਵੀ ਹੋ ਸਕਦਾ ਕੋਈ ਮੇਰੇ ਵਿਚਾਰਾਂ ਨਾਲ ਸਾਂਝਾ ਸਹਿਮਤ ਹੋਵੇ ਚਾਹੇ ਨਾ ਹੋਵੇ, ਬਟ ਇਹ ਮੇਰੇ ਵਿਚਾਰ, ਕਿਉਂਕਿ ਉਹਦਾ ਨੁਕਸਾਨ ਪਤਾ ਕੀ ਹੋਇਆ, ਜਿਹੜੇ ਸਾਨੂੰ ਇਹ ਧਰਮ ਦਿੱਤੇ ਇਹਦੇ ਨਾਲ ਕੀ ਹੋਇਆ। ਗੁਰਬਾਣੀ ਦੀ ਤੁਕ ਆਉਂਦੀ ਹੈ, ਧੌਲ ਧਰਮ ਦਇਆ ਕਾ ਪੂਤ। ਇਸ ਨਿਰਦਇਤਾ ਨਾਲ ਕੀ ਹੋ ਰਿਹਾ, ਸਾਡੇ ਅੰਦਰ ਜਿਹੜਾ ਨਾ ਧਰਮ ਰੂਪੀ ਪੁੱਤਰ ਪੈਦਾ ਨਹੀਂ ਹੋ ਰਿਹਾ, ਸਾਡੇ ਅੰਦਰ ਸੱਚ ਨਹੀਂ ਪੈਦਾ ਹੋ ਰਿਹਾ, ਕਿਉਂਕਿ ਸਾਨੂੰ ਆਲਰੇਡੀ ਜਿਹੜੇ ਧਰਮ ਦਿੱਤੇ ਅਸੀਂ ਉਸੇ ਨੂੰ ਧਰਮ ਸਮਝ ਕੇ ਬੈਠੇ ਹੋ। ਇਸ ਲਈ ਜਿਹੜਾ ਅਸਲੀ ਧਰਮ ਸਾਡੇ ਅੰਦਰ ਪੈਦਾ ਹੋਣਾ ਸੀ ਹੋ ਨਹੀਂ ਹੋ ਰਿਹਾ। ਔਰ ਇਹ ਮੇਰੇ ਅਕੋਰਡਿੰਗ ਟੂ ਮੀ ਮੈਂ ਫਿਰ ਕਹਿ ਰਿਹਾ, ਮੈਨੂੰ ਇਹ ਲੱਗ ਰਿਹਾ, ਹੋ ਸਕਦਾ ਗਲਤ ਵੀ ਹੋਵੇ, ਵੀ ਦੁਨੀਆ ਨੂੰ ਜਿਹੜੇ ਇਹਨਾਂ ਨੇ ਆਰਗੇਨਾਈਜ਼ਡ ਰਿਲੀਜਨਸ ਦਿੱਤੇ ਹਨ, ਇਹ ਦੁਨੀਆ ਦੇ ਉੱਤੇ ਦੁਨੀਆ ਨੂੰ ਚਲਾਉਣ ਵਾਲੇ ਲੋਕਾਂ ਵੱਲੋਂ ਸਭ ਤੋਂ ਵੱਡਾ ਕ੍ਰੂਐਲਟੀ ਦਾ ਐਕਟ। ਹਾਂਜੀ, ਥੈਂਕ ਯੂ ਜੀ, ਥੈਂਕਸ ਫॉर ਸ਼ੇਅਰਿੰਗ। ਜੀ ਹਰਿੰਦਰ ਕੌਰ ਜੀ, ਤੁਸੀਂ ਕੁਝ ਸ਼ੇਅਰ ਕਰਨਾ ਚਾਹੁੰਦੇ? ਸਤਿ ਸ਼੍ਰੀ ਅਕਾਲ ਜੀ, ਸੌਰੀ ਦੈਟ ਆਈ ਐਮ ਇੰਟਰਵੀਨਿੰਗ ਅਗੇਨ, ਬਟ ਇੱਕ ਸਿਰਫ ਛੋਟਾ ਜਿਹਾ ਪੁਆਇੰਟ ਹੈਗਾ ਕਿ ਜਿਹੜਾ ਇੱਕ ਐਂਗਰ ਦੇ ਬਾਰੇ ਗੱਲ ਕੀਤੀ ਹੈ, ਉਹਨੂੰ ਤੁਸੀਂ ਇੱਕ ਬਿਗ ਪਾਰਟ ਮੰਨਿਆ ਹੈਗਾ ਕ੍ਰੂਅਲਟੀ ਦਾ। ਤੇ ਆਈ ਜਸਟ ਵਾਂਟ ਟੂ ਸੇ ਦਿਸ ਕਿ ਇਹ ਜਿਹੜਾ ਐਂਗਰ ਹੈਗਾ, ਜਿਹੜਾ ਸਾਡੇ ਅੰਦਰ ਪਨਪ ਰਿਹਾ ਲੋਕਾਂ ਵਾਸਤੇ, ਬਿਫੋਰ ਇਟ ਰੀਚਸ ਦੀ ਅਦਰ ਪਰਸਨ, ਇਹ ਸਾਡੀ ਬੋਡੀ ਨੂੰ ਸਾਨੂੰ ਜ਼ਿਆਦਾ ਹਾਰਮ ਕਰ ਰਿਹਾ, ਸਾਨੂੰ ਜ਼ਿਆਦਾ ਜਲਾ ਰਿਹਾ। ਯੈਸ, ਉਹਨੂੰ ਬਾਅਦ ਚੋਂ ਅਸਰ ਕਰੇਗਾ, ਪਹਿਲੇ ਸਾਨੂੰ ਅਸਰ ਕਰੇਗਾ। ਐਂਡ ਸੈਕੰਡਲੀ, ਜਿਹੜਾ ਅਸੀਂ ਆਪਣਾ ਕਚਰਾ ਇਕੱਠਾ ਕਰੀ ਜਾ ਰਹੇ ਹੈਗੇ ਆ, ਜਿਵੇਂ ਅਲਮਾਰੀ ਦੇ ਵਿੱਚ ਅਸੀਂ ਆਪਣੇ ਪੁਰਾਣੇ ਕੱਪੜੇ ਕੱਢ ਕੇ ਸੁੱਟ ਦਿੰਦੇ ਆ, ਉਸੇ ਤਰ੍ਹਾਂ ਜਿਹੜੇ ਵਾਈਸਸ ਹੈਗੇ ਨੇ, ਲਾਈਕ ਐਂਗਰ ਹੈਗਾ ਜਾਂ ਸੈਲਫਿਸ਼ਨੈਸ ਹੈ ਜਾਂ ਜਿਹੜੇ ਬੁਰੇ ਖਿਆਲ ਨੇ, ਇਹਨਾਂ ਨੂੰ ਵੀ ਅਸੀਂ ਐਜ਼ ਅ ਰੂਟੀਨ ਇੱਕ ਕਚਰਾ ਸਮਝ ਕੇ ਆਪਣੀ ਬੋਡੀ ਦੀ ਅਲਮਾਰੀ ਚੋਂ ਕੱਢ ਕੇ ਬਾਹਰ ਸੁੱਟਣ ਦੀ ਕੋਸ਼ਿਸ਼ ਕਰਨੀ ਹੈ, so that the new thoughts they can come in, maybe we can feel lighter। ਬਾਕੀ ਅਸੀਂ ਆਪਣਾ ਡੀਡ ਕਰੀ ਚੱਲੀਏ, ਬਾਕੀ ਰੱਬ ਦੇ ਹੱਥ ਹੈਗਾ, ਉਸ ਤੋਂ ਰਜ਼ਾ ਤੋਂ ਬਗੈਰ ਤੇ ਪੱਤਾ ਵੀ ਨਹੀਂ ਹਿਲਦਾ। ਅਸੀਂ ਆਪਣੀ ਕੌਨਸ਼ੀਅਸ ਸਾਫ਼ ਰੱਖਣੀ ਹੈ, ਸਾਨੂੰ ਨੀਂਦਰ ਚੰਗੀ ਆਣੀ ਚਾਹੀਦੀ, that is the main aim, and basically we have to be good, we have to do our bit, that is all। ਕੋਈ ਸੀਡੀ ਜੀ ਨੇ ਬੋਲਿਆ ਨਾ ਵੀ ਸੈਲਫ ਪਿਟੀ ਵੀ ਕਰਨਾ ਪਏਗਾ ਕਿ ਮੈਂ ਆਪਣੇ ਆਪ ਨੂੰ ਦੂਜਿਆਂ ਦੇ ਕਾਰਨ ਕਿਉਂ ਸਜ਼ਾ ਦਿੰਦਾ ਹਾਂ, ਹੈ ਨਾ। ਥੈਂਕਸ, ਮੈਂ ਕਹਿ ਰਹੀ ਹਾਂ we need to clean ourselves, detox। ਹਾਂਜੀ, ਵੈਰੀ ਥੈਂਕਸ। ਇੱਕ ਛੋਟਾ ਜਿਹਾ ਮੇਰਾ ਪੁਆਇੰਟ ਹੈਗਾ, ਅਗਰ ਇਜਾਜ਼ਤ ਹੋਵੇ ਤਾਂ ਛੋਟਾ ਜਿਹਾ ਪੁਆਇੰਟ ਹੈਗਾ ਵੀਰ ਜੀ। ਹਾਂਜੀ ਬੋਲੋ ਜੀ ਵੀਰ ਜੀ, ਇੱਕ ਛੋਟਾ ਜਿਹਾ ਪੁਆਇੰਟ ਹੈ, ਅਗਰ ਇਜਾਜ਼ਤ ਹੋਵੇ ਤਾਂ। ਬੋਲੋ ਜੀ, ਬੋਲੋ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਬਹੁਤ ਅੱਛਾ ਐਜ਼ ਅ ਫੈਮਿਲੀ ਐਕਸਪਲੇਨ ਕੀਤਾ ਹੈ, ਪਰ ਇੱਕ ਚੀਜ਼ ਛੋਟੀ ਜਿਹੀ ਮੈਂ ਇੱਕ ਚੀਜ਼ ਅਸੀਂ ਕਰ ਲਈ, ਮੇਰੇ ਸਮਝ ਜਾਏਗੀ। ਸ਼ਬਦ ਹੈਗਾ, ਸਤਿਗੁਰ ਸਭਨਾ ਦਾ ਭਲਾ ਮਨਾਉਂਦਾ, ਬੁਰਾ ਕਿਸੇ ਦਾ ਨਾ ਹੋਵੇ। ਅਗਰ ਅਸੀਂ ਇਹ ਸੋਚਾਂਗੇ ਨਹੀਂ, ਕ੍ਰੂਐਲਟੀ ਅੱਧੀ ਖਤਮ ਵੈਸੇ ਹੋ ਜਾਏਗੀ। ਵਾਹ ਵਾਹ, ਅੱਧੀ ਕ੍ਰੂਐਲਟੀ ਵੈਸੇ ਖਤਮ ਹੋ ਜਾਏਗੀ। ਬਹੁਤ ਅੱਛਾ। ਕਿਸੇ ਦਾ ਬੁਰਾ ਸੋਚਣਾ ਹੀ ਨਹੀਂ, ਕਿਸੇ ਸਭਨਾ ਦਾ ਭਲਾ ਮਨਾਉਂਦਾ, ਬੁਰਾ ਕਿਸੇ ਦਾ ਨਾ ਹੋਵੇ। ਵਾਹ ਵਾਹ, क्रुएल्टी का 70% क्रुएल्टी वैसे खत्म हो जाएगी। वेरी गुड, थैंक यू, थैंक्स फॉर शेयरिंग। शुक्रिया ਤੁਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਤੇ ਭੁਪਿੰਦਰ ਵੀ ਜੀ ਆਪਣਾ ਵਾਈਂਡ ਅਪ ਕਰਨ, ਤੇ ਉਸ ਤੋਂ ਬਾਅਦ ਅਸੀਂ ਵਾਈਂਡ ਅਪ ਕਰਾਂਗੇ। ਵਾਹਿਗੁਰੂ ਜੀ, ਹੈਲੋ। ਹਾਂਜੀ ਹਾਂਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ। ਮੈਂ ਬਸ ਇੰਨਾ ਕਹਿਣਾ ਸੀ, ਮੈਂ ਪਿਛਲੀ ਵਾਰ ਮੈਸੇਜ ਕੀਤਾ ਸੀ ਕਿ ਮੈਨੂੰ ਆਪਣੇ ਗਰੁੱਪ ਵਿੱਚ ਜੁਆਇਨ ਕਰ ਲਓ, ਪਰ ਮੈਨੂੰ ਤੁਹਾਡੇ ਵੱਲੋਂ ਮੈਸੇਜ ਨਹੀਂ ਆ ਰਿਹਾ, ਮੈਨੂੰ ਕਿਤੋਂ ਹੋਰ ਲੇਟ ਮਿਲਿਆ ਮੈਸੇਜ। ਪਲੀਜ਼, ਮੈਂ ਬਲਜੀਤ ਬੋਲ ਰਹੀ ਹਾਂ, ਮੇਰਾ ਨੰਬਰ ਮੈਂ ਸ਼ੇਅਰ ਕੀਤਾ ਸੀ, ਪਤਾ ਨਹੀਂ ਅਮਰ ਜੀ ਜਾਂ ਜੁਝਾਰ ਜੀ ਨੂੰ, ਕਿਸੇ ਨੂੰ। ਪਲੀਜ਼ ਮੇਰਾ ਨੰਬਰ ਐਡ ਕਰਕੇ ਆਪਣੇ ਗਰੁੱਪ ਵਿੱਚ ਮੈਨੂੰ ਵੀ ਲਿੰਕ ਭੇਜ ਦਿੱਤਾ ਕਰੋ। ਹਾਂਜੀ, ਤੁਸੀਂ ਨੰਬਰ ਵੈਲਕਮ ਜੀ, ਸ਼ੋਰ ਭੇਜਾਂਗੇ ਜੀ, ਸ਼ੋਰ। ਹਾਂ, ਮੈਨੂੰ ਅੱਜ ਵੀ ਕੱਲ ਵੀ ਲੇਟ ਕਿੱਥੋਂ 2-3 ਬੰਦੇ ਤੋਂ ਪੁੱਛਣ ਤੋਂ ਬਾਅਦ ਮਿਲਿਆ। ਤੁਸੀਂ ਆਪਣਾ ਨੰਬਰ ਟੈਕਸਟ ਸ਼ੇਅਰ ਕਰ ਦਿਓ, ਵਿਲ ਡੂ ਦੈਟ। ਠੀਕ ਹੈ ਜੀ। ਭੁਪਿੰਦਰ ਜੀ ਤੁਸੀਂ ਉਹ ਕੁਝ ਸ਼ੇਅਰਿੰਗ ਐਮਪੀਜੀ ਵੀ ਕਰ ਰਹੇ ਸੀ ਨਾ ਉਹਨੇ। ਉਹ ਸਪਨਾ ਜੀ ਨੇ ਸਵਾਲ ਪੁੱਛਣਾ ਸੀ, ਉਹ ਪੁੱਛ ਲਿਆ ਸੀ ਉਹਨਾਂ ਨੇ। ਅੱਛਾ ਹਾਂਜੀ, ਅੱਛਾ, ਪਲੀਜ਼ ਤੁਸੀਂ। ਮੇਰਾ ਇੱਕ ਕੁਐਸਚਨ ਸੀ। ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? एक बार ऑन करके रखो। ਹਾਂਜੀ ਜੀ, ਅਮਨ ਜੀ ਮਿਊਟ ਕਰੋ ਸਭ ਨੂੰ। ਭੁਪਿੰਦਰ ਜੀ ਤੁਸੀਂ ਪਲੀਜ਼ ਆਪਣਾ ਟੌਪਿਕ ਕਲੋਜ਼ ਕਰੋ। ਜੀ, ਮੇਰਾ ਇੱਕ ਕੁਐਸਚਨ ਪੈਂਡਿੰਗ ਸੀ। ਹਾਂਜੀ, ਜਸਪਾਲ ਜੀ ਬੋਲੋ। ਸੌਰੀ, ਮੈਂ ਤੁਹਾਡੀ ਆਵਾਜ਼ ਘੱਟ ਆ ਰਹੀ, ਥੋੜਾ ਉੱਚਾ ਬੋਲੋ। ਮੈਂ ਕੱਲ ਵੀ ਹੈਂਡ ਰੇਜ਼ ਕੀਤਾ ਸੀ, ਸ਼ਾਇਦ ਧਿਆਨ ਨਹੀਂ ਦਿੱਤਾ। ਸੌਰੀ ਮੈਂ ਜੀ ਨਾਲ ਕੁਐਸਚਨ ਕਰਨਾ ਚਾਹੁੰਦਾ ਜੀ। ਮੇਰੇ ਇੱਕ ਨੋਨ ਨੇ, ਉਹ ਡਾਕਟਰ ਹੈਗੇ ਨੇ, ਉਹਨਾਂ ਦੇ ਪੇਰੈਂਟਸ ਵੀ ਡਾਕਟਰ ਨੇ,
ਬੇਟੇ ਦੀ ਡਿਊਟੀ ਸੀ LNJP ਕੋਰੋਨਾ ਵਿੱਚ, ਉਹ ਉੱਥੇ ਪੋਜ਼ਿਟਿਵ ਹੋ ਗਏ ਤੇ ਪੇਰੈਂਟਸ ਨੂੰ ਵੀ ਆਪਣਾ ਸ਼ੱਕ ਪਿਆ, ਤਿੰਨੋਂ ਆਪਣੇ ਘਰ ਦੇ ਅੰਦਰ ਆਈਸੋਲੇਟਡ ਹੋ ਗਏ। ਹੁਣ ਹੋਇਆ ਕੀ ਉਹਨਾਂ ਨਾਲ, बोलो जी बोलो, कि ਉਹਨਾਂ ਨੂੰ ਕੋਈ ਵੀ ਰਾਸ਼ਨ ਦੇ ਕੇ ਰਾਜੀ ਨਹੀਂ ਹੈ। थोड़ी बात नहीं आ रही। आवाज आ रही है जी? ਜੀ ਆ ਰਹੀ ਹੈ। ਤੁਸੀਂ ਕਹਿ ਰਹੇ ਹੋ ਕਿ ਜਦੋਂ ਉਹ ਕੁਆਰੰਟਾਈਨ ਹੋ ਗਏ ਤਾਂ ਉਹਨਾਂ ਨੂੰ ਕੋਈ ਰਾਸ਼ਨ ਨਹੀਂ ਦੇ ਰਿਹਾ? ਕੋਈ ਰਾਸ਼ਨ ਨਹੀਂ ਦੇ ਰਿਹਾ, ਕੋਈ ਦੁੱਧ ਨਹੀਂ ਦੇ ਰਿਹਾ। ਮੰਨ ਲਓ ਕਿ ਸਵੇਰੇ ਜਿਸ ਤਰ੍ਹਾਂ ਕੂੜੇ ਦੀ ਗੱਡੀ ਆਂਦੀ ਹੈ, ਉਹਨਾਂ ਨੇ ਆਪਣੀ ਖਿੜਕੀ ਖੋਲ੍ਹੋ ਤੋਂ ਕੂੜਾ ਦੇਣ ਲੱਗੇ ਤੇ ਪੜੋਸੀ ਆਖਿਆ ਕਿ ਤੁਸੀਂ ਇਹ ਕੂੜਾ ਨਹੀਂ ਦੇ ਸਕਦੇ। ਇਹ ਕੁਰੈਲਟੀ ਹੈ ਜਾਂ ਆਪਣਾ ਸੈਲਫ ਡਿਫੈਂਸ ਹੈ ਉਹਨਾਂ ਦਾ? ਨਹੀਂ, ਜੇ ਉਹਨਾਂ ਨੂੰ ਕੋਈ ਰਾਸ਼ਨ ਨਹੀਂ ਦੇ ਕੇ ਆ ਰਿਹਾ ਤੇ ਰਾਸ਼ਨ ਨਾ ਦੇ ਕੇ ਆਉਣ ਵਾਲਿਆਂ ਦੀ ਕਰੂਐਲਿਟੀ ਹੈ, ਜਿਹੜਾ ਉਹਨਾਂ ਨੂੰ ਡੀਲ ਨਹੀਂ ਕਰ ਰਿਹਾ ਉਹਨਾਂ ਦੀ ਕਰੂਐਲਿਟੀ ਹੈ ਨਾ। ਅਸੀਂ ਇਹੀ ਤਾਂ ਸਿੱਖ ਰਹੇ ਹਾਂ, ਜਿਹੜਾ ਅੱਜ ਮੈਂ ਕਿਹਾ ਵੀ ਹਿਊਮੈਨਿਟੀ ਨੂੰ ਨਾ ਮਰਨ ਦਿਓ, ਉਹ ਸਾਡੇ ਅੰਦਰੋਂ ਮਰ ਰਹੀ ਹੈ ਨਾ। ਅਸੀਂ ਕਰੋਨਾ ਕਰਕੇ ਡਰੀ ਜਾ ਰਹੇ ਹਾਂ, ਸਾਨੂੰ ਪ੍ਰੀਕਾਸ਼ਨਸ ਤੇ ਲੈਣੀਆਂ ਨੇ, ਲੇਕਿਨ ਸਾਨੂੰ ਹਿਊਮੈਨਿਟੀ ਦਾ ਧਿਆਨ ਰੱਖਣਾ ਪਏਗਾ ਕਿ ਹਿਊਮੈਨਿਜ਼ਮ ਨੂੰ ਅਸੀਂ ਜੀਵਿਤ ਕਿਵੇਂ ਰੱਖ ਸਕਦੇ ਹਾਂ। ਅਸੀਂ ਅਲਟੀਮੇਟਲੀ ਕਰੋਨਾ ਕੋਲੋਂ ਸਰੀਰਕ ਡੈਥ ਐਕਸੈਪਟ ਕਰ ਸਕਦੇ ਹਾਂ, ਪਰ ਹਿਊਮੈਨਿਜ਼ਮ ਦੀ ਡੈਥ ਨਹੀਂ ਐਕਸੈਪਟ ਕਰ ਸਕਦੇ। ਸੋ ਇਸ ਕਰਕੇ ਮੈਂ ਇਹ ਬੇਨਤੀ ਕਰ ਰਿਹਾ ਕਿ ਜਸਪਾਲ ਜੀ ਤੁਸੀਂ ਜੁਝਾਰ ਜੀ ਨੂੰ ਔਰ ਅਮਨ ਜੀ ਨੂੰ ਜਾਂ ਲਿਵਿੰਗ ਟ੍ਰੈਜਰ ਆਫਿਸ ਅੰਦਰ ਤੁਸੀਂ ਉਹਨਾਂ ਦਾ ਐਡਰੈਸ ਦਿਓ, ਅਸੀਂ ਪੂਰਾ ਟਰਾਈ ਕਰਾਂਗੇ ਕਿ ਕੀ ਕੀਤਾ ਜਾ ਸਕਦਾ ਹੈ। ਔਰ ਇੱਕ ਦੋ ਦਿਨ ਤੱਕ ਕੁਆਰੰਟਾਈਨ ਤੋਂ ਬਾਹਰ ਵੀ ਆ ਜਾਣਗੇ। ਮੈਂ ਕੋਸ਼ਿਸ਼ ਕੀਤੀ ਉਹਨਾਂ ਦੇ ਘਰ ਸਾਫ ਕੁਝ ਪਹੁੰਚਾਉਣ ਦੀ, ਲੇਕਿਨ ਇੱਕ ਚੀਜ਼ ਅੱਛੀ ਨਹੀਂ ਲੱਗਦੀ। इसी दर्द बारे वीर जी ने आज सारा वीडियो कढ़िया, उसी दर्द बारे है कि ਅਸੀਂ ਕਿੰਨੇ ਇਨਹਿਊਮੇਨ ਹੋ ਗਏ ਆ। ਵੀ ਹੈਵ ਟਾਕਡ ਅਬਾਊਟ ਇਟ ਸਵੇਰੇ। तो वी आर ट्राइंग कि ਤੁਸੀਂ ਉਹਨਾਂ ਦਾ ਕੰਟੈਕਟ ਨੰਬਰ ਸਾਨੂੰ ਦਿਓ, ਅਸੀਂ ਉਹਨਾਂ ਨੂੰ ਜੋ ਹੈਲਪ ਹੋ ਸਕੇਗੀ ਉਹ ਪੂਰੀ ਦੀ ਪੂਰੀ ਕੋਸ਼ਿਸ਼ ਕਰਾਂਗੇ ਕਰਾਵਾਂਗੇ। ਥੈਂਕ ਯੂ। ਤੇ ਆਪ ਸਭ ਜੀ ਨਾਲ ਮੈਂ ਸਾਂਝ ਪਾਣਾ ਚਾਹੁੰਦਾ ਕਿ ਜਿਹੜੀ ਇਹ ਫਰਾਈਡੇ ਕਲਾਸ ਹੈਗੀ ਹੈ, ਅਸੀਂ ਇਸ ਨੂੰ ਸ਼ਿਫਟ ਕਰ ਰਹੇ ਹਾਂ ਸੈਟਰਡੇ ਈਵਨਿੰਗ 6 PM to 7:30 PM ਬਿਕਾਜ਼ ਵਰਲਡ ਵਾਈਡ ਲੋਕੀ ਸਾਨੂੰ ਰਿਕੁਐਸਟ ਕਰਦੇ ਨੇ ਕਿ ਸੈਟਰਡੇ ਕਰੀਏ ਔਰ ਉਹ ਕਨੈਕਟ ਹੋ ਸਕਣ। ਸੋ ਉਹਨਾਂ ਦਾ ਟਾਈਮ ਦੇਖਦੇ ਹੋਏ ਅਸੀਂ ਸਭ ਦੀ ਰਿਕੁਐਸਟ, ਆਸਟ੍ਰੇਲੀਆ ਵਾਲਿਆਂ ਦੀ, ਕੈਨੇਡਾ ਵਾਲਿਆਂ ਦੀ और सब दी रिक्वेस्ट सुन के we have shifted it to 6 PM so that everybody worldwide can connect. So next time तो only Saturday ਅਸੀਂ ਇਹ session ਕਰਿਆ ਕਰਾਂਗੇ 6 PM to 7:30 PM. So thanks for joining. We have tried and ਜਿਹੜੀ ਸਾਂਝ ਵੀਰ ਜੀ ਨੇ 2 ਦਿਨ ਸਾਡੇ ਨਾਲ ਪਾਈ ਹੈ, ਜਿਨ੍ਹਾਂ ਨੇ ਵੀ ਸਾਡੇ ਨਾਲ ਸਾਂਝ ਕੀਤੀ, we are thankful to everybody. So we have learned in this session कि गुणा का होवे वासला कट वास लहीजे, जे गुण होवे साजना मिल सांझ करीजे, सांझ करीजे गुणा केरी छोड़ अवगुण चलिए। सो अपने अवगुणा ਨੂੰ ਛੱਡਦੇ ਹੋਏ ਅਸੀਂ ਗੁਣਾਂ ਨੂੰ ਧਾਰੀਏ, ਇਹ ਸਾਨੂੰ ਕ੍ਰੂਐਲਿਟੀ ਤੋਂ ਕੱਢੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂक्स टू एवरीबॉडी, सब नु थैंक्स। क्या करूं ये बचता ही रहता। सबके माइक थैंक यू। Thank you.